ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਸਪੈਸ਼ਲ ਪ੍ਰੋਗਰਾਮ, ਸਪੈਸ਼ਲ ਬ੍ਰੌਡਕਾਸਟ ਦੇ ਵਿੱਚ ਮੈਂ ਗੁਰਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ। ਇਹ ਜਿਹੜੀ ਅਸੀਂ ਇੱਕ ਸਪੈਸ਼ਲ ਸੀਰੀਜ਼ ਸ਼ੁਰੂ ਕੀਤੀ ਹੈ, ਪੰਜਾਬ 1947, ਪੰਜਾਬ ਦੀ ਵੰਡ। ਇਹਦਾ ਮੇਨ ਪਰਪਸ ਇਹੀ ਹੈ ਕਿ ਇੱਕ ਪੰਛੀ ਝਾਤ ਜਾਂ ਇੱਕ ਬਰੀਫ ਦੇ ਵਿੱਚ ਸੰਗਤ ਨੂੰ ਜਾਂ ਸਾਡੇ ਵਿਊਅਰਸ ਨੂੰ ਦੱਸਣਾ ਕਿ ਜਿਹੜਾ 1947 ਜਾਂ ਜਿਹੜਾ ਅਗਸਤ ਦਾ ਮਹੀਨਾ ਆ, 15 ਅਗਸਤ ਆ, ਜਿਹਨੂੰ ਸਾਰੀ ਦੁਨੀਆ ਦੇ ਵਿੱਚ ਭਾਰਤੀਏ ਜਿਹੜੇ ਇੰਡੀਅਨਸ ਨੇ ਜਾਂ ਇੰਡੀਆ ਦੇ ਵਿੱਚ ਉਹਨੂੰ ਐਜ਼ ਏ ਇੰਡੀਪੈਂਡੈਂਸ ਡੇ ਦੇ ਤੌਰ ਤੇ ਸੈਲੀਬ੍ਰੇਸ਼ਨ ਕਰਦੇ ਆ। ਕੀ ਪੰਜਾਬ ਦੇ ਲਈ ਇਹ ਸੈਲੀਬ੍ਰੇਸ਼ਨ ਆ? ਕੀ ਇਹ ਪੰਜਾਬ ਦੀ ਵੰਡ ਸੀਗੀ ਕਿ ਭਾਰਤ ਦੀ ਵੰਡ ਸੀਗੀ, ਜਿਹਨੂੰ ਇੰਡੀਆ ਦਾ ਪਾਰਟੀਸ਼ਨ ਦੇ ਨਾਲ ਵੀ ਜਾਣਿਆ ਜਾਂਦਾ ਆ? ਤਾਂ ਅਸੀਂ ਇਹਦੇ ਵਿੱਚ ਇੱਕ ਸੀਰੀਜ਼ ਆਫ ਐਪੀਸੋਡ ਕਰਕੇ ਤੁਹਾਡੇ ਨਾਲ ਇਹ ਸਾਂਝ ਕਰਾਂਗੇ ਕਿ ਪੰਜਾਬ ਨੇ ਟੋਟਲ ਇਸ ਦੌਰਾਨ ਕੀ ਗਵਾਇਆ, ਇਸ ਪਾਰਟੀਸ਼ਨ ਦੇ ਕਰਕੇ ਜਿਹੜੀ ਪੰਜਾਬ ਦੀ ਵੰਡ ਕਿਉਂ ਹੋਈ, ਇਹਦੇ ਕਈ ਪਹਿਲੂ ਨੇ, ਅਸੀਂ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਅੱਜ ਦੇ ਇਸ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀ ਜਿਓਗ੍ਰਾਫੀ ਤੇ ਭਾਰਤ ਦੀ ਜਿਓਗ੍ਰਾਫੀ। ਕੁਝ ਮੈਪਸ ਨੇ ਜਿਨ੍ਹਾਂ ਦੇ ਜ਼ਰੀਏ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਤੇ ਭਾਰਤ ਦੀ ਜਿਓਗ੍ਰਾਫੀ 1947 ਪਹਿਲਾਂ ਕੀ ਸੀਗੀ। ਕੀ ਪੰਜਾਬ ਜਾਂ ਜਿਹੜਾ ਭਾਰਤ ਆ ਉਹ ਤੋਂ ਪਹਿਲਾਂ ਕੋਈ ਇੱਕ ਦੇਸ਼ ਸੀਗਾ ਜਾਂ ਕੋਈ ਰਾਸ਼ਟਰ ਸੀਗਾ ਕਿ ਉਹਦੇ ਵਿੱਚ ਕਿੱਦਾਂ ਦੇ ਲੋਕ ਰਹਿੰਦੇ ਸੀਗੇ? ਤਾਂ ਉਹਨੂੰ ਮੈਪ ਦੇ ਤਰੀਕੇ ਦੇ ਨਾਲ, ਇੱਕ ਮੈਪ ਦੇ ਕੁਝ ਮੈਪਸ ਦੇ ਜ਼ਰੀਏ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਮੂਲੀਅਤ ਕਰ ਰਹੇ ਨੇ ਜੀ ਸਾਡੇ ਗਿਆਨੀ ਕੁਲਦੀਪ ਸਿੰਘ ਜੀ ਬ੍ਰਿਸਬੇਨ ਤੋਂ। ਮੈਂ ਗਿਆਨੀ ਜੀ ਨੂੰ ਭਾਈ ਸਾਹਿਬ ਜੀ ਨੂੰ ਸ਼ਾਮਲ ਕਰਦਾ ਜੀ ਪ੍ਰੋਗਰਾਮ ਦੇ ਵਿੱਚ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਮੂਹ ਸਰੋਤਿਆਂ ਨੂੰ ਤੇ ਆਪ ਜੀ ਨੂੰ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਤਾਂ ਸਾਡੇ ਸਰੋਤਿਆਂ ਨੂੰ ਤਾਂ ਸਾਨੂੰ ਮਾਣ ਬਖਸ਼ਣ ਦਾ ਬਹੁਤ-ਬਹੁਤ ਧੰਨਵਾਦ ਜੀ। ਤਾਂ ਸਭ ਤੋਂ ਪਹਿਲਾਂ ਤੇ ਦੱਸੋ ਜੀ, ਕਿੱਦਾਂ ਸਿਹਤਯਾਬੀ ਹੋ? ਕਿੱਦਾਂ ਠੀਕ-ਠਾਕ ਹੋ? ਸਿਹਤ ਪੱਖੋਂ ਸਾਰਾ ਵਧੀਆ ਹੈ ਜੀ ਤੁਹਾਡੇ? ਸਤਿਗੁਰਾਂ ਨੇ ਮਹਾਰਾਜ ਬਚਾ ਕੇ ਰੱਖਿਆ ਆ। ਕਰੋਨਾ ਵਾਇਰਸ ਦੇਖ ਲਓ, ਮਹਾਮਾਰੀ ਸਾਰੀ ਧਰਤੀ ਤੇ ਚੱਲ ਰਹੀ ਆ, ਪਰ ਫਿਰ ਵੀ ਗੁਰੂ ਸਾਹਿਬ ਕਿਰਪਾ ਕਰਦੇ। ਆਪਾਂ ਆਸਟ੍ਰੇਲੀਆ ਕੁਛ ਹੱਦ ਤੱਕ ਸਾਰੀ ਦੁਨੀਆ ਤੋਂ ਸ਼ਾਇਦ ਬਚਿਆ ਸੀਗਾ, ਹਾਲੇ ਹੁਣ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋਇਆ, ਪਰ ਫਿਰ ਵੀ ਮੈਂ ਕਹਿੰਦਾ ਕੰਟਰੋਲ ਜਿਹੜਾ ਗੌਰਮੈਂਟ ਨੇ ਕਰ ਲਿਆ ਉਹ ਠੀਕ ਹੀ ਹੈਗਾ। ਬਿਲਕੁਲ ਜੀ, ਬਿਲਕੁਲ। ਤਾਂ ਭਾਈ ਸਾਹਿਬ ਜੀ, ਜਦੋਂ ਅਸੀਂ ਇਹ ਜਿਹੜੀ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ, ਮੇਨ ਇਹਦਾ ਮਕਸਦ ਇਹੀ ਹੈ ਕਿ ਪੰਜਾਬ ਦੀ ਜਿਹੜੀ ਵੰਡ ਹੋਈ ਸੀਗੀ 1947 ਦੇ ਵਿੱਚ, ਉਹਦੇ ਵੱਖਰੇ ਪਹਿਲੂਆਂ ਨੂੰ ਜਾਂਚਣਾ, ਉਹਦੇ ਬਾਰੇ ਗੱਲ ਕਰਨੀ ਤੇ ਆਪਣੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਇਹਦੇ ਬਾਰੇ ਜਾਗਰੂਕ ਕਰਨਾ। ਕਿਉਂਕਿ ਇੱਕ ਆਮ ਜੇ ਅਸੀਂ ਫਿਲਮਾਂ ਦੇ ਵਿੱਚ ਥੋੜ੍ਹਾ ਬਹੁਤ ਇਮੋਸ਼ਨਲ ਹੋ ਕੇ ਜਾਂ ਗੱਲ ਕਰ ਲੈਂਦੇ ਹਾਂ, ਥੋੜ੍ਹਾ ਬਹੁਤ ਲੋਕ ਇਮੋਸ਼ਨਲ ਹੋ ਜਾਂਦੇ ਕਿ ਹਾਂਜੀ ਸਾਡੇ ਇੱਕ ਵੰਡ ਹੋਈ ਸੀਗੀ, ਬਟ ਉਹਦੇ ਅਸਲ 'ਚ ਜਿਹੜੇ ਪਹਿਲੂ ਨੇ ਜਾਂ ਜਿਹੜੇ ਉਹਦੇ ਅਸਲ ਕਾਰਨ ਸੀਗੇ ਜਾਂ ਪੰਜਾਬ ਨੇ ਐਕਚੁਅਲ 'ਚ ਕੀ ਗਵਾਇਆ, ਉਹਦੇ ਬਾਰੇ ਕੋਈ ਖਾਸ ਗੱਲ ਜਾਂ ਡੀਪ ਡੈਪਥ ਵਿੱਚ ਗੱਲ ਨਹੀਂ ਹੁੰਦੀ। ਤਾਂ ਅਸੀਂ ਇੱਕ ਚਲੋ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਬਰੀਫ ਦੇ ਵਿੱਚ ਹੀ ਭਾਵੇਂ ਹੋਵੇ, ਇੱਕ ਸਟਾਰਟ ਕਰੀਏ ਕਿ ਇਹ ਜਿਹੜੀ ਚਰਚਾ ਆ, ਤਾਂ ਕਿ ਜਿਹੜੇ ਲੋਕ ਨੇ, ਸਾਡੀ ਜਨਰੇਸ਼ਨ ਹੈ, ਕਿਉਂਕਿ ਹੁਣ ਇੰਨੇ ਸਾਲ ਵੀ ਹੋ ਚੁੱਕੇ ਨੇ, ਤਾਂ ਅਸੀਂ ਇਹਨੂੰ ਇੱਕ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹਦਾ ਕੀ ਤਰੀਕਾ। ਤੇ ਅੱਜ ਅਸੀਂ ਥੋੜ੍ਹਾ ਜਿਹਾ ਇਹ ਰੱਖਿਆ ਕਿ ਜਿਓਗ੍ਰਾਫੀ ਮੈਪ ਦੀ ਕੀ ਸੀਗੀ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਕਿ ਆਪਾਂ 1801 ਦੇ ਵਿੱਚ ਜਾਂਦੇ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਆ, ਕਿ ਮਹਾਰਾਜਾ ਰਣਜੀਤ ਸਿੰਘ ਲਾਹੌਰ ਜਿਹੜੀ ਆ ਉਹ ਰਾਜਧਾਨੀ ਬਣਦੀ ਹੈ ਤੇ ਉੱਥੋਂ ਫਿਰ ਜਿਹੜਾ ਇੱਕ ਰਾਜ ਨਾਰਥ ਨੂੰ ਜਿਹੜਾ ਜ਼ਿਆਦਾ ਵੱਧਦਾ ਹੈ, ਕਿਉਂਕਿ ਅਗਰ ਸਾਊਥ ਵਾਲੇ ਪਾਸੇ ਨੂੰ ਚੱਲ ਜਾਈਏ ਪੰਜਾਬ ਦੇ, ਉੱਧਰ ਮਰਾਠੇ ਸੀਗੇ, ਰਾਜਪੂਤ ਸੀਗੇ, ਤਾਂ ਉਹਨਾਂ ਦਾ ਉੱਧਰ ਕਬਜ਼ਾ ਸੀਗਾ ਔਰ ਕਈ ਵਾਰ ਦਿੱਲੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜੰਗਾਂ ਵੀ ਹੋਈਆਂ। ਉਹ ਇੱਕ ਇਤਿਹਾਸ ਦਾ ਵੱਖਰਾ ਮੁੱਦਾ ਆ, ਬਟ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਉਹ ਨਾਰਥ ਨੂੰ ਵਧਿਆ ਤੇ ਆਪਾਂ ਉਹਦੇ ਉੱਤੇ ਚਰਚਾ ਕਰਾਂਗੇ। ਆਪਾਂ ਪਹਿਲਾਂ ਇੱਥੋਂ ਹੀ ਸਟਾਰਟ ਕਰਦੇ ਹਾਂ ਕਿ ਪੰਜਾਬ ਦੀ ਜਿਹੜੀ ਲੋਕੇਸ਼ਨ ਆ, ਅਸੀਂ ਆਪਣੇ ਪਹਿਲੇ ਐਪੀਸੋਡ 'ਚ ਵੀ ਕੀਤੀ ਸੀਗੀ ਕਿ ਉਹ ਬੜੀ ਇੰਪੋਰਟੈਂਟ ਆ। ਅਗਰ ਮੈਂ ਆਪਣਾ ਪਹਿਲਾ ਮੈਪ ਰੱਖਾਂ ਸਾਹਮਣੇ, ਕਿ ਅਗਰ ਆਪਾਂ ਪੰਜਾਬ ਦੀ ਲੋਕੇਸ਼ਨ ਜਾਂ ਇਹਨੂੰ ਅਗਰ ਭਾਰਤ ਦੇ ਮੈਪ ਦੇ ਵਿੱਚ ਇਹਨੂੰ ਦੇਖੀਏ, ਮੈਂ ਐਡ ਕਰਕੇ ਦੇਖਦਾ ਜੀ। ਹਾਂਜੀ, ਇਹ ਪੰਜਾਬ ਦੀ ਜਿਹੜੀ ਲੋਕੇਸ਼ਨ ਹੈਗੀ ਆ, ਇਹ ਬਹੁਤ ਪੱਖਾਂ ਤੋਂ ਅਹਿਮ ਸੀ। ਦੇਖ ਲਓ, ਜਿੰਨੇ ਵੀ ਧਾੜਵੀ ਆਏ ਉਹ ਨੌਰਥ ਵੱਲੋਂ ਆਏ ਅਤੇ ਉਹਨਾਂ ਦਾ ਪੰਗਾ ਹਮੇਸ਼ਾ ਖੈਬਰ ਦਰੇ ਥਾਣੀ ਹੋ ਕੇ ਤਾਂ ਉਹ ਪੰਜਾਬ ਵਿੱਚ ਦੀ
ਲਤਾੜਦੇ ਹੀ ਜਾਂਦੇ ਸੀਗੇ, ਜਿੱਥੇ ਤੱਕ ਵੀ ਜਾਣਾ ਸੀਗਾ ਪੰਜਾਬ ਨੂੰ ਕਈ ਵਾਰ ਲੁੱਟਣੇ ਦਾ ਹੋਇਆ। ਉਹ ਕਈ ਤਰ੍ਹਾਂ ਦੇ ਧਾੜਵੀ ਆਏ, ਮੰਗੋਲ ਵੀ ਆਏ, ਤੁਰਕ ਵੀ ਆਏ, ਅਤੇ ਇਹ ਪਹਿਲੀ ਵਾਰ ਸੀਗਾ ਕਿ ਉਹ ਤੋਂ ਇੱਧਰਲੇ ਪਾਸਿਓਂ ਸਾਊਥ ਵੱਲੋਂ ਗੋਰਿਆਂ ਵੱਲੋਂ ਜਿਹੜੇ ਵਾਰ ਕੀਤੇ ਗਏ, ਅਤੇ ਉਸ ਕਰਕੇ ਇਹ ਹੋਇਆ। ਤੇ ਇੱਧਰਲੀਆਂ ਜਿਹੜੀਆਂ ਸਤਲੁਜ ਤੋਂ ਉਰਲੀਆਂ ਸਿੱਖਾਂ ਦੀਆਂ ਸਤਿਗੁਰਾਂ ਸੱਤਵੇਂ ਪਾਤਸ਼ਾਹ ਦੀਆਂ ਬਖਸ਼ੀਆਂ ਹੋਈਆਂ ਜਿਹੜੀਆਂ ਰਿਆਸਤਾਂ ਸੀਆਂ, ਉਹਨਾਂ ਨੇ ਵੀ ਉਹ ਗੋਰਿਆਂ ਦਾ ਸਾਥ ਦੇਣੇ ਵਿੱਚ ਆਪਣੀ ਸਿਕਿਉਰਿਟੀ ਸਮਝੀ। ਉਹ ਵੀ ਸਿੱਖ ਕੌਮ ਦਾ ਦੁਰਭਾਗ ਹੀ ਸਮਝਿਆ ਜਾ ਸਕਦਾ ਹੈ। ਬਿਲਕੁਲ। ਹੁਣ ਜਿੱਦਾਂ ਤੁਸੀਂ ਮੈਪ ਦੇਖ ਰਹੇ ਹੋ, ਆਪਾਂ ਮੈਪ ਤੋਂ ਜੇਕਰ ਆਪਾਂ ਨਾਰਥ ਦੇਖੀਏ, ਕਿ ਉੱਪਰਲਾ ਜਿਹੜਾ ਆ ਇਹ ਪੰਜਾਬ ਹੈ ਹਨਾ, ਸਾਰਾ ਜਿੱਥੇ ਲਗਭਗ ਆਪਾਂ ਕਹੀਏ ਕਿ ਸਿੱਖ ਰਾਜ ਰਿਹਾ ਜਾਂ ਸਿੱਖ ਅੰਪਾਇਰ ਆਪਾਂ ਜਿਹਨੂੰ ਕਹਿੰਦੇ ਆ, ਇਹੀ ਇੱਕ ਜ਼ਮੀਨੀ ਤੌਰ ਦੇ ਉੱਤੇ ਅਗਰ ਦੇਖਿਆ ਜਾਵੇ, ਇਹੀ ਇੱਕ ਰਾਹ ਸੀਗਾ ਭਾਰਤ ਦੇ ਵਿੱਚ ਜਾਂ ਇਸ ਕੰਟੀਨੈਂਟ ਦੇ ਵਿੱਚ ਆਉਣ ਦਾ। ਇਸ ਤੋਂ ਇਲਾਵਾ ਕੋਈ ਹੋਰ ਜ਼ਮੀਨੀ ਤੌਰ ਦੇ ਉੱਤੇ ਕੋਈ ਖਾਸ ਏਡਾ ਰਾਹ ਨਹੀਂ ਸੀਗਾ, ਕਿਉਂਕਿ ਅਗਰ ਆਪਾਂ ਇੱਧਰ ਚੱਲ ਜਾਈਏ, ਹਿਮਾਲੇ ਦੀਆਂ ਪਹਾੜੀਆਂ ਆਉਂਦੀਆਂ ਨੇ, ਨੇਪਾਲ ਵਾਲੇ ਪਾਸੇ ਚੱਲ ਜਾਈਏ, ਜਾਂ ਇੱਧਰ ਆਪਾਂ ਈਸਟ ਵਾਲੇ ਪਾਸੇ ਚੱਲ ਜਾਈਏ, ਜਿਹੜਾ ਈਸਟ ਸਾਈਡ ਇੰਡੀਆ ਹੈਗੀ ਆ, ਉੱਧਰ ਸਾਰੇ ਜਿਹੜੀਆਂ ਪਹਾੜੀਆਂ ਪੂਰਬ ਵਾਲੇ ਪਾਸੇ, ਉੱਧਰ ਸਾਰੀਆਂ ਪਹਾੜੀਆਂ ਨੇ, ਉੱਧਰੋਂ ਵੀ ਆਉਣਾ ਇੰਨਾ ਆਸਾਨ ਨਹੀਂ ਸੀਗਾ। ਤਾਂ ਦੱਖਣ ਵਾਲੇ ਪਾਸੇ ਚੱਲ ਜਾਈਏ, ਉੱਧਰ ਸਾਰੇ ਸਮੁੰਦਰ ਆ, ਤਿੰਨੋਂ ਪਾਸਿਓਂ ਦੀ ਜਿਹੜਾ ਭਾਰਤ ਆ ਉਹ ਸਮੁੰਦਰ ਦੇ ਨਾਲ ਘਿਰਿਆ ਹੋਇਆ ਆ। ਤੇ ਜਿੰਨੇ ਵੀ ਹਮਲਾਵਰ ਆਏ ਨੇ ਪੰਜਾਬ ਦੇ ਵਿੱਚ, ਉਹ ਸਾਰੇ ਨਾਰਥ ਤੋਂ ਆਏ ਨੇ, ਉੱਤਰ ਤੋਂ। ਤੇ ਉਹਨਾਂ ਦੇ ਜਿਹੜਾ ਪੰਜਾਬ ਦੀ ਜਿਹੜੀ ਪੰਜਾਬ ਸਟੇਟ ਆ, ਪੰਜਾਬ ਰਾਜ ਸੀਗਾ, ਇਹ ਹਮੇਸ਼ਾ ਹੀ ਉਹਨਾਂ ਦੇ ਰਾਹ ਵਿੱਚ ਪਿਆ ਆ। ਤਾਂ ਇਸ ਕਰਕੇ ਜਿੰਨੇ ਵੀ ਇੱਕ ਅਜੀ ਕੀ ਐਂਟਰੀ ਪੁਆਇੰਟ ਸੀਗਾ ਜੀ, ਤਾਂ ਇਹਦਾ ਫਿਰ ਪੰਜਾਬ ਨੂੰ ਕਾਫੀ ਖਮਿਆਜਾ ਵੀ ਭੁਗਤਣਾ ਪਿਆ। ਕਈ ਤਰੀਕੇ ਦੇ ਨਾਲ ਪੰਜਾਬ ਦੇ ਜਾੜਾ ਵੀ ਹੋਇਆ, ਤੇ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਜੰਗਾਂ ਵੀ ਇਸ ਚੱਕਰ ਦੇ ਵਿੱਚ ਲੜੀਆਂ ਨੇ। ਹਾਂਜੀ, ਇਹਦੇ ਨਾਲ ਮਤਲਬ ਦੇਖੋ, ਇਹ ਮੈਂ ਸਮਝਦਾ ਕਿ ਪੰਜਾਬ ਜਿਹੜਾ ਹੈ ਨਾ, ਅੱਜ ਕੱਲ੍ਹ ਮਲਟੀ ਕਲਚਰਿਜ਼ਮ ਦੀ ਗੱਲ ਚੱਲਦੀ ਆ, ਕਿ ਪੰਜਾਬ ਦੀ ਮਤਲਬ ਜਿਹੜੀ ਕਮਿਊਨਿਟੀ ਆ, ਉਹ ਪਹਿਲਾਂ ਤੋਂ ਹੀ ਬੜੀ ਮਲਟੀ ਕਲਚਰਲ ਕਮਿਊਨਿਟੀ ਹੈਗੀ ਆ। ਇਹਦੇ ਵਿੱਚ ਬਹੁਤ ਸਿਕੰਦਰ ਤੋਂ ਲੈ ਕੇ ਅਲੈਗਜ਼ੈਂਡਰ ਦੀ ਗ੍ਰੇਟ ਜਿਹਨੂੰ ਕਹਿੰਦੇ ਆ, ਬਹੁਤ ਜਿੰਨੇ ਵੀ ਆਏ ਉਹਨਾਂ ਦੀ ਮਿਕਸਚਰ ਹੋ ਕੇ ਇਹ ਕਮਿਊਨਿਟੀ ਬਣੀ ਆ। ਤੇ ਸਾਡੇ ਕੋਲ ਬਹੁਤ ਬੜਾ ਮਤਲਬ ਖਜ਼ਾਨਾ ਸੀਗਾ, ਸਾਰੀਆਂ ਕੌਮਾਂ ਦਾ ਰਲਿਆ ਮਿਲਿਆ ਉੱਥੇ। ਤੇ ਮੈਂ ਇੱਕ ਵਾਰ ਗੱਲ ਕਰ ਰਿਹਾ ਸੀਗਾ ਕਿ ਪਿਛਲੀ ਸਦੀ ਦੇ ਜਿਹੜੇ, ਜਾਂ ਪਿਛਲੀਆਂ ਕੁਝ ਸਦੀਆਂ ਦੇ ਸਭ ਤੋਂ ਕਾਮਯਾਬ ਜਿਹੜੇ ਸਿਟੀਜ਼ ਹੋਏ ਆ ਜਾਂ ਦੇਸ਼ ਹੋਏ ਆ, ਉਹਨਾਂ ਦੇ ਵਿੱਚ ਇਸਤਨਬੁਲ ਨੂੰ ਮੰਨਿਆ ਜਾਂਦਾ। ਉੱਥੇ ਕ੍ਰਿਸਚੀਅਨ, ਯਹੂਦੀ ਅਤੇ ਮੁਸਲਿਮਸ, ਇਹਨਾਂ ਤਿੰਨਾਂ ਕਮਿਊਨਿਟੀ ਦਾ ਮਿਕਸ ਸੀਗਾ। ਅਤੇ ਇੱਥੇ ਆਪਣੇ ਪੰਜਾਬ ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ, ਤਾਂ ਇੱਥੇ ਵੀ ਤਿੰਨ ਕਮਿਊਨਿਟੀਆਂ ਸੀਆਂ, ਹਿੰਦੂ, ਸਿੱਖ ਅਤੇ ਮੁਸਲਿਮ। ਤੇ ਇਹਨਾਂ ਤਿੰਨਾਂ ਕਮਿਊਨਿਟੀਆਂ ਦਾ ਇੱਕ ਦੂਸਰੇ ਦੇ ਨਾਲ ਰਲ ਕੇ ਚੱਲਣਾ, ਜਿਹੜਾ ਇਹ ਆਪਣੇ ਆਪ ਦੇ 'ਚ ਕਰਾਮਾਤ ਹੈ। ਇੱਕ ਪਹਿਲਾਂ ਤਾਂ ਕਿਉਂਕਿ ਜੇ ਸਿੱਖ ਧਰਮ ਵਿੱਚ ਆਇਆ, ਤਾਂ ਇਹ ਕਮਿਊਨਿਟੀਆਂ ਹਾਰਮੋਨੀਅਸਲੀ ਚੱਲਣੀਆਂ ਸ਼ੁਰੂ ਹੋਈਆਂ। ਨਹੀਂ ਤਾਂ ਇਹਨਾਂ ਦੋਹਾਂ ਕਮਿਊਨਿਟੀਆਂ ਦਾ ਆਦਿ ਤੋਂ ਹੀ ਬਹੁਤ ਤਕੜਾ ਕਨਫਲਿਕਟ ਰਿਹਾ, ਮੁਸਲਮਾਨਾਂ ਅਤੇ ਹਿੰਦੂਆਂ ਦਾ। ਅਤੇ ਉਹ ਕਨਫਲਿਕਟ ਰਹਿਣਾ ਵੀ ਸੀਗਾ ਜੇ ਮਹਾਰਾਜਾ ਰਣਜੀਤ ਸਿੰਘ ਜਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਇਹਨਾਂ ਨੂੰ ਆ ਕੇ ਸੇਧਾ ਨਾ ਦਿੰਦੀ ਕਿ ਸਾਰੇ ਰਲ ਮਿਲ ਕੇ ਰਹਿ ਸਕਦੇ ਹਾਂ ਅਸੀਂ, ਅਤੇ ਸਾਰਿਆਂ ਦੇ ਵਿੱਚ ਰੱਬ ਦੀ ਜੋਤ ਆ, ਅਤੇ ਸਾਰਿਆਂ ਦੇ ਗੁਣ ਜਿਹੜੇ ਇੱਕ ਦੂਜਾ ਸ਼ੇਅਰ ਕਰ ਸਕਦਾ। ਅਤੇ ਇਹਦੇ ਨਾਲ ਇਹ ਕਲਾ ਬਣੀ ਕਿ ਲਾਹੌਰ ਦਾ ਜਿਹੜਾ ਰਾਜ ਸੀਗਾ, ਉਹਦੇ ਵਿੱਚ ਇਸਲਾਮ ਦਾ ਵੀ ਸਾਰੇ ਦਾ ਸਾਰਾ ਗਿਆਨ ਆ ਗਿਆ, ਅਤੇ ਹਿੰਦੂਆਂ ਦੇ ਵੇਦਾਂ ਸ਼ਸਤਰਾਂ ਦਾ ਵੀ ਪੂਰੇ ਦਾ ਪੂਰਾ, ਵੱਡੇ ਤੋਂ ਵੱਡੇ ਬ੍ਰਾਹਮਣ ਜਿਹੜੇ ਆ ਕੇ ਆਪਣੀਆਂ ਗੱਲਾਂ ਕਰਦੇ ਸਨ। ਅਤੇ ਸਿੱਖ ਉਹਨਾਂ ਦੇ ਵਿੱਚ ਵਿਚਾਲੇ ਕੜੀ ਸੀਗੇ, ਜਿਹੜੇ ਇਹਨਾਂ ਦੋਨਾਂ ਕਮਿਊਨਿਟੀਆਂ ਨੂੰ ਜੋੜ ਰਹੇ ਸੀਗੇ, ਅਤੇ ਇਹਨਾਂ ਦਾ ਗਿਆਨ ਕੱਢ ਕੇ ਸਾਂਝਾ ਕਰ ਰਹੇ ਸੀਗੇ ਦੋਵਾਂ 'ਚ। ਠੀਕ ਹੈ। ਤੇ ਇਹ ਮਤਲਬ ਜਾਣ ਦਾ, ਪੰਜਾਬ ਦਾ ਜਿਹੜਾ ਖਾਲਸਾ ਰਾਜ ਜਾਣੇ ਦਾ ਸਭ ਤੋਂ ਵੱਡਾ ਇਹ ਮਤਲਬ ਲੋਸ ਹੋਇਆ, ਕਿ ਇਹ ਜਿਹੜਾ ਖਜ਼ਾਨਾ ਬਹੁਤ ਆਸਾਨੀ ਦੇ ਨਾਲ ਇਕੱਠਾ ਮਤਲਬ ਚੱਲ ਰਿਹਾ ਸੀਗਾ ਹਾਰਮੋਨੀਅਸਲੀ, ਉਸ ਨੂੰ ਜਿਸ ਵੀ ਤਰੀਕੇ ਨਾਲ ਪਤਾ ਨਹੀਂ ਗੋਰਿਆਂ ਨੇ ਕਿੱਦਾਂ ਸਮਝਿਆ, ਜਾਣ ਲੱਗੇ ਉਹਨਾਂ ਨੇ ਇਸ ਚੀਜ਼ ਨੂੰ ਉਹ ਤਬਾਹ ਕਰਨੇ ਦਾ ਸੋਚਿਆ। ਕਿ ਇਹ ਇੰਨੀ, ਮੈਂ ਤਾਂ ਸਮਝਦਾ ਕਿ ਉਹ ਇਸ ਕਰਕੇ ਤਬਾਹ ਕਰਕੇ ਗਏ ਕਿ ਉਹਨਾਂ ਦੀ ਅਕਲ ਤੋਂ ਬਾਹਰ ਇਹ ਸੈਟਅਪ ਸੀਗੀ, ਜਿਹੜੀ ਕੰਟਰੋਲ ਉਹਨਾਂ ਨੇ ਔਖੇ ਸੌਖੇ ਜਿੱਦਾਂ ਧੱਕੇ ਨਾਲ ਕਰ ਲਈ, ਪਰ ਉਹ ਅਕਲ ਇੰਨਾ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਪਰ ਇਸ ਮਾਡਲ ਨੂੰ ਜਾ ਕੇ ਹੁਣ ਗਾਹਾਂ ਦੇ ਉਹਨਾਂ ਨੇ ਆਪਣੇ ਦੇਸ਼ ਮਲਟੀ ਕਲਚਰਲ ਬਣਾ ਲਿਆ, ਕਾਮਯਾਬ ਕਰ ਲਿਆ। ਬਿਲਕੁਲ। ਅਗਰ ਮੈਂ ਕਹਾਂ, ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਜਦੋਂ 1801 ਦੇ ਵਿੱਚ ਸਥਾਪਿਤ ਹੁੰਦਾ ਆ, ਲਾਹੌਰ ਨੂੰ ਉਹ ਰਾਜਧਾਨੀ ਬਣਾਉਂਦੇ ਨੇ,
ਤੇ ਅਗਰ ਸਿਰਫ ਆਪਾਂ ਹੁਣ ਜਿਹੜਾ ਮੈਪ ਆਪਾਂ ਦੇਖ ਰਹੇ ਹਾਂ, ਜਿਹੜਾ ਯੈਲੋ ਸ਼ੇਡਡ ਦੇ ਵਿੱਚ ਹੈਗਾ ਆ, ਇਹ ਖਾਲਸਾ ਰਾਜ ਜਿਹੜਾ ਆ ਇੱਥੇ ਤੱਕ ਚੱਲਿਆ। ਜੇ ਆਪਾਂ ਰੀਜਨ ਦੀ ਗੱਲ ਕਰੀਏ ਕਿ ਵੈਸਟ ਵਿੱਚ ਖੈਬਰ ਪਾਸ ਤੱਕ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਿੱਖ ਰਾਜ ਮੈਂ ਕਹਾਂ ਉੱਥੇ ਤੱਕ ਰਿਹਾ ਆ। ਨਾਰਥ ਵਿੱਚ ਸਾਰਾ ਕਸ਼ਮੀਰ ਜਿਹੜਾ ਆ ਉਹ ਇਹਦੇ ਵਿੱਚ ਆ ਜਾਂਦਾ ਆ। ਦੱਖਣ ਦੇ ਵਿੱਚ ਸਾਰਾ ਸਾਊਥ ਦੇ ਵਿੱਚ ਜਿਹੜਾ ਸਾਰਾ ਸਿੰਧ ਆ ਤਾਂ ਉਹ ਇਸ ਰਾਜ ਵਿੱਚ ਆਇਆ। ਤੇ ਈਸਟ ਵਿੱਚ ਸਾਰਾ ਦਾ ਸਾਰਾ ਜਿਹੜਾ ਤਿੱਬਤ ਆ ਉਹਦੇ ਵਿੱਚ ਉਹ ਵੀ ਇਹ ਸਿੱਖ ਰਾਜ ਦੇ ਵਿੱਚ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੇ ਵਿੱਚ। ਤਾਂ ਚਲੋ ਹੌਲੀ ਹੌਲੀ ਉਹਨਾਂ ਦੀ ਵੀ ਆਪਸ ਵਿੱਚ ਚਲੋ ਜਿੱਦਾਂ ਵੀ ਬਾਅਦ ਵਿੱਚ ਡਿਫਰੈਂਸ਼ੀਏਟ ਹੋ ਕੇ ਤਾਂ ਕੁਛ ਚੀਜ਼ਾਂ ਜਿਹੜੇ ਨਕਸ਼ੇ ਨੇ ਉਹ ਬਦਲਦੇ ਰਹੇ ਨੇ। ਬਟ ਇਹ ਜਿਹੜਾ ਸਿੱਖ ਰਾਜ ਦਾ ਇੱਕ ਜਿਹੜਾ ਨਕਸ਼ਾ ਸਾਹਮਣੇ ਆਇਆ। ਬਟ ਹੁਣ ਇਹਦੇ ਵਿੱਚ ਅਗਰ ਆਪਾਂ ਉਸ ਟਾਈਮ ਦੀ ਗੱਲ ਕਰੀਏ, ਜਿਹੜੀ ਤੁਸੀਂ ਮਲਟੀਕਲਚਰਿਜ਼ਮ ਦੀ ਗੱਲ ਕੀਤੀ ਆ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਜਾਂ ਸਿੱਖ ਰਾਜ 'ਚ ਰਹੀ ਹੈ, ਤਾਂ ਪੰਜਾਬ ਦੇ ਵਿੱਚ ਚਲੋ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਰਹੀ ਹੈ। ਬਟ ਹੁਣ ਅਗਰ ਆਪਾਂ ਸਿੱਖ ਰਾਜ ਦੇ ਟਾਈਮ ਦੀ ਗੱਲ ਕਰੀਏ ਤਾਂ ਸਿਰਫ 10 ਤੋਂ 12% ਪਾਪੂਲੇਸ਼ਨ ਹੀ ਜਿਹੜੀ ਸੀਗੀ ਉਹ ਸਿੱਖ ਸੀਗੀ। ਜਦੋਂ ਸਿੱਖ ਰਾਜ ਵੀ ਰਿਹਾ ਆ ਪੰਜਾਬ ਦੇ ਵਿੱਚ, 80% ਪਾਪੂਲੇਸ਼ਨ ਜਿਹੜੀ ਸੀਗੀ ਉਹ ਮੁਸਲਿਮ ਸੀਗੀ ਤੇ 10% ਪਾਪੂਲੇਸ਼ਨ ਜਿਹੜੀ ਸੀਗੀ ਉਹ ਹਿੰਦੂ ਭਾਈਚਾਰੇ ਦੀ ਸੀਗੀ। ਹੁਣ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਅੱਜ ਅਸੀਂ ਕਹਿ ਦਿੰਦੇ ਕਿ ਅਸੀਂ ਮਾਈਨੋਰਿਟੀ ਆ ਜੀ, ਅਸੀਂ ਆਪਣੇ ਆਪ ਨੂੰ ਇੱਕ ਵਿਕਟਮ ਪਲੇ ਕਰਦੇ ਆ। ਬਟ ਸਾਡੇ ਯੋਧਿਆਂ ਦੇ ਵਿੱਚ ਸਾਡੀ ਇੱਕ ਰਾਜਨੀਤੀ, ਕੂਟਨੀਤੀ, ਮੈਂ ਕਹਾਂ ਰਾਜਨੀਤੀ ਜਿਹੜੀ ਸੀ ਧਰਮ ਦੇ ਹੇਠ ਚੱਲਣ ਵਾਲੀ ਜਿਹੜੀ ਰਾਜਨੀਤੀ ਸੀਗੀ ਉਹ ਇੰਨੀ ਜ਼ਬਰਦਸਤ ਸੀਗੀ ਕਿ ਆਪਣੇ ਸਿੱਖਾਂ ਨੇ 80% ਜਿਹੜੇ 90% ਮੈਂ ਕਹਾਂ ਜਿਹੜੀਆਂ ਦੂਜੀਆਂ ਕੌਮਾਂ ਸੀਗੀਆਂ ਉਹਨਾਂ ਦੇ ਉੱਤੇ ਜਾਂ ਉਹਨਾਂ ਦੇ ਨਾਲ ਰਲ ਕੇ ਜਿਹੜਾ ਸੀਗਾ ਉਹ ਰਾਜ ਕੀਤਾ, ਔਰ ਕੋਈ ਵਿਤਕਰਾ ਨਹੀਂ ਕੀਤਾ। ਔਰ ਐਸਾ ਰਾਜ ਸੀਗਾ ਕਿ ਅੱਜ ਦੇ ਸਮੇਂ ਵਿੱਚ ਵੀ ਜਿਹੜੇ ਸਾਰੇ ਮੁਸਲਿਮ ਭਾਈਚਾਰੇ ਨੇ ਪਾਕਿਸਤਾਨ ਦੇ ਵਿੱਚ, ਜਿਹੜਾ ਹੁਣ ਪੰਜਾਬ ਜਾ ਚੁੱਕਾ ਆ, ਉਹ ਅੱਜ ਵੀ ਜਿਹੜੀ ਦੁਨੀਆ ਆ ਉਸ ਰਾਜ ਨੂੰ ਯਾਦ ਕਰਦੀ ਆ। ਤਾਂ ਡੈਫੀਨੇਟਲੀ ਇਹ ਇੱਕ ਬੜਾ ਵੱਡਾ ਐਗਜ਼ਾਮਪਲ ਸੀਗਾ। ਅਸੀਂ ਪਹਿਲੇ ਐਪੀਸੋਡ 'ਚ ਵੀ ਗੱਲ ਕੀਤੀ ਸੀਗੀ ਕਿ ਜਿਹੜਾ ਹਿੰਦੂ ਤੇ ਮੁਸਲਿਮ ਪਾਪੂਲੇਸ਼ਨ ਜਿਹੜੀ ਸੀਗੀ ਭਾਰਤ ਦੇ ਦੂਜੇ ਪਾਸਿਆਂ 'ਚ ਵੀ ਰਹਿੰਦੀ ਸੀਗੀ। ਜਿੱਦਾਂ ਹੁਣ ਅਸੀਂ ਅਗਲੇ ਮੈਪ 'ਚ ਗੱਲ ਕਰਾਂਗੇ ਕਿ ਨਿਜ਼ਾਮ ਜਾਂ ਹੋਰ ਜਿਹੜੇ ਇਲਾਕੇ ਸੀਗੇ ਜਿੱਥੇ, ਜੇ ਅਸੀਂ ਭਾਰਤ ਦੇ ਮੈਪ 'ਚ ਜਾਂਦੇ, ਹੁਣ ਤੁਸੀਂ ਜਿੱਦਾਂ ਆਹ ਮੈਪ 'ਚ ਦੇਖ ਸਕਦੇ ਹੋ ਕਿ ਦੱਖਣ ਵਾਲੇ ਪਾਸੇ ਨਿਜ਼ਾਮ ਆ, ਜਿੱਥੇ ਮੈਜੋਰਟੀ ਆਫ ਜਿਹੜੀ ਆ ਮੁਸਲਿਮ ਪਾਪੂਲੇਸ਼ਨ ਹੈਗੀ ਆ, ਹਨਾ, ਜਾਂ ਹੈਦਰਾਬਾਦ ਆ ਜਾਂ ਮੈਸੂਰ ਆ ਜਾਂ ਥੋੜਾ ਬਹੁਤ ਜਿਹੜਾ ਬੁੰਦੇਲਖੰਡ ਸੀਗਾ, ਇਹਦੇ ਵਿੱਚ ਵੀ ਮੁਸਲਿਮ ਪਾਪੂਲੇਸ਼ਨ ਸੀਗੀ। ਬਟ ਉੱਥੇ ਆਮ ਤੌਰ ਤੇ ਹੀ ਮੁਸਲਿਮ ਪਾਪੂਲੇਸ਼ਨ ਦਾ ਹਿੰਦੂ ਭਾਈਚਾਰੇ ਦੇ ਨਾਲ ਝੜਪਾਂ ਜਿਹੜੀਆਂ ਨੇ ਹੁੰਦੀਆਂ ਰਹਿੰਦੀਆਂ ਸੀਗੀਆਂ। ਬਟ ਸਿਰਫ ਤੇ ਸਿਰਫ ਜਿਹੜੀ ਉੱਤਰ ਵਿੱਚ, ਨਾਰਥ ਵਿੱਚ, ਜਿੱਥੇ ਪੰਜਾਬ ਸੀਗਾ, ਜਿੱਥੇ ਤਿੰਨੋਂ ਭਾਈਚਾਰੇ ਆਪਸ ਵਿੱਚ ਰਲ ਮਿਲ ਕੇ ਆਪਣੇ ਆਪ ਨੂੰ ਪੰਜਾਬੀ ਕਹਿ ਕੇ ਰਹਿੰਦੇ ਹੁੰਦੇ ਸੀਗੇ। ਭਾਵੇਂ ਤੁਸੀਂ ਜਿਹੜੇ ਮਰਜ਼ੀ ਧਰਮ ਦੇ ਹੋਣ, ਮਗਰ ਉਹ ਆਪਣੇ ਆਪ ਨੂੰ ਸਾਰੇ ਪੰਜਾਬੀ ਕਹਿੰਦੇ ਹੁੰਦੇ ਸੀਗੇ, ਹਨਾ ਭਾਈ ਸਾਹਿਬ ਜੀ? ਸਹੀ ਗੱਲ ਹੈ। ਉਹ ਇਹਦੇ ਕਾਰਨ ਸੀਗੇ ਹਨਾ, ਕਿਉਂਕਿ ਜਿਹੜੀ ਸਿੱਖਾਂ ਦਾ ਤੌਰ ਤਰੀਕਾ ਕੰਮ ਕਰਨੇ ਦਾ ਉਹ ਇਸ ਤਰੀਕੇ ਦਾ ਹੈਗਾ ਕਿ ਜਿਹਦੇ ਨਾਲ ਸਰਬੱਤ ਦੇ ਭਲੇ ਦੀ ਗੱਲ ਅਸੀਂ ਸੋਚੀ ਦੀ ਆ, ਕਰੀ ਦੀ ਵੀ ਆ, ਅਤੇ ਇਹ ਕਰਨੀ ਜਿਹੜੀ ਆ ਇਹ ਸਭ ਨੂੰ ਪ੍ਰਭਾਵਿਤ ਕਰਦੀ ਆ। ਸਾਡਾ ਕੋਈ ਦੁਸ਼ਮਣ ਰਹਿ ਨਹੀਂ ਜਾਂਦਾ ਜੇ ਅਸੀਂ ਭਲਾ ਕਰਦੇ ਹਾਂ। ਜੇ ਅਸੀਂ ਮਤਲਬ ਜਿਹੜੇ ਸਾਨੂੰ ਦੁਸ਼ਮਣ ਸਮਝਦੇ ਆ ਉਹਨਾਂ ਦਾ ਵੀ ਭਲਾ ਕਰ ਦਈਏ ਤਾਂ ਉਹ ਦੁਸ਼ਮਣੀ ਤਾਂ ਖਤਮ ਹੋ ਜਾਂਦੀ ਆ। ਇਹ ਰੀਤ ਜਿਹੜੀ ਇਹ ਖਾਲਸਾ ਰਾਜ ਨੇ ਦੁਨੀਆ ਨੂੰ ਦਿੱਤੀ ਕਿ ਤੁਸੀਂ ਸਰਬੱਤ ਦਾ ਭਲਾ ਕਰੋ, ਤਾਂ ਹਰ ਇੱਕ ਦੇ ਵਿੱਚ ਰੱਬ ਦੀ ਜੋਤ ਆ, ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗੁਣ ਹੈਗਾ, ਅਤੇ ਉਹਨਾਂ ਗੁਣਾਂ ਨੂੰ ਉਭਾਰ ਕੇ ਲਿਆਓ, ਉਹਨਾਂ ਗੁਣਾਂ ਨੂੰ ਉਹਨਾਂ ਚੋਂ ਕੱਢ ਕੇ ਸਾਂਝੇ ਕਰੋ, ਤਾਂ ਉਹ ਸਾਰੇ ਪ੍ਰਵਾਨ ਹੈਗੇ ਆ। ਅਤੇ ਇਸੇ ਕਰਕੇ ਜੇ ਕੋਈ ਮਤਲਬ ਗਲਤ ਕੰਮ ਕਰ ਰਿਹਾ ਕੋਈ, ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਦਬਾਇਆ ਵੀ, ਸਮਝਾਇਆ ਵੀ ਅਤੇ ਸਹੀ ਮਾਰਗ ਤੇ ਲਿਆਂਦਾ। ਅਤੇ ਇਸ ਤਰੀਕੇ ਨਾਲ ਉਹਨਾਂ ਦੇ ਵਿੱਚੋਂ ਬੁਰਾਈਆਂ ਨੂੰ ਕੱਢਿਆ ਗਿਆ ਤੇ ਉਹਨਾਂ ਦੇ ਧਰਮ ਅਨੁਸਾਰ ਹੀ ਉਹਨਾਂ ਨੂੰ ਵਧੀਆ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ ਗਿਆ। ਬਿਲਕੁਲ ਬਿਲਕੁਲ ਭਾਈ ਸਾਹਿਬ ਜੀ, ਜਦੋਂ ਹੁਣ ਆਪਾਂ ਜਦੋਂ ਸਿੱਖ ਰਾਜ ਦੀ ਗੱਲ ਕਰਦੇ ਹਾਂ, ਆਪਾਂ ਇਹਦੇ ਉੱਤੇ ਇੱਕ ਪ੍ਰੋਪਰ ਜਿਹੜਾ ਇੱਕ ਐਪੀਸੋਡ ਕਰਾਂਗੇ ਕਿ ਜਦੋਂ ਵੀ ਸਿੱਖ ਰਾਜ ਦੇ ਉੱਤੇ ਗੱਲ ਕਰਾਂਗੇ ਕਿ ਉਹਦੇ ਵਿੱਚ ਕੀ ਕੁਛ ਸੀਗਾ, ਕਿਉਂਕਿ ਬਹੁਤ ਕੁਛ ਸਿੱਖ ਰਾਜ ਦੇ ਜਿਹੜੇ ਟਾਈਮ ਦੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦੀ ਜਿਹੜੀ ਗੱਲਾਂ ਨੇ, ਕਿਉਂਕਿ ਉਹਦੇ ਵਿੱਚ ਜਿਹੜੇ ਵਿਦੇਸ਼ੀ ਵੀ ਬਹੁਤ ਸੀਗੇ, ਯੂਰੋਪੀਅਨ ਬਹੁਤ ਸੀਗੇ, ਜਿਹੜੇ ਉਹਨਾਂ ਦੇ ਰਾਜ ਵਿੱਚ ਫਰੈਂਚ ਪੜ੍ਹਾਈ ਜਾਂਦੀ ਸੀਗੀ, ਹੋਰ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਸੀਗੀਆਂ। ਹੁਣ ਅਗਰ ਆਪਾਂ ਆਹ ਜਿਹੜੇ ਮੈਪ ਦੀ ਮੈਂ ਗੱਲ ਕਰਾਂ ਜੀ, ਇਹ ਮੈਪ 47 ਤੋਂ ਪਹਿਲਾਂ ਦਾ ਮੈਪ ਹੈ, ਕਰੀਬਨ ਮੈਂ ਕਹਾਂ 18th ਸੈਂਚੁਰੀ ਦਾ ਮੈਪ ਹੈ ਭਾਰਤ ਦਾ। ਹੁਣ ਇੱਥੇ
ਅੰਗਰੇਜ਼ਾਂ ਅਸੀਂ ਇਹ ਦੇਖੋ ਕਹਿਣਾ ਚਾਹੁੰਦੇ ਕਿ ਭਾਰਤ ਕਦੇ ਵੀ ਤੁਸੀਂ ਆਪ ਇਸ ਚੀਜ਼ ਦੇ ਉੱਤੇ ਨਤੀਜੇ ਤੇ ਪਹੁੰਚੋਗੇ ਜਿਹੜੇ ਸਾਡੇ ਵਿਊਅਰਸ ਨੇ, ਕਿ ਭਾਰਤ ਕਦੇ ਵੀ ਇੱਕ ਦੇਸ਼ ਨਹੀਂ ਸੀਗਾ, ਇੱਕ ਮੁਲਕ ਨਹੀਂ ਸੀਗਾ, ਉਹ ਇੱਕ ਐਜ਼ ਏ ਕੰਟੀਨੈਂਟ ਸੀਗਾ। ਇਟ ਵਾਸ ਏ ਮਿਕਸਚਰ ਆਫ ਕਲਚਰਸ, ਕਿ ਜਿੱਦਾਂ ਆਪਾਂ ਅੱਗੇ ਜਾ ਕੇ ਉਹਦੀ ਵੀ ਗੱਲ ਕਰਾਂਗੇ, ਯੂਰੋਪੀਅਨ ਮਾਡਲਸ ਜਾਂ ਫਿਰ ਜਿਹੜਾ ਅਫਰੀਕਾ ਦੇ ਕੰਟੀਨੈਂਟਸ ਨੇਗੇ, ਉਸ ਮਾਡਲ ਤੇ ਇਹਨੂੰ ਆਪਾਂ ਦੇਖਦੇ ਹਾਂ ਕਿ ਜਿੱਥੇ ਵੱਖਰੇ ਵੱਖਰੇ ਛੋਟੇ ਆਪਣੇ ਕਲਚਰਸ ਦੇ ਲੋਕ ਰਹਿੰਦੇ ਸੀ, ਵੱਖਰੇ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਸੀਗੇ, ਭਾਵੇਂ ਉਹ ਦਿਖਣ ਨੂੰ ਇੱਕ ਜੈਸੇ ਸੀਗੇ, ਬਰਾਊਨ ਪੀਪਲ ਸੀਗੇ ਜਾਂ ਕੁਝ ਘੱਟ ਕਾਲੇ ਕੁਝ ਫੇਅਰ ਸੀਗੇ, ਉਹਨਾਂ ਦਾ ਰੰਗ ਇੱਕ ਜੈਸਾ ਸੀਗਾ, ਬਟ ਉਹਨਾਂ ਦੇ ਵਿੱਚ ਸਮਾਨਤਾ ਕੋਈ ਵੀ ਨਹੀਂ ਸੀਗੀ। ਭਾਵੇਂ ਭਾਸ਼ਾ ਨੂੰ ਲੈ ਕੇ ਲੈ ਲਓ, ਕਲਚਰ ਨੂੰ ਲੈ ਕੇ ਦੇਖ ਲਓ। ਹੁਣ ਇੱਥੇ ਅਗਰ ਆਪਾਂ ਗੱਲ ਕਰੀਏ ਉੱਤਰ ਦੇ ਵਿੱਚ, ਨਾਰਥ ਦੇ ਵਿੱਚ, ਤੁਸੀਂ ਦੇਖ ਰਹੇ ਹੋ ਕਿ ਨਾਰਥ ਦੇ ਵਿੱਚ ਅਫਗਾਨ ਜਿਹੜੇ ਨੇ, ਅਫਗਾਨਾਂ ਤੋਂ ਥੱਲੇ ਆ ਜਾਈਏ, ਉੱਥੇ ਸਿੱਖ ਰਹਿੰਦੇ ਹੁੰਦੇ ਸੀਗੇ। ਉਹ ਆਪਾਂ ਉਹਨੂੰ ਕਹਿ ਦਈਏ ਸਿੱਖ ਕਿੰਗਡਮ ਸੀਗੀ। ਉਹਦੇ ਥੱਲੇ ਤੁਸੀਂ ਦੇਖ ਰਹੇ ਹੋ ਇੱਕ ਸਾਈਡ ਦੇ ਉੱਤੇ ਨੇਪਾਲ ਹੈ। ਨੇਪਾਲ ਵੀ ਜਿਹੜਾ ਆ ਉਹ ਸ਼ੁਰੂ ਤੋਂ ਹਿੰਦੂ ਪ੍ਰਭਾਵੀ ਜਾਂ ਜਿਹੜੇ ਸਨਾਤਨ ਧਰਮੀ ਨੇ ਉਹੀ ਰਹੇ ਨੇ। ਤਾਂ ਉਹਦੇ ਨਾਲ ਤੁਸੀਂ ਆ ਜਾਓ ਰਾਜਪੂਤਾਂ ਦੇ ਨਾਲ ਸੱਜੇ ਪਾਸੇ ਇੱਕ ਆ ਗਿਆ ਸਿੰਧ, ਤਾਂ ਸਿੰਧ ਦੇ ਥੱਲੇ ਮਰਾਠੇ। ਹੁਣ ਇਹ ਜਿਹੜਾ ਮੈਪ ਹੈ ਨਾ ਜੀ, ਇਹ ਸਿਰਫ ਇੱਕ ਸਮੇਂ ਦਾ ਆ ਮੈਪ। ਇਹ ਮੈਪ ਜਿਹੜੇ ਨੇ ਭਾਈ ਸਾਹਿਬ ਜੀ, ਇਹ ਬਦਲਦੇ ਰਹੇ ਨੇ ਇਤਿਹਾਸ ਦੇ ਨਾਲ ਨਾਲ, ਕਿਉਂਕਿ ਉਹ ਸਮਾਂ ਐਸਾ ਸੀਗਾ 18ਵੀਂ ਸਦੀ ਦਾ, ਜਦੋਂ ਜੰਗਾਂ ਚੱਲਦੀਆਂ ਸੀਗੀਆਂ। ਜਿਵੇਂ ਆਪਾਂ ਲੈ ਲਈਏ ਰਾਜਪੂਤ ਸੀਗੇ, ਉਹ ਕਈ ਵਾਰ ਸਿੱਖਾਂ ਨਾਲ ਝੜ ਪਏ, ਉਹਨਾਂ ਨੇ ਕਈ ਵਾਰ ਉਧਰਲੇ ਥਾਂ ਤੇ ਕਬਜ਼ਾ ਕੀਤਾ, ਕਈ ਵਾਰ ਮਰਾਠੇ ਜਿਹੜੇ ਸੀ ਉਹ ਦਿੱਲੀ ਤੱਕ ਆ ਗਏ ਨੇ। ਤੇ ਇਹ ਜਿਹੜੇ ਇਲਾਕੇ ਸੀਗੇ ਇਹ ਘਟਦੇ ਤਾਂ ਵੱਧਦੇ ਰਹੇ ਨੇ। ਤਾਂ ਇਹ ਇੱਕ ਸਿਰਫ ਆਈਡੀਆ ਦੇਣ ਦੇ ਲਈ ਇੱਕ ਸਮੇਂ ਦਾ ਮੈਪ ਹੈਗਾ ਆ ਕਿ ਕਿਹੜੀਆਂ ਕਿਹੜੀਆਂ ਕੌਮਾਂ ਸੀਗੀਆਂ ਜਾਂ ਕਿਹੜੇ ਕਿਹੜੇ ਕਮਿਊਨਿਟੀ ਸੀਗੀਆਂ ਜਿਹੜੀਆਂ ਭਾਰਤ ਦੇ ਵਿੱਚ ਜਾਂ ਜਿਨ੍ਹਾਂ ਨੇ ਆਪਣੇ ਇਲਾਕੇ ਵਿੱਚ ਰਹਿੰਦਾ ਸੀ। ਔਰ ਸੇਮ ਹੀ ਮਾਡਲ ਆਪਾਂ ਨੂੰ ਯੂਰਪ ਦਾ ਵੀ ਦੇਖਣ ਨੂੰ ਮਿਲਦਾ ਕਿ ਉੱਥੇ ਫਰੈਂਚ ਨੇ, ਇਟਾਲੀਅਨ ਨੇ, ਜਰਮਨਸ ਨੇ, ਬ੍ਰਿਟਿਸ਼ ਨੇ, ਉਹ ਸਾਰੇ ਵੱਖਰੇ ਰਹਿੰਦੇ ਸੀ, ਬਟ ਉਹਨਾਂ 'ਚ ਇੱਕ ਦੂਜੇ ਨੂੰ ਹਰਾਉਣ ਦੀ, ਕਬਜ਼ੇ ਕਰਨ ਦੀ ਜਿਹੜੀ ਜਹਿਦ ਆ ਉਹ ਕਈ ਸਦੀਆਂ ਤੋਂ ਜਿਹੜੀ ਚੱਲਦੀ ਆ ਰਹੀ ਹੈ। ਹੁਣ ਭਾਈ ਸਾਹਿਬ ਜੀ ਹੁਣ ਆਹ ਮੈਪ ਵਿੱਚ ਦੇਖਦੇ ਆ ਕਿ ਅਸੀਂ ਆਮ ਹੀ ਆਪਣੀ ਭਾਰਤ ਜਦੋਂ ਇਤਿਹਾਸ ਦੀਆਂ ਕਿਤਾਬਾਂ ਪੜ੍ਹਦੇ ਆਣੇ ਆ, ਨਿਜ਼ਾਮ ਦੇ ਬਾਰੇ ਅਸੀਂ ਪੜ੍ਹਦੇ ਰਹੇ ਹਾਂ, ਰਾਜਪੂਤਾਂ ਦੇ ਬਾਰੇ ਵੀ ਪੜ੍ਹਦੇ ਰਹੇ ਹਾਂ, ਮਰਾਠਿਆਂ ਦੇ ਬਾਰੇ ਪੜ੍ਹਦੇ ਰਹੇ ਹਾਂ, ਥੱਲੇ ਦੇਖੀਏ ਮੈਸੂਰ ਦੇ ਬਾਰੇ ਪੜ੍ਹਦੇ ਰਹੇ ਹਾਂ, ਮਦਰਾਸ ਯੂਨਿਟ ਜਿਹੜੀ ਸੀਗੀ, ਮਦਰਾਸ ਜਿਹੜੇ ਸੀਗੇ, ਜਾਂ ਫਿਰ ਆਪਾਂ ਕਹਿ ਦਈਏ ਕਿ ਲਾਸਟ ਵਾਲਾ ਜਿਹੜਾ ਦੱਖਣ ਵਾਲਾ ਪਾਸਾ ਸੀਗਾ ਤਿਰੂਵਨੰਤਪੁਰਮ, ਇਹ ਆਪਣੀ ਵੱਖਰੇ ਇੱਕ ਰਾਜ ਰਹੇ ਨੇ। ਭਾਵੇਂ ਬੁੰਦੇਲਖੰਡ ਲੈ ਲਈਏ, ਇਹ ਇੱਕ ਬੜਾ ਅਸੀਂ ਹਿਸਟਰੀ ਦੀ ਕਿਤਾਬਾਂ 'ਚ ਪੜ੍ਹਿਆ ਆ ਕਿ ਇੱਕ ਉਹ ਵੀ ਇੱਕ ਵੱਖਰੇ ਇੱਕ ਉਹਨਾਂ ਦੇ ਰਾਜ ਹੁੰਦੇ ਸੀ, ਉਹਨਾਂ ਦੇ ਰਾਜੇ ਹੁੰਦੇ ਸੀ, ਮਹਾਰਾਜੇ ਹੁੰਦੇ ਸੀ, ਜਿਹੜੀ ਆਪਣੀ ਵੱਖਰੀ ਸੰਤਨਤ ਚਲਾਉਂਦੇ ਸੀ। ਔਰ ਇਹ ਆਪਸ ਵਿੱਚ ਭਾਈ ਸਾਹਿਬ ਜੀ ਕਿਤੇ ਵੀ ਜਿਹੜੇ ਸੀਗੇ ਇਹਨਾਂ ਦਾ ਕਨੈਕਸ਼ਨ ਨਹੀਂ ਸੀਗਾ। ਇਹਨਾਂ ਦਾ ਖਾਣਾ ਪੀਣਾ ਵੱਖਰਾ ਸੀਗਾ, ਇਹ ਅੱਜ ਵੀ ਹੈਗਾ ਆ। ਇਹਨਾਂ ਦੇ ਪਹਿਨਾਵੇ ਵੱਖਰੇ ਸੀਗੇ, ਭਾਸ਼ਾਵਾਂ ਵੱਖਰੀਆਂ ਸੀਗੀਆਂ, ਕਿਤੇ ਵੀ ਇਹਨਾਂ ਦੀ ਸਿਮਿਲੈਰਿਟੀ ਨਹੀਂ ਸੀਗੀ। ਸਿਰਫ ਇਹੀ ਸੀਗਾ ਕਿ ਇੱਕ ਕੰਟੀਨੈਂਟ ਵਿੱਚ ਰਹਿ ਰਹੇ ਨੇ। ਹਾਂਜੀ, ਇਹ ਦੇਖੋ ਹੁਣ ਇਹ ਤਾਂ ਸਹੀ ਗੱਲ ਆ ਕਿ ਇਹ ਹੁਣ ਪੁਰਾਣੇ ਸਮਿਆਂ ਦੇ ਵਿੱਚ ਇੰਨਾ ਕਮਿਊਨੀਕੇਸ਼ਨ ਵੀ ਨਹੀਂ ਸੀਗਾ। ਹੁਣ ਆ ਕੇ ਕਮਿਊਨੀਕੇਸ਼ਨ ਵਧਿਆ ਅਤੇ ਇਹ ਚੀਜ਼ਾਂ ਹੋਈਆਂ। ਨਹੀਂ ਤੇ ਮਤਲਬ ਸਿਆਣੇ ਕਹਿੰਦੇ ਸੀ 12 ਕੋਹਾਂ ਤੇ ਜਾ ਕੇ ਬੋਲੀ ਬਦਲ ਜਾਂਦੀ ਆ, ਅਤੇ ਲੋਕ ਆਪਣੇ ਘਰਾਂ ਤੋਂ, ਆਪਣੇ ਪਿੰਡਾਂ ਤੋਂ ਜਾਂ ਆਪਣੇ ਇਲਾਕੇ ਚੋਂ, ਆਪਣੇ ਸ਼ਹਿਰ ਚੋਂ ਬਾਹਲਾ ਦੂਰ ਨਹੀਂ ਜਾਂਦੇ ਹੈ। ਲੋਕਲ ਹੀ ਰਹਿੰਦੇ ਸੀਗੇ ਜਿਹੜੇ ਪੁਰਾਣੇ ਪਿਛਲੀ ਸਦੀ ਦੇ ਲੈ ਲਓ, ਉਹ ਤੋਂ ਪਹਿਲੀਆਂ ਸਦੀਆਂ ਤਾਂ ਜ਼ਿਆਦਾ ਹੀ ਸੀਗੇ। ਅਤੇ ਉਹਨਾਂ ਇਲਾਕਿਆਂ ਦੇ ਵਿੱਚ ਉਸੇ ਲੋਕੈਲਿਟੀ ਦੇ ਵਿੱਚ ਉਹਨਾਂ ਦੇ ਰਾਜ ਹੁੰਦੇ ਸੀਗੇ, ਉਹਨਾਂ ਦਾ ਚੱਲਦਾ ਸੀਗਾ ਹੁਕਮ, ਅਤੇ ਆਪੋ ਆਪਣੀ ਸੰਸਕ੍ਰਿਤੀ, ਆਪੋ ਆਪਣੇ ਤੌਰ ਤਰੀਕੇ, ਆਪੋ ਆਪਣੀ ਬੋਲੀ, ਆਪੋ ਆਪਣੀਆਂ ਖਾਣੇ ਉਹ ਖਾਂਦੇ ਸੀਗੇ ਅਤੇ ਖੁਸ਼ ਸੀਗੇ। ਅਤੇ ਹਿੰਦੁਸਤਾਨ ਅਸ਼ੋਕ ਤੋਂ ਬਾਅਦ ਇਹ ਕਦੇ ਉਹ ਤੋਂ ਪਹਿਲਾਂ ਵੀ ਨਾ ਇਹ ਇੱਕ ਰਾਜ ਰਿਹਾ, ਨਾ ਉਹ ਤੋਂ ਬਾਅਦ ਵੀ ਇਹ ਮਤਲਬ ਛੋਟੇ ਛੋਟਿਆਂ ਰਾਜਾਂ ਦੇ ਵਿੱਚ, ਛੋਟੇ ਛੋਟੀਆਂ ਸਟੇਟਾਂ ਦੇ ਵਿੱਚ ਰਾਜੇ ਜਿਹੜੇ ਆਏ ਦਿਨ ਇੱਕ ਦੂਜੇ ਨਾਲ ਲੜਦੇ ਵੀ ਸੀਗੇ, ਉਹਨਾਂ ਦੇ ਇੱਕ ਦੂਜੇ ਪਰਿਵਾਰਾਂ ਦੇ ਵਿੱਚ ਵਿਆਹ ਵੀ ਹੁੰਦੇ ਸੀਗੇ, ਅਤੇ ਇਸ ਤਰੀਕੇ ਨਾਲ ਇਹ ਛੋਟੇ ਛੋਟਿਆਂ ਹਿੱਸਿਆਂ ਦੇ ਵਿੱਚ ਇੰਡੀਆ ਹੁਣ ਤੱਕ ਵੰਡਿਆ ਰਿਹਾ। ਤੇ ਇਹ ਤੇ ਗੋਰਿਆਂ ਨੇ ਆ ਕੇ ਇੱਕ ਪਹਿਲਾਂ ਤਾਂ ਬੋਲੀ ਤਿਆਰ ਕੀਤੀ, ਉਹ ਅਜੇ ਨੂੰ ਅੱਜ ਕੱਲ੍ਹ ਕਹਿ ਦਿੰਦੇ ਆ। ਇਹ ਮਤਲਬ ਕਿਸੇ ਸਕਾਟਲੈਂਡ ਦਾ ਕੋਈ ਵਿਦਵਾਨ ਗੋਰਾ ਲਿਆਂਦਾ ਜਿਹੜਾ 20-25 ਲੈਂਗੁਏਜਾਂ ਜਾਣਦਾ ਸੀਗਾ, ਉਹਨਾਂ ਆ ਕੇ ਇੱਕ ਨਵੀਂ ਭਾਸ਼ਾ ਤਿਆਰ ਕਰਤੀ। ਹੁਣ ਵਾਸਤਵ ਦੇ ਵਿੱਚ ਇਹ ਗੋਰਿਆਂ ਦੀ ਬਣਾਈ ਹੋਈ ਭਾਸ਼ਾ ਹੈ, ਜਿਹਦੇ ਵਿੱਚ ਉਹਨਾਂ ਨੂੰ ਕਮਿਊਨੀਕੇਸ਼ਨ ਕਰਨਾ ਸੌਖਾ ਲੱਗਦਾ ਸੀਗਾ। ਨਾ ਉਹ ਬੰਗਾਲੀ, ਮਰਾਠੀ, ਤਾਮਿਲ ਨਾਡੂ, ਪੰਜਾਬੀ, ਇਹ ਨੇਪਾਲੀ, ਇਹ ਸਾਰਾ ਕੁਝ ਤਾਂ ਉਹ ਬੋਲ ਨਹੀਂ ਸਕਦੇ ਹੈ। ਉਹਨਾਂ ਨੇ ਇਸ ਕਰਕੇ ਉਹ ਹਿੰਦੁਸਤਾਨੀ ਜਿਹੀ ਇੱਕ ਭਾਸ਼ਾ ਤਿਆਰ ਕਰ ਲਈ, ਸੌਖੀ ਜੀ,
ਤੇ ਉਹ ਬਾਅਦ ਦੇ ਵਿੱਚ ਆ ਕੇ ਉਰਦੂ ਅਤੇ ਹਿੰਦੂ ਦੇ ਰੂਪ ਦੇ ਵਿੱਚ ਤਾਂ ਹੈਗੀ ਉਹੀ ਅੱਖਰ ਹੈਗੇ ਆ ਚੱਲਦੇ ਉਹਦੇ ਸਾਂਝੇ। ਉਹ ਉਹਨਾਂ ਨੇ ਆਪਣੇ ਕਮਿਊਨੀਕੇਸ਼ਨ ਸਟਾਈਲ ਵਾਸਤੇ ਉਹ ਇੱਕ ਭਾਸ਼ਾ ਸਾਰਿਆਂ ਨੂੰ ਉਹਦੇ ਨਾਲ ਹੀ ਦਵੱਲੀ ਗਏ ਆ। ਅਤੇ ਇਹਨਾਂ ਦੀਆਂ ਵੱਖੋ ਵੱਖਰੀਆਂ ਭਾਸ਼ਾਵਾਂ, ਵੱਖੋ ਵੱਖਰੀਆਂ ਸੰਸਕ੍ਰਿਤੀਆਂ, ਵੱਖੋ ਵੱਖਰੇ ਇਹਨਾਂ ਦੇ ਪਹਿਰਾਵੇ, ਵੱਖੋ ਵੱਖਰੇ ਖਾਣੇ ਇਹਨਾਂ ਦੇ। ਇਹ ਇੰਡੀਆ ਕਦੇ ਵੀ ਇੱਕ ਨਹੀਂ ਰਿਹਾ, ਇਹ ਹਮੇਸ਼ਾ ਹੀ ਇੱਕ ਮਲਟੀਕਲਚਰਲ ਜਿਹਾ ਦੇਸ਼ ਰਿਹਾ। ਠੀਕ ਹੈ, ਇਹਦੇ ਵਿੱਚ ਵਿਚਾਰਧਾਰਾ ਜਿਹੜੀ ਸੀ ਧਾਰਮਿਕ ਤੌਰ ਦੇ ਉੱਤੇ ਉਹ ਜਾਂ ਹਿੰਦੂ ਰਹੇ ਜਾਂ ਬੋਧੀ ਆ ਗਏ ਜਾਂ ਜੈਨੀ ਰਹੇ, ਫਿਰ ਮਤਲਬ ਇਹਦੇ ਵਿੱਚ ਸਿੱਖ ਧਰਮ ਵੀ ਆ ਕੇ ਸ਼ਾਮਿਲ ਹੋ ਗਿਆ। ਅਤੇ ਇਸ ਤਰੀਕੇ ਨਾਲ ਇਹ ਸਮਝਦੇ ਕਿ ਉਹ ਇੱਕ ਨਹੀਂ ਹੈ, ਪਰ ਉਹ ਇੱਕ ਹੁੰਦੇ ਹੋਏ ਵੀ ਉਹ ਮਲਟੀ ਦੇਸ਼ ਜਿਹਾ ਹੈ। ਮੈਂ ਤਾਂ ਕਹੂੰਗਾ ਜੇ ਇਹਨੂੰ ਇੰਡੀਆ ਨੂੰ ਚਲਾਉਣਾ ਹੋਵੇ ਕਿਸੇ ਨੇ ਤਾਂ ਉਹ ਇੰਡੀਆ ਚੱਲੂਗਾ ਸਭ ਤੋਂ ਵਧੀਆ ਜੇ ਫੈਡਰਲ ਸਿਸਟਮ ਦੇ ਨਾਲ ਚਲਾਉਣ, ਕਿ ਜਿਹੜੇ ਲੋਕ ਜਿੱਦਾਂ ਦੇ ਰਵਾਇਤਾਂ 'ਚ ਹੈਗੇ ਆ ਉਹਨਾਂ ਨੂੰ ਕਹਿਣ ਕਿ ਤੁਸੀਂ ਆਪਣਾ ਜਿਹੜਾ ਹੈਗਾ ਉਹ ਹਿਸਾਬ ਕਿਤਾਬ ਦੇ ਨਾਲ ਖੁਸ਼ ਰਹੋ ਤੇ ਚੜ੍ਹਦੀਆਂ ਕਲਾਂ 'ਚ ਰਹੋ, ਜਿੱਦਾਂ ਜੀਣਾ ਤੁਸੀਂ ਜੀਵੋ। ਪਰ ਤੁਹਾਡੀ ਜਿਹੜੀ ਸਾਂਝੀ ਮਿਲਟਰੀ ਹੋਊਗੀ ਤੇ ਸਾਂਝਾ ਕਮਿਊਨੀਕੇਸ਼ਨ ਚੀਜ਼ਾਂ ਜਿਹੜੀਆਂ ਹੈਗੀਆਂ ਮੇਨ ਪੋਸਟਲ ਹੋਇਆ ਉਹ ਤੁਹਾਡੀਆਂ ਇੱਕ ਸੈਂਟਰ ਦੇ ਕੋਲ ਹੋਣਗੀਆਂ, ਬਾਕੀ ਤੁਸੀਂ ਆਪਣਾ ਖਾਓ ਤੇ ਆਪਣਾ ਕਮਾਓ ਤੇ ਆਪਣਾ ਖਰਚੋ। ਸੈਂਟਰ ਨੂੰ ਥੋੜਾ ਜਿਹਾ ਵਾਸਤੇ ਦੇ ਦਿਆ ਕਰੋ। ਹੁਣ ਇਹ ਤਾਂ ਜਿਹੜਾ 72 ਵਾਲਾ ਆਪਣੇ ਅਨੰਦਪੁਰ ਸਾਹਿਬ ਦਾ ਸੀਗਾ ਖਰੜਾ, ਇਦਾਂ ਦੀ ਮੰਗ ਕਰ ਰਿਹਾ ਸੀਗਾ, ਪਰ ਉਹਨੂੰ ਇੰਨੇ ਜ਼ਬਰਦਸਤ ਤਰੀਕੇ ਨਾਲ ਦਬਾਇਆ ਕਿ ਇਹਦੀ ਕੌਮੀ ਮਾਰਕੀਟ ਇਹਨਾਂ ਲੋਕਾਂ ਨੇ ਇਹਨਾਂ ਨੂੰ ਸਮਝ ਨਹੀਂ ਪਿਆ ਕਿ ਸਭ ਦੇ ਤੇਰੀ ਤਾਂ ਗੱਲ ਸੀਗੀ, ਉਹ ਕਿਸੇ ਦਾ ਬੁਰਾ ਕਰਨੇ ਵਿੱਚ ਆਈਡੀਆ ਨਹੀਂ ਹੈ। ਪਰ ਇਹ ਹੁਣ ਇਦਾਂ ਦੇ ਬੜੇ ਰਾਜ ਜਿਹੜੇ ਆ ਇਹ ਤੰਗਦਿਲੀ ਨਾਲ ਨਹੀਂ ਚਲਾਏ ਜਾ ਸਕਦੇ ਜਿੱਦਾਂ ਇਹ ਚਲਾਉਂਦੇ ਰਹੇ ਆ। ਜੀ ਬਿਲਕੁਲ ਆਹੀ ਚੀਜ਼ ਹੈ ਜੀ। ਦੇਖੋ ਜਿੱਦਾਂ ਹੁਣ ਆਪਾਂ ਮੈਪ ਦੇ ਵਿੱਚ ਵੀ ਦੇਖ ਰਹੇ ਹਾਂ ਜਾਂ ਜਿੱਦਾਂ ਤੁਸੀਂ ਡਿਸਕਸ ਵੀ ਕੀਤਾ ਕਿ ਮਲਟੀ ਕਲਚਰਲ ਰਿਹਾ ਆ, ਮਲਟੀ ਸਿਸਟਮ ਰਿਹਾ ਆ ਕਦੇ ਵੀ। ਹੁਣ ਜਿੱਦਾਂ ਤੁਸੀਂ ਮੈਂ ਆਪਣੀ ਹੁਣ ਗੱਲ ਕਰਾਂ ਨਿੱਜੀ ਤੌਰ ਤੇ, ਹਨਾ, ਕਿ ਮੈਂ ਪੰਜਾਬ ਦੇ ਵਿੱਚ ਬਹੁਤ ਘੱਟ ਰਿਹਾ ਆ। ਅਸੀਂ ਪੂਰੇ ਭਾਰਤ ਵਿੱਚ ਜਿਹੜਾ ਮੁਲਕ ਹੈ ਉੱਥੇ ਅਸੀਂ ਟਰੈਵਲ ਕੀਤਾ ਹੋਇਆ ਆ। ਤਾਂ ਮੈਂ ਚੇਨਈ ਦੇ ਵਿੱਚ ਵੀ ਰਿਹਾ, ਅਗਰ ਦੱਖਣ ਵਾਲੇ ਪਾਸੇ ਰਹੀਏ, ਕਿ ਅਸੀਂ ਉੱਥੋਂ ਹਰ ਸਾਲ, ਮੈਂ ਪਹਿਲਾਂ ਵੀ ਕਈ ਸ਼ੋਅ ਦੇ ਵਿੱਚ ਵੀ ਡਿਸਕਸ ਕੀਤਾ ਪਾਸਟ ਦੇ ਵਿੱਚ ਵੀ, ਕਿ ਅਸੀਂ ਜਦੋਂ ਦੱਖਣ ਤੋਂ ਨਾਰਥ ਵਿੱਚ ਆਉਂਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ ਛੁੱਟੀਆਂ ਕੱਟਣ 2 ਮਹੀਨੇ ਦੀਆਂ, ਤਾਂ ਅਸੀਂ ਦੇਖੋ ਕਿੰਨੀਆਂ ਸਟੇਟਾਂ ਟੱਪ ਕੇ ਆਉਂਦੇ ਹੁੰਦੇ ਸੀਗੇ। ਔਰ ਹਰੇਕ ਸਟੇਸ਼ਨ, ਜਦੋਂ ਵੀ ਨਵਾਂ ਕੋਈ ਸਟੇਸ਼ਨ ਹੁੰਦਾ ਸੀ ਨਾ ਭਾਈ ਸਾਹਿਬ ਜੀ, ਉਹਦੇ ਨਾਲ ਰੰਗ ਬਦਲਦਾ ਸੀਗਾ, ਫੂਡ ਬਦਲਦਾ ਸੀਗਾ, ਉਹਦੇ ਨਾਲ ਲੋਕ ਬਦਲ ਜਾਂਦੇ ਸੀਗੇ, ਭਾਸ਼ਾ ਬਦਲ ਜਾਂਦੀ ਹੁੰਦੀ ਸੀਗੀ। ਤੁਸੀਂ ਮਤਲਬ ਅਸੀਂ ਹਿਮਸਾਗਰ ਐਕਸਪ੍ਰੈਸ ਉਦੋਂ ਚੱਲਦੀ ਹੁੰਦੀ ਸੀਗੀ ਜਿਹੜੀ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਤੱਕ ਜਾਂਦੀ ਸੀਗੀ। ਅਸੀਂ ਉਹਦੇ ਵਿੱਚ ਆਉਂਦੇ ਹੁੰਦੇ ਸੀਗੇ ਤਾਂ ਉਹ ਤੁਸੀਂ ਦੇਖੋ ਕਿ ਇੱਕ ਕਾਰਨਰ ਤੋਂ ਦੂਜੇ ਕਾਰਨਰ ਤੱਕ ਟ੍ਰੇਨ ਜਾਂਦੀ ਹੈ, 3-4 ਦਿਨ ਦਾ ਸਫ਼ਰ ਹੈ। ਉਹਦੇ ਵਿੱਚ ਤੁਸੀਂ ਇੰਨੇ ਰੰਗ ਦੇਖਦੇ ਸੀਗੇ ਮੁਲਕ ਦੇ ਕਿ ਵੱਖਰੇ ਵੱਖਰੇ ਰੰਗ ਹੈ। ਹੁਣ ਅਗਰ ਅੱਜ ਅਸੀਂ ਗੱਲ ਤਾਂ ਕਰ ਰਹੇ ਹਾਂ ਕਿ ਇੱਕ ਅੱਜ ਇਸ ਮੁਲਕ ਨੂੰ ਇੱਕ ਰੰਗ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇੱਕ ਭਾਸ਼ਾ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਇਹ ਇਦਾਂ ਦਾ ਕਦੀ ਸੀਗਾ ਹੀ ਨਹੀਂ ਸਿਸਟਮ ਇੱਥੇ। ਇਹ ਤਾਂ 47 ਦੇ ਵਿੱਚ ਜਦੋਂ ਗੋਰੇ ਗਏ ਨੇ ਇੱਥੋਂ, ਉਹ ਇਸ ਮੁਲਕ ਨੂੰ ਇਹਨੂੰ ਇਸ ਕੰਟੀਨੈਂਟ ਨੂੰ ਇੱਕ ਨਾਮ, ਇੱਕ ਮੈਪ, ਜਾਂ ਕਹੀਏ ਕਿ ਇੱਕ ਲਕੀਰਾਂ ਦੇ ਕੇ ਗਏ ਨੇ ਕਿ ਭਾਈ ਆਹ ਤੁਹਾਡਾ ਭਾਰਤ ਹੈ। ਔਰ ਇਹੀ ਇੱਕ ਰੀਜ਼ਨ ਹੈ ਕਿ ਉਦੋਂ ਕੋਈ ਵੀ ਜਿਹੜੀਆਂ ਬਾਉਂਡਰੀ ਸੀਗੀਆਂ ਡਿਫਾਈਨ ਨਹੀਂ ਸੀਗੀਆਂ, ਤਾਂ ਹੀ ਨੇਪਾਲ ਦੇ ਨਾਲ ਅੱਜ ਦੀ ਡੇਟ 'ਚ ਰੌਲਾ ਪੈ ਰਿਹਾ ਆ, ਤਾਂ ਹੀ ਚੀਨ ਦੇ ਨਾਲ ਅੱਜ ਦੀ ਡੇਟ 'ਚ ਰੌਲਾ ਪੈ ਰਿਹਾ ਆ। ਚਲੋ ਪਾਕਿਸਤਾਨ ਤਾਂ ਬਣਿਆ ਹੀ ਬਾਅਦ ਵਿੱਚ ਹੈ। ਇਹਨਾਂ ਮੁਲਕਾਂ ਦੇ ਨਾਲ ਤਾਂ ਹੀ ਰੌਲਾ ਪੈ ਰਿਹਾ ਕਿ ਚੀਨ ਭਾਰਤ ਦੇ ਕਈ ਹਿੱਸੇ ਜਿਹੜੇ ਨੇ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਕਲੇਮ ਕਰਦੇ ਨੇ। ਉਹਦਾ ਰੀਜ਼ਨ ਹੀ ਇਹ ਹੈ ਕਿ ਪਹਿਲਾਂ ਦੇਖੋ ਸਿਰਫ ਇੱਕ ਕਲਚਰ ਹੁੰਦੀ ਸੀ। ਬੁੰਦੇਲਖੰਡ ਹੈ ਜਿਹੜਾ ਸਾਰਾ ਕਿ ਸਾਰਾ ਜਿਹਨੂੰ ਅੱਜ ਉਹ ਅਸਾਮ ਤੱਕ ਜਾਂਦਾ, ਪਿੱਛੇ ਬੰਗਾਲ ਤੱਕ ਜਾਂਦਾ, ਕਲਕੱਤਾ ਤੱਕ ਹੈ। ਉਸ ਤੋਂ ਬਾਅਦ ਰਾਜਪੂਤਾਂ ਦਾ ਇਲਾਕਾ ਹੈ। ਬਟ ਇਹ ਆਪਸ ਵਿੱਚ ਲੜ ਕੇ, ਆਪਸ ਵਿੱਚ ਇੱਕ ਦੂਜੇ ਤੇ ਕਬਜ਼ੇ ਕਰਕੇ ਤੇ ਇਹ ਇਲਾਕੇ ਜਿਹੜੇ ਸੀਗੇ ਬਦਲਦੇ ਰਹਿੰਦੇ ਹੁੰਦੇ ਸੀਗੇ ਤੇ ਇਹਨਾਂ ਦੇ ਨਕਸ਼ੇ ਜਿਹੜੇ ਉਹ ਬਦਲਦੇ ਰਹਿੰਦੇ ਸੀਗੇ। ਬਟ ਇਹ ਕਲਚਰਸ ਜਿਹੜੀਆਂ ਨੇ ਡਿਫਰੈਂਟ ਰਹਿੰਦੀਆਂ ਸੀਗੀਆਂ। ਹੁਣ ਅਸੀਂ ਅਗਰ ਇਸ ਤੋਂ ਅਗਲੇ ਮੈਪ ਦੇ ਉੱਤੇ ਜਾਈਏ, ਕਿ ਅਗਰ ਆਪਾਂ ਗੱਲ ਕਰੀਏ ਕਿ ਹੁਣ ਦੇਖੋ ਗੋਰਿਆਂ ਨੇ ਇਹ ਇਕੱਲੇ ਸੂਬੇ ਨੂੰ, ਇਕੱਲੇ ਰਾਜ ਨੂੰ ਜਿੱਤਿਆ, ਉਹਨਾਂ ਨੇ ਸਾਰਾ ਜਿੱਤਿਆ ਨਹੀਂ ਹੈ। ਉਹਨਾਂ ਨੇ ਮਤਲਬ ਕੱਲੀ ਸਟੇਟ, ਕੱਲਾ ਰਾਜ, ਅਖੀਰ ਦੇ ਉੱਤੇ ਸਿੱਖ ਰਾਜ ਨੂੰ ਵੀ, ਵੱਖਰੇ ਰਾਜ ਨੂੰ ਜਿੱਤਿਆ ਉਹਨਾਂ ਨੇ। ਅਤੇ ਸਭ ਕੁਝ ਇਕੱਠਾ ਹੀ ਦੇ ਦਿੱਤਾ ਉਹਨਾਂ ਨੇ। ਇਹ ਸਭ ਤੋਂ ਬੜੀ ਉਹ ਗਲਤ ਕੰਮ ਕੀਤਾ ਉਹਨਾਂ ਨੇ। ਹਾਂਜੀ, ਜਿਨ੍ਹਾਂ ਤੋਂ ਲਿਆ ਸੀਗਾ ਉਹਨਾਂ ਦੇ ਹਵਾਲੇ ਕਰਕੇ ਜਾਂਦੇ, ਨਾ ਕਿ ਸਾਰਾ ਕੁਝ ਨਹਿਰੂ ਗਾਂਧੀ ਨੂੰ ਫੜਾ ਜਾਂਦੇ। ਬਿਲਕੁਲ ਆਪਾਂ ਉੱਤੇ ਵੀ ਹੌਲੀ ਹੌਲੀ ਆਉਂਦੇ ਕਿ ਆਪਾਂ ਕਿ ਜਿਹੜੇ ਗੋਰਿਆਂ ਨੇ ਜਦੋਂ ਰਾਜ ਦਿੱਤਾ ਜਾਂ ਇਹ ਵਾਪਸ ਕੀਤਾ, ਜਾਂ ਪੰਜਾਬ ਦੀ ਜਦੋਂ ਵੰਡ ਹੋਈ ਉਹ ਕਿਹੜੇ ਹਿੱਸਿਆਂ ਦੇ ਵਿੱਚ ਹੋਈ ਹੈ।
ਤਾਂ ਮੈਂ ਹੁਣ ਇੱਥੇ ਧਿਆਨ ਦੇਣਾ ਚਾਹੂੰਗਾ, ਜਿਹੜਾ ਯੂਰਪ ਦਾ ਮਾਡਲ ਹੈਗਾ ਆ, ਤੁਸੀਂ ਯੂਰਪ ਦਾ ਮਾਡਲ ਨਹੀਂ, ਯੂਰਪ ਦਾ ਮੈਪ ਹੈਗਾ ਜਿਹੜਾ, ਹੁਣ ਇਹ ਮੈਪ ਹੈ, ਅਗਰ ਆਪਾਂ ਉੱਪਰੋਂ ਦੇਖੀਏ ਕਿ ਵੀ ਅਗਰ 80 ਸਦੀ ਦੀ ਆਪਾਂ ਗੱਲ ਕਰ ਲਈਏ, 17ਵੀਂ 18ਵੀਂ ਸਦੀ ਦੀ ਗੱਲ ਕਰ ਲਈਏ, ਇਸ ਇਲਾਕੇ ਦੇ ਵਿੱਚ ਵੀ ਇੱਕ ਦੂਜੇ ਤੇ ਕਬਜ਼ਾ ਕਰਨ ਦੀ ਜਿਹੜੀ ਹੋੜ ਹੈ ਉਹ ਲਗਾਤਾਰ ਚੱਲਦੀ ਰਹੀ ਹੈ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਸਕਦੇ ਹੋ ਯੂਰਪ ਦਾ। ਭਾਈ ਸਾਹਿਬ ਜੀ, ਤੁਸੀਂ ਤਾਂ ਯੂਕੇ ਦੇ ਵਿੱਚ ਹੀ ਛੋਟੇ ਹੁੰਦੇ ਤੋਂ ਰਹੇ ਹੋ, ਉੱਥੇ ਹੀ ਪੜ੍ਹੇ ਹੋ। ਮੈਂ ਦਰਸ਼ਕਾਂ ਨੂੰ ਦੱਸਦਾ ਕਿ ਭਾਈ ਸਾਹਿਬ ਜੀ ਛੋਟੇ 11 ਸਾਲ ਦੇ ਸੀਗੇ ਜਦੋਂ ਇਹ ਇੰਗਲੈਂਡ ਚਲੇ ਗਏ ਸੀਗੇ, ਤਾਂ ਉੱਥੇ ਹੀ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਉਹ ਹੋਈ ਹੈ, ਉੱਥੋਂ ਹੀ ਸਾਰਾ ਇਹਨਾਂ ਨੇ ਐਜੂਕੇਸ਼ਨ ਲਈ ਹੈ, ਪੱਲੇ ਵੜੇ ਨੇ ਉੱਥੋਂ, ਤਾਂ ਬਾਅਦ ਵਿੱਚ ਆਸਟ੍ਰੇਲੀਆ ਵਿੱਚ ਆਏ ਨੇ। ਤਾਂ ਤੁਸੀਂ ਤਾਂ ਮੈਨੂੰ ਲੱਗਦਾ ਕਾਫੀ ਬੈਟਰ ਤਰੀਕੇ ਨਾਲ ਇਸ ਚੀਜ਼ ਨੂੰ ਸਮਝਦੇ ਹੋਵੋਗੇ। ਤਾਂ ਹੁਣ ਤੁਸੀਂ ਦੇਖੋ ਕਿ ਇੱਕ ਪਾਸੇ ਸਪੇਨ ਹੈ, ਫਰਾਂਸ ਹੈ, ਇਹਨਾਂ ਸਾਰੇ ਅਗਰ ਆਪਾਂ ਉੱਪਰੋਂ ਦੇਖੀਏ ਤਾਂ ਇਹ ਸਾਰੇ ਲੋਕ ਇੱਕ ਜੈਸੇ ਦਿਸਦੇ ਨੇ, ਸਾਰੇ ਗੋਰੇ ਦਿਸਦੇ ਨੇ, ਸਾਰਿਆਂ ਦੇ ਮੋਸਟ ਜਿਹੜੇ ਇੱਥੇ ਦੇ ਜੰਪਲ ਨੇ, ਇੱਥੇ ਦੇ ਲੋਕ ਨੇ ਉਹ ਗੋਰੇ ਨੇ, ਮਗਰ ਇਹਨਾਂ ਸਾਰਿਆਂ ਦੀ ਭਾਸ਼ਾ ਜਿਹੜੀ ਹੈ ਉਹ ਵੱਖਰੀ ਹੈ, ਇਹਨਾਂ ਦੇ ਪਹਿਨਾਵੇ ਜਿਹੜੇ ਨੇ ਉਹ ਵੱਖਰੇ ਨੇ, ਇਹਨਾਂ ਦੇ ਕਲਚਰ ਜਿਹੜੇ ਨੇ ਉਹ ਵੀ ਵੱਖਰੇ ਨੇ। ਤਾਂ ਇਹਨਾਂ ਨੂੰ ਇੱਕ ਮੁਲਕ ਦਾ ਨਾਂ ਨਹੀਂ ਦਿੱਤਾ ਇਹਨਾਂ ਨੇ, ਉਲਟਾ ਇਹ ਵੱਖਰੇ ਵੱਖਰੇ ਮੁਲਕ ਨੇ, ਬਟ ਇਹ ਇਕੱਠੇ ਰਹਿੰਦੇ ਨੇ, ਇਕੱਠੇ ਬਿਜ਼ਨਸ ਕਰਦੇ ਨੇ, ਮਗਰ ਆਪਣੀ ਟੈਰੀਟਰੀ ਵਿੱਚ ਆਪਣਾ ਰਾਜ ਕਰਦੇ ਨੇ। ਇਹਨਾਂ ਨੇ ਇੱਕ ਸਿਸਟਮ ਬਣਾ ਲਿਆ ਯੂਰੋਪੀਅਨ ਸਿਸਟਮ ਕਿ ਵੀ ਹਾਂ ਵੀ ਠੀਕ ਹੈ, ਅਸੀਂ ਐਜ਼ ਏ ਕੰਟੀਨੈਂਟ ਅਸੀਂ ਇਕੱਠੇ ਹਾਂ, ਮਗਰ ਅਸੀਂ ਆਪਣੇ ਵੱਖਰੇ ਵੱਖਰੇ ਮੁਲਕਾਂ ਵਿੱਚ, ਕਿਉਂਕਿ ਹੁਣ ਫ੍ਰੈਂਚ ਵਾਲੇ ਨੂੰ ਕੀ ਪਤਾ ਕਿ ਸਪੇਨ ਵਾਲੇ ਤੇ ਕਿੱਦਾਂ ਰਾਜ ਕਰਨਾ, ਉਹਨਾਂ ਦੀ ਕੀ ਪ੍ਰਾਇੋਰਟੀਜ਼ ਹੈਗੀਆਂ। ਔਰ ਅਗਰ ਪਰਲੇ ਪਾਸੇ ਆਪਾਂ ਲੈ ਲਈਏ ਪੋਲੈਂਡ ਵਾਲਿਆਂ ਨੂੰ ਕੀ ਪਤਾ ਸਪੇਨ ਵਾਲਿਆਂ ਦਾ, ਸਪੇਨ ਵਾਲਿਆਂ ਨੂੰ ਬੁਲਗੇਰੀਆ ਦਾ ਕੀ ਪਤਾ, ਜਦਕਿ ਇੰਗਲੈਂਡ ਦੇ ਨਾਲ ਇਹਨਾਂ ਦੀਆਂ ਜਾਂ ਹੋਰ ਮੁਲਕਾਂ ਦੀਆਂ ਆਪਸ ਦੇ ਵਿੱਚ, ਜਰਮਨੀ ਹੋ ਗਿਆ, ਆਸਟਰੀਆ ਹੋ ਗਿਆ, ਇਹਨਾਂ ਦੀ ਆਪਸ ਵਿੱਚ ਬਹੁਤ ਸਾਰੀਆਂ ਜੰਗਾਂ ਚੱਲੀਆਂ ਨੇ, ਅਸੀਂ ਇਹ ਇਤਿਹਾਸ ਵਿੱਚ ਪੜ੍ਹਦੇ ਆ ਰਹੇ ਹਾਂ। ਹਾਂਜੀ, ਦੇਖ ਲਓ ਇੰਗਲੈਂਡ ਨੂੰ, ਦੇਖ ਲਓ ਰੋਮਨਾਂ ਨੇ ਜਾ ਕੇ ਜਿੱਤਿਆ, ਫਿਰ ਉਧਰੋਂ ਨੋਰਵੀਜੀਅਨ ਆ ਗਏ, ਉਧਰੋਂ ਸਕੈਂਡੀਨੇਵੀਅਨ ਆ ਕੇ ਧਾਵੇ ਬੋਲਦੇ ਰਹੇ ਆ, ਸੈਲਟਿਕ, ਇਹ ਅਨੇਕ ਪ੍ਰਕਾਰ ਦੀਆਂ ਕੌਮਾਂ ਨੇ ਇਹਦੇ ਤੇ ਆਪੋ ਆਪਣਾ ਪ੍ਰਭਾਵ ਛੱਡਿਆ। ਉਹ ਵੀ ਕਾਫੀ ਮਲਟੀ, ਹੁਣ ਇੰਗਲੈਂਡ ਦੀ ਇਕੱਲੇ ਦੀ ਹਿਸਟਰੀ, ਹੁਣ ਕੱਲੇ ਜਿਹੜੇ ਯੂਰਪ ਦੇ ਦੇਸ਼ ਹੈਗੇ ਆ ਇਹ ਇੱਕ ਦੂਜੇ ਦੇ ਨਾਲ ਲੜਦੇ ਰਹੇ ਆ, ਬਾਰਡਰ ਤੱਕ ਨੂੰ ਲੈ ਗਿਆ, ਕੋਈ ਇੱਧਰ ਨੂੰ ਲੈ ਗਿਆ, ਇਹਨਾਂ ਦੀਆਂ ਲੜਾਈਆਂ ਸਦਾ ਹੀ ਰਹੀਆਂ। ਪਰ ਇਹਨਾਂ ਦੀਆਂ ਆਪੋ ਆਪਣੀਆਂ ਸੰਸਕ੍ਰਿਤੀਆਂ, ਆਪੋ ਆਪਣੇ ਇਹਨਾਂ ਦੀਆਂ ਬੋਲੀਆਂ ਇਹਨਾਂ ਨੇ ਸਾਂਭੀਆਂ ਆ, ਆਪੋ ਆਪਣੇ ਰਾਜ ਵਿੱਚ, ਛੋਟੇ ਛੋਟੇ ਰਾਜ ਵੀ, ਬੈਲਜੀਅਮ ਵਰਗੇ ਬਹੁਤ ਛੋਟੇ ਛੋਟੇ ਦੇਸ਼ ਵੀ ਹੈਗੇ ਆ ਵਿੱਚ ਇਹਨਾਂ ਦੇ, ਪਰ ਸਵਿਟਜ਼ਰਲੈਂਡ ਵਰਗੇ ਦੇਸ਼ ਜਿਹੜੇ ਉਹ ਆਪਣੇ ਆਪ ਨੂੰ ਕਾਫੀ ਸ਼ਾਂਤ ਰੱਖਦੇ ਆ ਅਤੇ ਕਿਸੇ ਦੇ ਵਿੱਚ ਨਿਊਟਰੈਲਿਟੀ ਦੇ ਵਿੱਚ ਵਿਸ਼ਵਾਸ ਰੱਖਦੇ ਆ। ਅਤੇ ਦਾਸ ਨੂੰ ਮੌਕਾ ਮਿਲਿਆ, ਮੈਂ ਇੰਗਲੈਂਡ ਤੋਂ ਫਿਰ ਪ੍ਰਚਾਰ ਵਾਸਤੇ ਤਕਰੀਬਨ ਯੂਰਪ ਦੇ ਬਾਹਲਿਆਂ ਦੇਸ਼ਾਂ ਦੇ ਵਿੱਚ ਅਸੀਂ ਜਾਂਦੇ ਰਹੇ ਹਾਂ, ਅਤੇ ਨਾਰਵੇ, ਸਵੀਡਨ, ਇਹਨਾਂ ਦੇਸ਼ਾਂ ਦੇ ਵਿੱਚ, ਫਿਨਲੈਂਡ, ਤਿੰਨਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਫਰਾਂਸ, ਜਰਮਨੀ, ਸਵਿਟਜ਼ਰਲੈਂਡ ਅਤੇ ਇਟਲੀ, ਇਹਨਾਂ ਇੱਥੇ ਵੀ ਕੀਰਤਨ ਕੀਤੇ ਅਤੇ ਦੇਖਿਆ, ਸੰਗਤਾਂ ਦੇ ਨਾਲ ਵਿਚਰੇ, ਅਤੇ ਉੱਥੇ ਦੀਆਂ ਜਿਹੜੀਆਂ ਜੋ ਵੀ ਲੋਕਲ ਹੈਗੀਆਂ ਰਾਜ ਉਹਨਾਂ ਨੇ ਸਾਂਭੇ, ਉਹ ਆਪਣੇ ਤਰੀਕੇ ਦੇ ਨਾਲ ਉਹ ਖੁਸ਼ ਰਹਿੰਦੇ ਆ ਅਤੇ ਇੱਕ ਦੂਸਰੇ ਨਾਲ ਵੀ ਆਪਣਾ ਤਜਾਰਤ ਵਿਵਹਾਰ ਕਰਦੇ ਆ। ਇਹਨਾਂ ਨੇ ਯੂਰਪੀਅਨ ਯੂਨੀਅਨ ਬਣਾਈ ਸੀਗੀ, ਉਹ ਇਸੇ ਕਰਕੇ ਇੱਕ ਸੋਚ ਦੇ ਲੋਕ ਹੈਗੇ ਆ ਸਾਰੇ, ਉਹ ਇੱਕ ਦੂਜੇ ਨਾਲ ਵਪਾਰ ਕਰਨਗੇ। ਅਤੇ ਆ ਪਿਛਲੇ 2-4 ਸਾਲ ਤੋਂ ਆ ਜਿਹੜਾ ਨਾ ਚੱਲਿਆ ਕਿ ਪੁੱਠੇ ਪਾਸੇ ਨੂੰ ਹਵਾ ਚੱਲ ਪਈ, ਹਰ ਇੱਕ ਨੂੰ ਇਸ ਮਲਟੀ ਕਲਚਰ ਵੱਲ ਨੂੰ ਪਹਿਲਾਂ ਭੱਜ ਰਹੇ ਸੀ, 30-35 ਸਾਲ ਚੱਲਦੇ ਰਹੇ, ਬੜਾ ਸੀਗਾ, ਸਭ ਲਈ ਵਧੀਆ ਸੀਗਾ। ਹੁਣ ਪਿਛਲੇ 5 ਸਾਲ ਲੋਕਾਂ ਨੂੰ ਡਰ ਲੱਗਣ ਲੱਗ ਪਿਆ ਇਹਦੇ ਤੋਂ, ਇਸ ਚੀਜ਼ ਤੋਂ ਘਬਰਾਉਣ ਲੱਗ ਪਏ, ਆਪੋ ਆਪਣੇ ਉਹ ਬਾਰਡਰ ਸੀਲ ਕਰਨ ਲੱਗ ਪਏ, ਆਪੋ ਆਪਣੀਆਂ ਉਹ ਜਿਹੜੀਆਂ ਸੰਸਕ੍ਰਿਤੀਆਂ ਰਲ ਮਿਲ ਕੇ ਰਹਿਣ ਦੀ ਬਜਾਏ ਹੁਣ ਪਿੱਛੇ ਨੂੰ ਇਸੇ ਬ੍ਰਿਕਸਟਨ ਜਿਹੜਾ UK ਵਾਲਿਆਂ ਦਾ ਸੀਗਾ ਸਟੈਂਡ ਹੋਣ ਲਿਆ ਉਹਨਾਂ ਨੇ ਕਿ ਇੰਗਲੈਂਡ ਨੂੰ ਯੂਰਪ ਤੋਂ ਵੱਖਰਾ ਕਰ ਲਓ, ਇਹ ਥੋੜ੍ਹਾ ਜਿਹਾ ਬਚਿਆ ਰਹੂਗਾ ਆਪਣਾ, ਉਹ ਇਹਨਾਂ ਦੀਆਂ ਕਮਜ਼ੋਰੀਆਂ ਅੰਦਰਲੇ ਡਰ ਆ ਕੁਛ, ਇਹਨਾਂ ਨੂੰ ਐਡਰੈਸ ਕਰ ਲਿਆ। ਹੁਣ ਉੱਧਰ ਦੇਖ ਲਓ ਆਪਣੇ ਬਰਮਾ ਦਾ ਮਿਆਂਮਾਰ, ਉਹ ਕਹਿੰਦੇ ਅਸੀਂ ਬੁੱਧਿਸਟ ਦੇਸ਼ ਬਣਾਉਣਾ, ਉੱਥੋਂ ਉਹਨਾਂ ਨੇ ਹਿੰਦੂਆਂ ਨੂੰ ਕੱਢ ਮਾਰਿਆ ਤੇ ਹੋਰ ਜੋ ਕੁਝ ਵੀ ਹੈਗੇ ਆ, ਅਤੇ ਮੁਸਲਮਾਨਾਂ ਨੂੰ ਵੀ ਕੱਢ, ਤੇ ਇਸੇ ਤਰੀਕੇ ਨਾਲ ਇੰਡੀਆ ਦਾ ਜ਼ੋਰ ਲੱਗਾ ਕਿ ਅਸੀਂ ਸਾਰਾ ਹਿੰਦੂ ਦਾ ਬਣਾ ਦੇਣਾ ਇੰਡੀਆ, ਅਤੇ ਜੇ ਬਾਕੀ ਦੇ ਹੈਗੇ ਆ ਉਹ ਇੱਥੋਂ ਨਿਕਲ ਜਾਣ ਜਾਂ ਉਹ ਦਬਾ ਕੇ ਜਾਂ ਇੱਦਾਂ ਰੱਖਿਆ ਜਾਵੇ ਜਿੱਦਾਂ ਸ਼ੂਦਰ ਜਾਤੀ ਹੁੰਦੀ ਹੈ, ਇੱਦਾਂ ਰਹਿ ਸਕਦੇ ਆ ਉੱਥੇ ਪੂਰੀ ਇੱਜ਼ਤ ਦੇ ਨਾਲ, ਉੱਥੇ ਕੋਈ ਰਹਿ ਨਹੀਂ ਸਕਦਾ। ਇਹ ਪੁੱਠੇ ਪਾਸੇ ਨੂੰ ਹਵਾ ਚੱਲ ਪਈ ਆ, ਇਹਨਾਂ ਨੂੰ ਚਾਹੀਦਾ ਥੋੜ੍ਹੇ ਜਿਹੇ ਤਕੜੇ ਹੋ ਕੇ ਬਰੇਵ ਹੋਣ ਥੋੜ੍ਹਾ ਜਿਹਾ। ਇਹ ਜਿਹੜਾ ਮਲਟੀ ਕਲਚਰਿਜ਼ਮ ਦਾ ਆਈਡੀਆ ਬੜਾ ਜ਼ਬਰਦਸਤ ਆ, ਇਹ ਵੀਕ ਹਾਰਟਡ ਅਤੇ ਕਮਜ਼ੋਰ ਦਿਲ ਵਾਲੇ ਇਹਨੂੰ ਬਰਦਾਸ਼ਤ ਨਹੀਂ ਕਰ ਸਕਦੇ ਹੈ। ਨਹੀਂ, ਬਿਲਕੁਲ ਪੰਜਾਬ ਦੇ ਤਾਂ ਐਗਜ਼ਾਮਪਲ ਸੈੱਟ ਕੀਤਾ ਹੈ। ਜਿੱਦਾਂ ਆਪਾਂ ਗੱਲ ਕੀਤੀ ਕਿ 10% ਸਿੱਖ ਸੀਗੀ ਤਾਂ 80% ਮੁਸਲਿਮ ਜਿਹੜੀ ਪਾਪੂਲੇਸ਼ਨ ਸੀਗੀ,
ਤਾਂ ਹਾਂ ਯਾਨੀ ਕਿ 90% ਟੋਟਲ ਦੂਸਰੀ ਪਾਪੂਲੇਸ਼ਨ ਸੀਗੀ ਜਿਹੜੇ ਸਿੱਖ ਨਹੀਂ ਸੀਗੇ, ਬਟ ਉਹ ਮਲਟੀਕਲਚਰਲ, ਉਹਨਾਂ ਦਾ ਧਰਮ ਵੱਖਰਾ ਸੀਗਾ, ਖਾਣੇ ਪੀਣੇ ਵੱਖਰੇ ਸੀਗੇ, ਮਗਰ ਉਹ ਆਪਣੇ ਆਪ ਨੂੰ ਉਸ ਜਗ੍ਹਾ ਦੇ ਨਾਲ ਉਹਨਾਂ ਦਾ ਪਿਆਰ ਸੀਗਾ, ਤਾਂ ਉਹ ਇਕੱਠੇ ਹੋ ਕੇ ਰਹਿੰਦੇ ਸੀ, ਇੱਕ ਦੂਜੇ ਨੂੰ ਭਰਾ ਸਮਝ ਕੇ ਰਹਿੰਦੇ ਸੀਗੇ। ਉਹ ਕਿਤੇ ਨਾ ਕਿਤੇ ਜਿਹੜਾ ਸਿਧਾਂਤ ਹੈ ਉਹ ਇਸੇ ਵਿੱਚੋਂ ਨਿਕਲਦਾ, ਜੋ ਪੰਜਾਬ ਦੀ ਮਿੱਟੀ ਵਿੱਚ ਸੀਗਾ, ਕਿ ਵੀ ਉਹਨਾਂ ਨੂੰ ਜ਼ਮੀਨ ਦੇ ਨਾਲ ਪਿਆਰ ਸੀਗਾ, ਉਹਨਾਂ ਨੇ ਇਕੱਠੇ ਰਹਿਣਾ, ਆਪਣੇ ਆਪਣੇ ਧਰਮ ਦੇ ਵਿੱਚ ਪਰਪੱਕ ਸੀਗੇ ਲੋਕ। ਤਾਂ ਡੈਫੀਨੇਟਲੀ ਇਹ ਐਗਜ਼ਾਮਪਲ ਪੰਜਾਬ ਨੇ ਸੈੱਟ ਕੀਤਾ। ਹੁਣ ਦੂਜਾ ਐਗਜ਼ਾਮਪਲ ਮੈਂ ਜਿੱਦਾਂ ਸਾਹਮਣੇ ਰੱਖ ਰਿਹਾ, ਅਫਰੀਕਾ ਦਾ ਹੋ ਗਿਆ, ਹਨਾ। ਹੁਣ ਸਾਡੇ ਨੂੰ ਅਸੀਂ ਕੌਂਟੀਨੈਂਟ ਕਹਿੰਦੇ ਆ। ਹੁਣ ਇਸ ਮੁਲਕ, ਇਸ ਕੌਂਟੀਨੈਂਟ ਦੇ ਵਿੱਚ ਵੀ ਜਿਹੜੇ ਸਾਰੇ ਲੋਕ ਨੇ, ਉਹਨਾਂ ਦਾ ਰੰਗ ਜਿਹੜਾ ਆ ਉਹ ਡਾਰਕ ਆ, ਸਾਰੇ ਡਾਰਕ ਕਲਰ ਦੇ ਲੋਕ ਰਹਿੰਦੇ ਨੇ, ਜਾਂ ਜਿਹੜੇ ਉੱਥੇ ਦੇ ਜੈਨੇਟਿਕ ਲੋਕ ਨੇ, ਉੱਥੇ ਦੇ ਜਿਹੜੇ ਮੂਲ ਨਿਵਾਸੀ ਨੇ, ਮਗਰ ਇਹਨਾਂ ਦੇ ਮੁਲਕ ਵੱਖਰੇ ਵੱਖਰੇ ਨੇ। ਕਿਉਂਕਿ ਜਿਹੜੇ ਤੁਸੀਂ ਬਹੁਤ ਸਾਰੇ ਇਹਦੇ ਵਿੱਚ ਮੁਲਕਾਂ ਦੇ ਨਾਂ ਵੀ ਨਹੀਂ ਸੁਣੇ ਹੋਣੇ ਆ, ਜਿਵੇਂ ਛਾਡ ਹੋ ਗਿਆ, ਮਾਲੀ ਹੋ ਗਿਆ, ਹਨਾ, ਹੋਰ ਬੜੇ ਬੜੇ ਛੋਟੇ ਛੋਟੇ ਮੁਲਕ ਨੇ, ਗੈਬਿਨ ਹੋ ਗਿਆ। ਮਤਲਬ ਸਿਰਫ ਤੁਸੀਂ ਉਹ ਲੋਕਾਂ ਨੇ ਜਾਂ ਸਾਡੇ ਜਿਹੜੇ ਦਰਸ਼ਕ ਨੇ, ਉਹਨਾਂ ਨੇ ਉਹ ਨਾਮ ਸੁਣੇ ਹੋਣੇ ਜਿਹੜੇ ਜ਼ਿਆਦਾਤਰ ਫਿਲਮਾਂ 'ਚ ਆਉਂਦੇ ਨੇ, ਜਾਂ ਜ਼ਿਆਦਾਤਰ ਜਿਹੜੇ ਹਾਈਲਾਈਟ ਹੁੰਦੇ ਨੇ, ਭਾਵੇਂ ਇਥੋਪੀਆ ਹੋ ਗਿਆ, ਕੋਂਗੋ ਹੋ ਗਿਆ, ਸੁਡਾਨ। ਤਾਂ ਬਟ ਇਹਨਾਂ ਦੇ ਆਪਸ ਵਿੱਚ ਵੀ ਤੁਸੀਂ ਦੇਖੋ ਨਾ, ਕਿ ਇਹ ਆਪਸ ਵਿੱਚ ਵੀ ਇੱਕ ਦੂਜੇ ਨਾਲ ਲੜਦੇ ਨੇ, ਕਬੀਲਿਆਂ ਵਾਂਗੂ ਲੜੇ ਨੇ, ਮਗਰ ਇਹਨਾਂ ਦੇ ਵਿੱਚ ਇਹਨਾਂ ਨੇ ਇਹਨੂੰ ਇੱਕ ਮੁਲਕ ਨਹੀਂ ਬਣਾਇਆ ਕਿਤੇ। ਇਹ ਨਹੀਂ ਕਿਹਾ ਕਿ ਜੀ ਸਾਰਾ ਅਫਰੀਕਾ ਇੱਕ ਹੀ ਆ। ਜਿੱਦਾਂ ਆਪਾਂ ਲੈ ਲਈਏ ਕਿ ਅਲਜੀਰੀਆ ਤੋਂ ਲੈ ਕੇ ਸਾਊਥ ਅਫਰੀਕਾ ਤੱਕ ਕਿ ਸਾਰਾ ਇੱਕੋ ਹੀ ਹੈ ਜੀ, ਮਤਲਬ ਆਪਾਂ ਕੋਈ ਵੱਖਰਾ ਨਹੀਂ ਹੈ। ਸੋਮਾਲੀਆ ਤੋਂ ਲੈ ਕੇ ਤੇ ਦੂਜੇ ਕਾਰਨਰ ਤੱਕ ਜਿਹੜਾ ਆ ਉਹ ਇੱਕੋ ਹੀ ਹੈ। ਇਹ ਕੋਈ ਵੱਖਰਾ ਵੱਖਰਾ ਮੁਲਕ ਨਹੀਂ ਹੋਊਗਾ ਜੀ, ਇੱਕੋ ਹੀ ਭਾਸ਼ਾ ਚੱਲੂਗੀ, ਇੱਕੋ ਹੀ ਉਹ ਚੀਜ਼ ਚੱਲੂਗੀ। ਇਹ ਨਹੀਂ ਹੋਇਆ ਇੱਥੇ। ਹਰੇਕ ਹੈ, ਭਾਵੇਂ ਜਿਹੜਾ ਮਰਜ਼ੀ ਕੰਟਰੀ ਹੈ, ਉੱਪਰ ਅਲਜੀਰੀਆ ਤੋਂ ਹੈ, ਉਹਦਾ ਆਪਣਾ ਕਲਚਰ ਹੈਗਾ। ਲੀਬੀਆ ਜਿਹੜਾ ਆ, ਉਹਦਾ ਆਪਣਾ ਕਲਚਰ ਹੈ, ਆਪਣੀ ਭਾਸ਼ਾ ਆ, ਆਪਣਾ ਰਾਜ ਰਿਹਾ ਉਹਨਾਂ ਦਾ। ਇਜਿਪਟ ਹੋ ਗਿਆ, ਉਹਨਾਂ ਦਾ ਵੱਖਰਾ ਸਿਸਟਮ ਆ। ਤਾਂ ਦੱਖਣ ਵਿੱਚ ਸਾਊਥ ਅਫਰੀਕਾ ਲੈ ਲਿਓ, ਨਾਮੀਬੀਆ ਲੈ ਲਿਓ, ਬਹੁਤ ਸਾਰੇ ਚਲੋ ਇਹ ਮੁਲਕ ਨੇ। ਚਲੋ ਇਹਨਾਂ ਦੀ ਆਪਾਂ ਪ੍ਰੋਬਲਮਸ ਦੀ ਗੱਲ ਨਹੀਂ ਕਰਦੇ, ਬਟ ਉਹਦੇ ਕਰਕੇ ਚਲੋ ਹੈਗੀਆਂ ਨੇ, ਬਟ ਐਟਲੀਸਟ ਉਹਨਾਂ ਨੇ ਆਪਣੇ ਬਾਰਡਰਸ ਜਿਹੜੇ ਨੇ ਉਹ ਡਿਫਾਈਨ ਕੀਤੇ ਹੋਏ ਨੇ। ਉਹ ਡਿਫਾਈਨ ਕਰਕੇ ਉਹਨੂੰ ਇਹ ਤਾਂ ਨਹੀਂ ਹੈਗਾ ਕਿ ਵੀ ਉਹਨੂੰ ਇੱਕ ਹੀ ਮੁਲਕ ਦੱਸਦੇ ਨੇ, ਉਹਨਾਂ ਦੀ ਆਪਣੀ ਪਹਿਚਾਣ ਬਣੀ ਹੈ। ਉਹ ਇਹ ਕਹਿ ਦਿੰਦੇ ਹਾਂ ਜੀ, ਵੀ ਆਰ ਫਰੋਮ ਅਫਰੀਕਨ ਕੌਂਟੀਨੈਂਟ। ਸੇਮ ਹੀ ਤੌਰ ਦੇ ਉੱਤੇ ਮੈਂ ਸੈਕੰਡ ਇੱਕ ਹੋਰ ਐਗਜ਼ਾਮਪਲ ਸ਼ੇਅਰ ਕਰੂੰਗਾ, ਉਹ ਹੈਗਾ ਸਾਡਾ ਸਾਊਥ ਅਫਰੀਕਾ ਵਾਲਾ। ਹੁਣ ਸਾਊਥ ਅਫਰੀਕਾ ਦੇ ਵਿੱਚ ਵੀ ਆਲ ਦਾ ਵੇ ਫਰੋਮ ਉੱਪਰ ਲੈ ਲਓ ਕਿ ਵੈਨੇਜ਼ੁਲਾ ਤੋਂ ਲੈ ਕੇ ਥੱਲੇ ਅਰਜਨਟੀਨਾ ਤੱਕ, ਚਿਲੀ ਤੱਕ, ਇਹ ਜਿਹੜੇ ਨੇ ਇੱਕ ਕੌਂਟੀਨੈਂਟ ਆ, ਬਟ ਮੁਲਕ ਵੱਖਰੇ ਵੱਖਰੇ ਨੇ। ਇਹ ਸਾਰੇ ਇਹਨਾਂ ਦੇ ਆਪਣੀਆਂ ਬਾਉਂਡਰੀਆਂ ਡਿਫਾਈਨਸ ਨੇ, ਇਹਨਾਂ ਦੇ ਰਾਜ ਆਪਣੇ ਨੇ, ਇਹਨਾਂ ਦੀਆਂ ਕੌਂਸਲੇਟਾਂ ਆਪਣੀਆਂ ਨੇ, ਇਹਨਾਂ ਦੀਆਂ ਭਾਸ਼ਾਵਾਂ ਡਿਫਰੈਂਟ ਨੇ, ਸਭ ਕੁਝ ਇਹਨਾਂ ਦਾ ਸੈਪਰੇਟ ਹੈ। ਬ੍ਰਾਜ਼ੀਲ ਦਾ ਵੈਨੇਜ਼ੁਲਾ ਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਹੈਗਾ, ਹੈ ਨਾ। ਬੋਲੀਵੀਆ ਦਾ ਬ੍ਰਾਜ਼ੀਲ ਦੇ ਵਿੱਚ ਨਹੀਂ। ਡੈਫੀਨੇਟਲੀ ਇੱਕ ਉਹ ਤਾਂ ਰਿਹਾ ਹੀ ਇਹਨਾਂ ਦਾ ਬਾਰਡਰ ਨੂੰ ਲੈ ਕੇ, ਜਾਂ ਜਿਹੜੇ ਪੁਰਾਣੇ ਤੋਂ ਕੌਨਫਲਿਕਟਸ ਚੱਲਦੇ ਆ ਰਹੇ ਨੇ, ਜਿਵੇਂ ਪੰਜਾਬ ਦੇ ਵਿੱਚ, ਆਪਣਾ ਭਾਰਤ ਦੇ ਵਿੱਚ ਹੋ ਗਿਆ, ਰਾਜਪੂਤਾਂ ਦਾ ਮਰਾਠਿਆਂ ਦੇ ਨਾਲ ਹੋ ਗਿਆ, ਮਰਾਠਿਆਂ ਦਾ ਬੁੰਦੇਲਖੰਡ ਵਾਲੇ ਨਾਲ ਹੋ ਗਿਆ। ਇਹ ਚੀਜ਼ ਚੱਲਦੀ ਰਹੀ ਹੈ ਸ਼ੁਰੂ ਦੇ ਵਿੱਚ, ਇਹ ਇਕੱਲੀ ਭਾਰਤ ਤੱਕ ਲਿਮਿਟਡ ਨਹੀਂ ਹੈਗੀ, ਮਗਰ ਇਹ ਉਹ ਕੰਟਰੀ ਨੇ ਜਿਹੜੇ ਸ਼ੁਰੂ ਤੋਂ ਬਣੇ ਨੇ। ਹਾਂਜੀ ਹਾਂਜੀ, ਜੇ ਆਪਾਂ ਦੇਖੀਏ ਨਾ ਕਿ ਦੁਨੀਆ ਕਿੱਧਰ ਨੂੰ ਜਾ ਰਹੀ ਆ, ਹੁਣ ਫਿਊਚਰ ਜਿਹੜਾ ਹੈਗਾ ਉਹ ਸਾਰੀ ਦੁਨੀਆ ਨੂੰ ਇੱਕ ਦੇਸ਼ ਬਣ ਕੇ ਚੱਲਣਾ ਪੈਣਾ। ਉਹ ਕੋਈ ਗੱਲ ਨਹੀਂ ਹੈ, ਪਰ ਜੇ ਉਹਦੇ ਵਾਸਤੇ ਬਹੁਤ ਹਾਈ ਲੈਵਲ ਦੀ ਗਵਰਨਮੈਂਟ ਚਾਹੀਦੀ ਆ, ਜਿਹੜੀ ਸਿਰਫ ਮਤਲਬ ਡਿਫੈਂਸ ਦਾ ਅਤੇ ਇਕੁਅਲ ਅਪਰਚੂਨਿਟੀ ਦਾ, ਇਕੁਅਲ ਲੋ ਅਤੇ ਇਹਨਾਂ 3-4 ਚੀਜ਼ਾਂ ਦਾ, ਜਾਂ ਪੋਸਟਲ ਰੱਖ ਲਓ, 4 ਚੀਜ਼ਾਂ ਉਹ ਆਪਣੇ ਕੰਟਰੋਲ 'ਚ ਰੱਖ ਸਕਦੀ ਆ। ਅਤੇ ਬਾਕੀ ਜਿਹੜੀਆਂ ਧਰਮ ਹੈਗੇ ਆ, ਬਾਕੀ ਸੰਸਕ੍ਰਿਤੀਆਂ ਹੈਗੀਆਂ, ਉਹਨਾਂ ਨੂੰ ਆਜ਼ਾਦੀ ਨਾਲ ਜਿੱਥੇ ਜਿੱਥੇ ਕੋਈ ਰਹਿਣਾ ਚਾਹੁੰਦਾ ਉੱਥੇ ਰਹਿਣੇ ਦਾ ਪੂਰਾ ਅਧਿਕਾਰ ਹੋਣਾ, ਖੁੱਲ੍ਹ ਹੋਊਗੀ। ਇਸ ਤਰੀਕੇ ਐਡੀ ਵਿਸ਼ਾਲਤਾ ਦੇ ਨਾਲ ਤਾਂ ਵੱਡਾ ਦੇਸ਼ ਵੀ ਇਕੱਠਾ ਰਹਿ ਸਕਦਾ। ਪਰ ਜੇ ਉਹਨਾਂ ਦੀਆਂ ਧਰਮ ਦੇ ਵਿੱਚ ਦਖਲਅੰਦਾਜ਼ੀ ਕਰੋ, ਉਹਨਾਂ ਦੀ ਬੋਲੀ ਖਰਾਬ ਕਰਨ ਦੀ ਕੋਸ਼ਿਸ਼ ਕਰੋ, ਜਿੱਦਾਂ ਹੁਣ ਪੰਜਾਬ 'ਚ ਹਿੰਦੀ ਬਾੜੀ ਜਾ ਰਹੀ ਆ, ਹਨਾ, ਫੇਰ ਕੋਈ ਵੀ ਬਰਦਾਸ਼ਤ ਨਹੀਂ ਕਰਦਾ। ਇਹ ਇਕੱਲੇ ਸਿੱਖ ਹੀ ਨਹੀਂ, ਹੋਰ ਵੀ ਨਹੀਂ ਬਰਦਾਸ਼ਤ ਕਰਨਗੇ। ਐਸ ਲੋ ਲੈਵਲ ਦੇ ਉੱਤੇ ਇੰਟਰਫੀਅਰੈਂਸ ਜਦੋਂ ਕਰਨੀ ਸ਼ੁਰੂ ਕਰ ਦਿਓ ਘਰਾਂ ਦੇ ਵਿੱਚ, ਉਹ ਕਿਸੇ ਨੇ ਵੀ ਬਰਦਾਸ਼ਤ ਨਹੀਂ ਕਰਨਾ। ਗੌਰਮੈਂਟ ਜਿਹੜੀ ਵਰਲਡ ਗੌਰਮੈਂਟ ਆ, ਉਹ ਤਾਂ ਸਿਰਫ 4 ਚੀਜ਼ਾਂ ਦਾ ਜ਼ਿੰਮੇਵਾਰੀ ਲੈ ਕੇ ਚੱਲ ਸਕਦੀ ਆ, ਅਤੇ ਸਾਰਿਆਂ ਨੂੰ ਇਕੁਅਲ ਅਪਰਚੂਨਿਟੀ ਦਿੱਤੀ ਜਾਵੇ, ਸਾਰਿਆਂ ਵਾਸਤੇ ਇਕੁਅਲ ਲੋ ਹੋਵੇ, ਅਤੇ ਸਾਰਿਆਂ ਵਾਸਤੇ ਇਕੁਅਲ ਡਿਫੈਂਸ ਹੋਵੇ, ਸਾਰਿਆਂ ਦੀ ਸਿਕਿਉਰਿਟੀ ਰੱਖੀ ਜਾਵੇ, ਅਤੇ ਕਿਸੇ ਦੇ ਉੱਤੇ ਵੀ ਧੱਕਾ ਹੁੰਦਾ ਉਹਨੂੰ ਉਹ ਰਿਜ਼ੋਲਵ ਕੀਤਾ ਜਾਵੇ, ਜਿਹੜਾ ਧੱਕਾ ਕਰਦਾ ਉਹਨੂੰ ਪਨਿਸ਼ ਦਿੱਤਾ ਜਾਵੇ। ਇੱਦਾਂ ਦੇ ਕੰਮ ਕਰਨ ਲਈ ਮਤਲਬ ਓਵਰਆਲ ਗੌਰਮੈਂਟ ਹੋ ਸਕਦੀ ਆ। ਹੁਣ ਇੰਡੀਆ ਵੀ ਇਹੀ ਚੀਜ਼ ਆ। ਹੁਣ ਇੰਡੀਆ ਨੂੰ ਲਓ ਤਾਂ ਉੱਥੇ ਇੰਨੀਆਂ ਸੰਸਕ੍ਰਿਤੀਆਂ, ਇੰਨੇ ਛੋਟੇ ਛੋਟੇ ਕਲਚਰ ਹੈਗੇ ਆ,
ਜੇ ਸਾਰੇ ਇੰਡੀਆ ਦੀ ਗਵਰਨਮੈਂਟ ਬਣ ਕੇ ਕਿਸੇ ਨੇ ਚੱਲਣਾ ਤਾਂ ਉਹ ਸਾਰਾ ਕੁਝ ਹੀ, ਹੁਣ ਪਿੰਡ ਦਾ ਨਾਮ ਬਦਲਣਾ ਤਾਂ ਸੈਂਟਰ ਤੋਂ ਆਗਿਆ ਲਓ ਜਾ ਕੇ ਜੀ, ਹੁਣ ਕਿਸੇ ਨੇ ਵਿਆਹ ਕਰਾਉਣਾ ਤਾਂ ਹਿੰਦੂ ਮੈਰਿਜ ਐਕਟ ਦੇ ਨਾਲ ਕਰਾਓ ਜੀ। ਇਹ ਦਖਲ ਅੰਦਾਜ਼ੀਆਂ ਹੈਗੀਆਂ ਜਿਹੜੀਆਂ ਨੂੰ ਕਰਨੇ ਦੀ ਲੋੜ ਨਹੀਂ ਹੈ ਇੰਡੀਅਨ ਗਵਰਨਮੈਂਟ ਨੂੰ, ਬਿਲਕੁਲ ਪਰ ਉਹ ਕਰ ਰਹੇ ਨਹੀਂ ਹੋਣੀਆਂ ਵੀ ਨਹੀਂ ਸੀ ਭਾਜੀ। ਜੇ ਹਿਸਾਬ ਦੇ ਨਾਲ ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿੱਦਾਂ ਗੋਰਿਆਂ ਨੇ ਕਬਜ਼ਾ ਕੀਤਾ ਸੀਗਾ ਭਾਰਤ ਦੇ ਵਿੱਚ, ਉਸ ਕੌਂਟੀਨੈਂਟ ਦੇ ਵਿੱਚ, ਕਲਕੱਤਾ ਵਾਲੇ ਪਾਸਿਓਂ ਆਏ ਨੇ, ਦੱਖਣ ਵਾਲੇ ਪਾਸਿਓਂ ਆਏ ਨੇ, ਜਿੱਦਾਂ ਉਹਨਾਂ ਨੇ ਕਬਜ਼ਾ ਕੀਤਾ ਆ, ਵੱਖਰੇ ਵੱਖਰੇ ਰਾਜਪੂਤਾਂ ਨੂੰ ਵੱਖਰੇ ਤਰੀਕੇ ਨਾਲ ਨਿਬੇੜਿਆ, ਮਰਾਠਿਆਂ ਨੂੰ ਵੱਖਰੇ ਤਰੀਕੇ ਨਾਲ ਨਿਬੇੜਿਆ, ਬੁੰਦੇਲਖੰਡ ਦੇ ਜਿਹੜੇ ਵੱਖਰੇ ਬੁੰਦੇਲਖੰਡ ਵਿੱਚ ਬਹੁਤ ਰਾਜੇ ਸੀਗੇ, ਬੜੇ ਰਾਜ ਘਰਾਣੇ ਸੀਗੇ, ਉਹਨਾਂ ਨੂੰ ਵੱਖਰੇ ਵੱਖਰੇ ਤਰੀਕੇ ਨਾਲ ਨਿਬੇੜਿਆ। ਤੇ ਜਦੋਂ ਅਖੀਰ ਦੇ ਵਿੱਚ, ਸਭ ਤੋਂ ਅਖੀਰ ਦੇ ਵਿੱਚ ਜਿਹੜਾ ਉਹਨਾਂ ਨੇ ਕਬਜ਼ਾ ਉਹ ਪੰਜਾਬ ਦੇ ਕੀਤਾ, ਤਾਂ ਬੜੇ ਦੇਣ ਲੱਗੇ, ਜਦੋਂ ਵਾਪਸ ਜਾਣ ਲੱਗੇ ਨੇ ਉਹ ਸਾਰਾ ਕੁਝ ਇੱਕ ਹੀ ਝੋਲੀ ਦੇ ਵਿੱਚ ਪਾ ਗਏ ਨੇ। ਉਹਨਾਂ ਦੀ ਕੋਈ ਏਡੀ ਨੈਗੋਸੀਏਸ਼ਨ ਹੀ ਨਹੀਂ ਰਹੀ ਹੈ ਕਿ ਬਈ ਕਿੰਨਾਂ ਨੂੰ ਪੰਜਾਬ ਨੂੰ ਉਹਨਾਂ ਨੇ ਕੰਸੀਡਰ ਸ਼ਾਇਦ ਉਸ ਤਰੀਕੇ ਦੇ ਨਾਲ ਨਹੀਂ ਕੀਤਾ ਕਿ ਜਿੱਦਾਂ ਕਰਨਾ ਚਾਹੀਦਾ ਸੀਗਾ, ਕਿ ਵੀ ਜਿੱਦਾਂ ਜਿੱਦਾਂ ਤੁਸੀਂ ਰਾਜ ਲਿਆ ਸੀਗਾ ਤੇ ਤੁਸੀਂ ਜਾ ਰਹੇ ਹੋ ਤਾਂ ਤੁਸੀਂ ਉੱਦਾਂ ਹੀ ਛੱਡ ਕੇ ਜਾਂਦੇ, ਤੁਹਾਨੂੰ ਲੋੜ ਹੀ ਨਹੀਂ ਸੀਗੀ ਕਿ ਇੱਕ ਪਾਵਰ ਆਫ ਟ੍ਰਾਂਸਫਰ ਕਰਨ ਦੀ। ਤਾਂ ਅੱਜ ਉਹ ਸਾਰੇ ਜਿੰਨੇ ਵੀ ਸੀਗੇ, ਇੱਕ ਮੈਨੂੰ ਲੱਗਦਾ ਕਿ ਵੀ ਭਾਰਤ ਇੱਕ ਸ਼ਾਇਦ ਬੜਾ, ਮੈਨੂੰ ਲੱਗਦਾ ਕਿ ਕਾਮਯਾਬ ਇੱਕ ਕੌਂਟੀਨੈਂਟ ਹੋਣਾ ਸੀਗਾ, ਜਿਹੜੇ ਵੱਖਰੇ ਵੱਖਰੇ ਉਹਦੇ ਵਿੱਚ ਬਣਨੇ ਸੀਗੇ, ਮੁਲਕ ਬਣਨੇ ਸੀਗੇ, ਉਹਨਾਂ ਨੇ ਆਪਸ ਦੇ ਵਿੱਚ ਬੜਾ ਵਧੀਆ ਤਰੀਕੇ ਦੇ ਨਾਲ ਰਹਿਣਾ ਸੀਗਾ ਸਮੇਂ ਦੇ ਨਾਲ ਉਹਨਾਂ ਨੇ, ਕਿਉਂਕਿ ਸਮੇਂ ਦੇ ਨਾਲ ਰਿਸ਼ਤੇ ਸੁਧਰਦੇ ਵੀ ਆ। ਔਰ ਸਭ ਤੋਂ ਵੱਡੀ ਗੱਲ ਹੈ ਕਿ ਹਰੇਕ ਚੀਜ਼ ਜ਼ਮੀਨੀ ਪੱਧਰ ਤੇ ਆਪਾਂ ਲੈ ਲਈਏ, ਕਿ ਮੌਸਮ ਦੇ ਪੱਧਰ ਤੇ ਲੈ ਲਈਏ, ਜੰਗਲਾਤ ਦੇ ਪੱਧਰ ਤੇ ਲੈ ਲਈਏ, ਸਾਰਾ ਕੁਝ ਸੀਗਾ ਇਸ ਕੌਂਟੀਨੈਂਟ ਦੇ ਕੋਲ। ਜ਼ਮੀਨ ਉਪਜਾਊ ਸੀਗੀ, ਨਾਰਥ ਵਾਲੇ ਪਾਸੇ, ਪੰਜਾਬ ਵਾਲੇ ਪਾਸੇ ਲੈ ਲਈਏ ਕਿ ਇਕਨੋਮਿਕਲੀ ਇੰਨਾ ਸਟਰੋਂਗ ਸੀਗਾ ਕਿਉਂਕਿ ਜ਼ਮੀਨ ਬਹੁਤ ਜ਼ਿਆਦਾ ਉਪਜਾਊ ਸੀਗੀ, ਲੋਕੀ ਖੇਤੀ ਕਰਦੇ ਸੀਗੇ, ਆਪਸ ਵਿੱਚ ਬਿਜ਼ਨਸ ਬਹੁਤ ਵਧੀਆ ਹੋ ਸਕਦਾ ਸੀਗਾ। ਬਟ ਅਨਫੋਰਚੂਨੇਟਲੀ ਉਹ ਚੀਜ਼ਾਂ ਹੋਈਆਂ ਨਹੀਂ। ਹੁਣ ਆਪਾਂ ਉੱਧਰ ਹੀ ਪੜ੍ਹਦੇ ਹਾਂ ਕਿ ਪੰਜਾਬ ਵੱਲ ਨੂੰ ਜਾਂਦੇ ਹਾਂ ਕਿ ਪਹਿਲਾਂ ਤਾਂ ਅਸੀਂ ਸਿੱਖ ਰਾਜ ਵਾਲਾ ਸੀ ਨਕਸ਼ਾ। ਇੱਕ ਪੁਆਇੰਟ ਕਰਦੇ ਆ ਇਹਦੇ ਤੇ, ਕਿਉਂਕਿ ਜੇ ਹੁਣ 300-400 ਸਾਲ ਗੋਰਿਆਂ ਨੂੰ ਇਹ ਇੰਡੀਆ ਦੇ ਉੱਤੇ ਰਾਜ ਕਰਨੇ ਵਾਸਤੇ ਲੱਗਾ ਅਤੇ ਉਹਨਾਂ ਨੇ ਛੱਡਣ ਲੱਗਿਆ ਨੇ 24 ਘੰਟਿਆਂ ਦੇ ਵਿੱਚ ਉਹ ਹੱਟ ਵਿਛਾ ਛੜਾ ਕੇ ਦੌੜੇ ਉੱਥੋਂ, ਅਤੇ ਉਹ ਕੁਝ ਵੀ ਭਲਾ ਕਰਕੇ ਨਹੀਂ ਗਏ ਹੈ। ਅਤੇ ਜੇ ਉਹ ਭਲਾ ਕਰਨਾ ਸੀਗਾ ਤਾਂ ਉਹਨਾਂ ਨੂੰ ਐਨ ਸਿਸਟਮੈਟਿਕਲੀ ਕੱਲਿਆਂ ਨੂੰ ਰਾਜ ਨੂੰ ਉਹਨਾਂ ਦੇ ਸਪੁਰਦ ਕਰ ਕਰਕੇ ਜਾਂਦੇ, ਪਰ ਉਹਦੇ ਲਈ ਤਾਂ ਉਹਨਾਂ ਨੂੰ ਚਾਹੀਦੇ ਸੀਗੇ ਤਕਰੀਬਨ 10 ਸਾਲ। ਇੰਨਾ ਤਾਂ ਉਹ ਤੋਂ ਵੀ ਸ਼ਾਇਦ ਜ਼ਿਆਦਾ ਲਗਾਤਾਰ ਸੋਚ ਸਮਝ ਕੇ ਜੇ, ਅਤੇ ਉਸ ਤਰੀਕੇ ਨਾਲ ਉਹ ਕੇਓਸ ਜੀ ਬਣਾ ਕੇ ਛੱਡ ਗਏ। ਜੇ ਜਿੰਨੇ ਮਰਦੇ ਆ ਜੀ ਇਹ ਕੰਫਲਿਕਟਾਂ ਵਿੱਚ ਮਰੀ ਜਾਣਗੇ ਇਹ, ਉਹਦੇ ਨਾਲ ਦੇਖ ਲਓ ਕਿੱਦਾਂ ਪਾਰਟੀਸ਼ਨ ਦੇ ਵਿੱਚ ਉੱਥੇ 14 ਮਿਲੀਅਨ ਲੋਕ ਇੱਕ ਪਾਸਿਓਂ ਦੂਏ ਪਾਸੇ ਆਏ, 7 ਮਿਲੀਅਨ ਇੱਧਰੋਂ ਉਧਰ ਗਏ, ਉਹ 7 ਮਿਲੀਅਨ ਉਧਰ ਆਏ, ਉਹਦੇ ਵਿਚਾਲੇ ਮਿਲੀਅਨ ਬੰਦਾ ਮਾਰਿਆ ਗਿਆ। ਕੋਈ ਜ਼ਿੰਮੇਵਾਰੀ ਨਹੀਂ ਕਿਸੇ ਨੇ ਲਈ ਹਾਲੇ ਤੱਕ ਵੀ। ਮੈਂ ਤਾਂ ਕਹਿੰਦਾ ਇਹਨਾਂ ਤੇ ਕੇਸ ਚੱਲਣਾ ਚਾਹੀਦਾ, ਇਹਨਾਂ ਨੂੰ ਮਾਫੀਆਂ ਮੰਗਣੀਆਂ। ਜਿਹੜੇ ਵੀ ਇਨਵੋਲਵ ਸੀਗੇ ਲੀਡਰ, ਅਸੀਂ ਤਾਂ ਉਸ ਵੇਲੇ ਜਨਮ ਵੀ ਨਹੀਂ ਸਾਡਾ ਹੋਇਆ, ਅਸੀਂ ਤਾਂ ਗੱਲ ਹੀ ਨਹੀਂ ਕਰ ਸਕਦੇ। ਪਰ ਆਪਾਂ ਹੁਣ ਤਾਂ ਸਾਨੂੰ ਹੋਸ਼ ਆ ਨਾ, ਹੁਣ ਤਾਂ ਅਸੀਂ ਦੇਖ ਸਕਦੇ ਉਸ ਵੇਲੇ ਕਿ ਕਿੱਦਾਂ ਦੇ ਕੀ ਕੁਛ ਕਰਕੇ ਗਏ ਇਹ ਲੋਕ, ਅਤੇ ਇੰਨਾ ਉੱਥੇ ਘਾਣ ਕਰ ਦਿੱਤਾ ਇੰਨੇ ਲੋਕਾਂ ਦਾ, 1 ਮਿਲੀਅਨ ਬੰਦਾ ਮਰਵਾ ਦੇਣਾ ਉਹਨਾਂ ਉਸ ਏਰੀਏ ਦਾ, ਪੰਜਾਬ ਦਾ। ਜਿਨ੍ਹਾਂ ਲੋਕਾਂ ਨੇ ਇਹਨਾਂ ਦੇ 1 ਲੱਖ ਬੰਦਾ 4 ਸਾਲ ਪਹਿਲਾਂ ਵਰਲਡ ਵਾਰ 1 ਅਤੇ 2 ਦੇ ਵਿੱਚ ਉਹਨਾਂ ਵਾਸਤੇ ਸੈਕਰੀਫਾਈਸ ਕਰਕੇ ਇਹਨਾਂ ਨੂੰ ਆਜ਼ਾਦੀ ਦਵਾ ਕੇ ਆਏ ਸੀਗੇ। ਬਿਲਕੁਲ ਠੀਕ ਹੈ। ਆਪਣੇ ਸਿੱਖਾਂ ਦੀ, ਪੰਜਾਬੀਆਂ ਦੀ ਕਹਿ ਲਓ, ਹਿੰਦੂ ਮੁਸਲਿਮ ਸਿੱਖ ਤੇ ਨਹੀਂ ਸੀਗੀਆਂ ਕੌਮਾਂ ਪੰਜਾਬ ਦੀਆਂ, ਬਹਾਦਰ ਸੀਗੀਆਂ। ਪੰਜਾਬੀਆਂ ਦੀ ਜਿਹੜੀ ਕੁਰਬਾਨੀ ਸੀਗੀ ਉਹਨਾਂ ਨੇ, ਪੰਜਾਬੀ ਕਹੀ ਹੈ ਨਾ ਕਿ ਪੰਜਾਬੀ ਜਿਹੜੇ ਸੀਗੇ, ਜਿਹੜੇ ਇਸ ਧਰਤੀ ਤੇ ਰਹਿੰਦੇ ਸੀਗੇ, ਜਿਹੜੇ ਪੰਜਾਬੀ ਸੀਗੇ। ਹੁਣ ਅੱਜ ਪਾਕਿਸਤਾਨ ਵਾਲੇ ਪਾਸੇ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਉਹ ਪੰਜਾਬੀ ਕਹਿੰਦੇ ਨੇ, ਪੰਜਾਬੀ ਬੋਲਦੇ ਨੇ। ਹੁਣ ਜਿਹੜੇ ਇੱਥੇ ਵੀ, ਹੁਣ ਪੁਰਾਣੇ ਹਿੰਦੂ ਲੈ ਲਓ, ਹੁਣ ਤੱਕ ਦਿੱਲੀ ਤੱਕ, ਕਿਉਂਕਿ ਆਪਾਂ ਅੱਗੇ ਮੈਪਸ ਦੇ ਵਿੱਚ ਗੱਲ ਕਰਾਂਗੇ ਕਿ ਵੀ ਕਿਉਂ ਦਿੱਲੀ ਦੀ ਮੇਨ ਭਾਸ਼ਾ ਪੰਜਾਬੀ ਆ, ਤਾਂ ਉਹ ਵੀ ਪੰਜਾਬੀ ਸੀਗੇ। ਉਹ ਭਲੇ ਹੀ ਅੱਜ ਪਿਛਲੇ ਜਿਹੜੇ ਕੁਝ ਸਦੀਆਂ, ਮੈਂ ਕਹਾਂ ਕੁਝ ਦਹਾਕਿਆਂ ਦੇ ਵਿੱਚ ਇਦਾਂ ਦਾ ਹਵਾ ਚੱਲੀ ਹੈ ਕਿ ਵੀ ਉਹ ਜਿਹੜੇ ਪਹਿਲਾਂ ਮੁਸਲਮਾਨ ਪੰਜਾਬੀ ਸਿੱਖ ਕਰਵਾਇਆ ਗਿਆ, ਪੰਜਾਬੀਆਂ ਤੋਂ ਇਹ ਕਹਤਾ ਕਿ ਸਿੱਖ ਨੇ ਮੁਸਲਮਾਨ ਉਹਨਾਂ ਨੂੰ ਲੜਵਾਇਆ ਗਿਆ 47 ਵਿੱਚ। ਬਾਅਦ ਵਿੱਚ ਹੌਲੀ ਹੌਲੀ ਹੁਣ ਜਿਹੜੀ ਗੱਲ ਹੈ ਉਹ ਵੱਧਦੀ ਹਿੰਦੂ ਤੇ ਸਿੱਖਾਂ ਦੇ ਉੱਤੇ ਆ ਗਈ ਹੈ। ਤਾਂ ਉਹ ਵੀ ਅਸੀਂ ਦੇਖਦੇ ਆ ਰਹੇ ਕਿ ਬਈ ਪਿਛਲੇ ਸਮੇਂ 'ਚ ਦੇਖਿਆ ਹੀ ਹੈ ਕਿ ਇੱਕ ਦੌਰ ਚੱਲਿਆ ਜਦੋਂ ਜਿਹੜੇ ਹਿੰਦੂ ਭਾਈਚਾਰੇ ਦੇ ਜਾਂ ਸਨਾਤਨ ਧਰਮੀ ਭਾਈਚਾਰੇ ਦੇ ਲੋਕ ਸੀਗੇ, ਉਹਨਾਂ ਨੇ ਪੰਜਾਬੀ ਨੂੰ ਜਮਾਂ ਅਗੇਂਸਟ ਹੋ ਗਏ ਪੰਜਾਬੀ ਦੇ, ਔਰ ਪੰਜਾਬ ਦੇ ਮੁੱਦਿਆਂ ਨੂੰ ਉਹਨਾਂ ਨੇ ਸਾਰਾ ਸਿੱਖਾਂ ਦੇ ਝੋਲੀ ਵਿੱਚ ਪਾਤਾ। ਹੁਣ ਅਗਰ ਅਸੀਂ ਆਹ ਮੈਪ ਦੀ ਗੱਲ ਕਰੀਏ, ਇਹ ਮੈਪ ਹੈਗਾ ਜੀ 47 ਤੋਂ ਪਹਿਲਾਂ ਦਾ। ਹਾਂਜੀ, ਤੁਸੀਂ ਇਹਦੇ ਵਿੱਚ ਦੇਖ ਸਕਦੇ ਆ ਕਿ ਬਈ ਇੱਡਾ ਵੱਡਾ ਮੈਪ ਹੈ ਜਿਹਦੇ ਵਿੱਚ ਪੰਜਾਬ ਜਿਹੜੀ ਸਟੇਟ ਸੀਗੀ, ਇਹ ਆਪਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਦੀ ਗੱਲ, ਆਪਾਂ ਉਹਨਾਂ ਤੋਂ ਆਪਾਂ ਕਹੀਏ ਕਿ 100 ਸਾਲ ਤਕਰੀਬਨ ਬਾਅਦ ਦੀ ਗੱਲ ਕਰ ਰਹੇ ਹਾਂ,
ਕਿਉਂਕਿ ਉਹਨਾਂ ਦਾ ਰਾਜ ਤਾਂ 1850 ਦੇ ਕਰੀਬ ਕਰੀਬ ਚਲਾ ਗਿਆ ਸੀਗਾ, ਤਾਂ ਉਦੋਂ ਗੋਰਿਆਂ ਨੇ ਕਬਜ਼ਾ ਕਰ ਲਿਆ ਸੀਗਾ। ਬਟ 1947 ਆਪਾਂ ਕਹੀਏ ਕਰੀਬਨ 96-97 ਸਾਲਾਂ ਬਾਅਦ ਦੀ ਗੱਲ ਆਪਾਂ ਹੋ ਰਹੀ ਹੈ ਕਿ ਪੰਜਾਬ 5 ਡਿਵੀਜ਼ਨ ਦੇ ਵਿੱਚ ਭਾਈ ਸਾਹਿਬ ਜੀ ਡਿਵਾਈਡਡ ਹੈ। ਇਹ ਜਿਹੜੀਆਂ ਇਹਦੀਆਂ ਵੱਖਰੀਆਂ ਵੱਖਰੀਆਂ 5 ਡਿਵੀਜ਼ਨਸ ਨੇ ਪੰਜਾਬ ਦੀਆਂ, ਜਿਹਦੇ ਵਿੱਚ ਅੰਬਾਲਾ ਡਿਵੀਜ਼ਨ ਦੇ ਵਿੱਚ 6 ਜ਼ਿਲ੍ਹੇ ਆਉਂਦੇ ਨੇ, ਅੰਬਾਲਾ, ਕਰਨਾਲ, ਗੁਰਗਾਉਂ, ਹਿਸਾਰ, ਰੋਹਤਕ ਤੇ ਦਿੱਲੀ। ਤਾਂ ਉਹਦੇ ਬਾਅਦ ਜਲੰਧਰ ਡਿਵੀਜ਼ਨ, ਜਿਹਦੇ ਵਿੱਚ ਜਲੰਧਰ, ਹੁਸ਼ਿਆਰਪੁਰ, ਫਿਰੋਜ਼ਪੁਰ, ਲੁਧਿਆਣਾ ਤੇ ਕਾਂਗੜਾ। ਤਾਂ ਉਸ ਤੋਂ ਬਾਅਦ ਲਾਹੌਰ ਡਿਵੀਜ਼ਨ ਆਉਂਦੀ ਹੈ। ਲਾਹੌਰ ਡਿਵੀਜ਼ਨ ਜਿਹੜੀਆਂ ਤੁਸੀਂ ਗ੍ਰੀਨ ਕਲਰ 'ਚ ਦੇਖ ਰਹੇ ਹੋ, ਜਿਹਦੇ ਵਿੱਚ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ, ਸਿਆਲਕੋਟ, ਗੁਜਰਾਂਵਾਲਾ, ਸ਼ੇਖਪੁਰਾ, ਇਹ ਜਿਹੜੇ 6 ਜ਼ਿਲ੍ਹੇ ਉਹਦੇ ਵਿੱਚ ਆਉਂਦੇ ਨੇ। ਤਾਂ ਉਸ ਤੋਂ ਬਾਅਦ ਰਾਵਲਪਿੰਡੀ ਡਿਵੀਜ਼ਨ ਆਉਂਦੀ ਹੈ। ਰਾਵਲਪਿੰਡੀ ਡਿਵੀਜ਼ਨ ਦੇ ਵਿੱਚ ਅਟਕ, ਮੀਆਂਵਾਲੀ, ਸ਼ਾਹਪੁਰ, ਝੇਲਮ, ਗੁਜਰਾਤ ਤੇ ਰਾਵਲਪਿੰਡੀ ਡਿਸਟ੍ਰਿਕਟਸ ਆਉਂਦੀਆਂ ਨੇ। ਫਿਰ ਆਉਂਦੀ ਹੈ ਜੀ ਅਖੀਰਲੀ ਡਿਸਟ੍ਰਿਕਟ ਮੁਲਤਾਨ ਦੇ ਵਿੱਚ ਦੇਸਾ ਜੰਗੀ ਖਾਨ, ਮੁਲਤਾਨ, ਮਿੰਟ ਗੁਮਰੀ, ਮੁਜ਼ੱਫਰਗੜ੍ਹ ਤੇ ਝੰਗ ਤੇ ਲਾਇਲਪੁਰ। ਹੁਣ ਅਗਰ ਆਪਾਂ ਇਹ ਸਿਰਫ ਡਿਸਟ੍ਰਿਕਟਸ ਦੀ ਗੱਲ ਕਰੀਏ, ਆਪਾਂ ਬਾਹਲਾ ਜ਼ਿਆਦਾ ਪਿੰਡਾਂ 'ਚ ਨਹੀਂ ਜਾਂਦੇ ਜਾਂ ਬਾਹਲਾ ਜ਼ਿਆਦਾ ਡਿਟੇਲ ਦੇ ਵਿੱਚ ਇਹਨਾਂ ਦੇ ਨਾਮਾਂ 'ਚ ਨਹੀਂ ਜਾਂਦੇ। ਅਗਰ ਆਪਾਂ ਇਹ ਸਿਰਫ ਸ਼ਹਿਰਾਂ ਦੀ ਗੱਲ ਕਰੀਏ, ਹੁਣ ਅਗਰ ਆਪਾਂ ਸਿੱਖ ਇਤਿਹਾਸ ਜਦੋਂ ਵੀ ਪੜ੍ਹਦੇ ਹਾਂ, ਹੁਣ ਇਹ ਵਾਲੇ ਸ਼ਹਿਰ ਹੈ ਜਿਹੜੇ ਗ੍ਰੀਨ ਦੇ ਵਿੱਚ ਨੇ, ਜਿਹੜੇ ਹਰੇ ਰੰਗ ਦੇ ਵਾਲੇ ਪਾਸੇ ਨੇ, ਜਿਹੜੇ ਹੁਣ ਪਾਕਿਸਤਾਨ ਦੇ ਵਿੱਚ ਚਲੇ ਗਏ ਨੇ। ਸਾਡੇ ਇਤਿਹਾਸ ਵਿੱਚ ਜ਼ਿਆਦਾਤਰ ਜਿਹੜਾ ਜ਼ਿਕਰ ਹੈ ਇਹਨਾਂ ਸ਼ਹਿਰਾਂ ਦਾ ਆਉਂਦਾ ਆ। ਜਦੋਂ ਅਸੀਂ ਆਪਣੀ 18ਵੀਂ ਸਦੀ ਦਾ ਜਿਹੜਾ ਇਤਿਹਾਸ ਹੈ ਉਹ ਪੜ੍ਹਦੇ ਹਾਂ, ਆਪਾਂ ਕਹਿ ਦਈਏ 18ਵੀਂ ਸਦੀ ਦਾ ਜਦੋਂ ਇਤਿਹਾਸ ਆਪਾਂ ਉਹ ਜਦੋਂ ਪੜ੍ਹਦੇ, ਉਹਦੇ ਵਿੱਚ ਜ਼ਿਆਦਾਤਰ ਸਾਰਾ ਇਤਿਹਾਸ ਗੁਜਰਾਂਵਾਲਾ, ਸ਼ੇਖਪੁਰਾ, ਲਾਹੌਰ, ਲਾਇਲਪੁਰ, ਸਿਆਲਕੋਟ, ਗੁਜਰਾਤ, ਝੇਲਮ, ਸ਼ਾਹਪੁਰੀ, ਕਟਕ, ਰਾਵਲਪਿੰਡੀ, ਕਿੱਥੇ ਤੱਕ ਆਪਣੇ ਜਿਹੜੀਆਂ ਕਿਲੇ ਬਣੇ ਨੇ, ਪਿੰਡ ਬਣੇ ਨੇ, ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਆ ਜਾਂ ਉਸ ਤੋਂ ਬਾਅਦ ਦੀ ਵੀ ਆਪਾਂ ਗੱਲ ਕਰੀਏ, ਤਾਂ ਇਹ ਸਾਰਾ ਇਤਿਹਾਸ ਰਿਹਾ ਆ ਸਾਡਾ। ਤੇ ਇਹ ਸਾਰੇ ਸ਼ਹਿਰ ਸਾਡੇ ਜਾਣੇ ਪਛਾਣੇ ਨੇ। ਭਾਵੇਂ ਮੁਲਤਾਨ ਦੀ ਗੱਲ ਕਰੀਏ, ਸਾਡੇ ਪੰਜਾਬ ਦੇ ਪੁਰਾਣੇ ਲੋਕ ਗੀਤ ਹੁੰਦੇ ਸੀਗੇ, ਉਹਨਾਂ ਦੇ ਵਿੱਚ ਆਉਂਦੇ ਸੀਗੇ। ਬਟ ਤੁਸੀਂ ਦੇਖੋ ਜੀ ਏਰੀਆ ਕਿੱਡਾ ਵੱਡਾ ਆ, ਜਿਹੜਾ ਮਤਲਬ ਕਿ ਟੋਟਲ ਪੰਜਾਬ ਇਹ ਬਣਦਾ ਸੀਗਾ ਕਿ ਬਈ ਆਪਸ ਵਿੱਚ ਰਿਹਾ, ਜਿਹਨੂੰ ਬਾਅਦ ਵਿੱਚ ਪਾੜਿਆ ਗਿਆ। ਹੁਣ ਆਹ ਤੁਸੀਂ ਮੈਪ ਦੇਖੋ ਕਿ ਇਹਦੇ ਇੱਕ ਸਾਈਡ ਦੇ ਵਿੱਚ, ਦੱਖਣ ਦੇ ਵਿੱਚ ਲੈ ਲਓ ਰਾਜਪੂਤਾਨਾ ਆ। ਅਗਰ ਆਪਾਂ ਦੂਜੇ ਵਾਲੇ ਈਸਟ ਵਾਲੇ ਪਾਸੇ ਲੈ ਲਓ, ਉਹਦੇ ਯੂਨਾਈਟਿਡ ਪ੍ਰੋਵਿਜ਼ਨ ਹੈ, ਜਿਹਨੂੰ ਬੁੰਦੇਲਖੰਡ ਕਹਿੰਦੇ ਸੀਗੇ। ਨਾਰਥ ਵਿੱਚ ਕਸ਼ਮੀਰ ਸੀਗਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਿਹੜਾ ਕਸ਼ਮੀਰ ਸੀਗਾ ਉਹ ਡੋਗਰਿਆਂ ਦੇ ਕੋਲ ਚਲਾ ਗਿਆ ਸੀਗਾ, ਤਾਂ ਉਹ ਪੰਜਾਬ ਦਾ ਹਿੱਸਾ ਨਹੀਂ ਰਿਹਾ ਸੀਗਾ। ਤਾਂ ਦੂਜੇ ਪਾਸੇ ਦੇਖ ਲੀਜੀਏ ਬਲੋਚਿਸਤਾਨ ਆ ਜਾਂਦਾ ਆ ਵੈਸਟ ਵਾਲੇ ਪਾਸੇ, ਤਾਂ ਦੱਖਣ ਵਾਲੇ ਪਾਸੇ ਇੱਕਦਮ ਸਿੰਧ ਹੈਗਾ। ਇਹ ਜਿਹੜਾ ਪੰਜਾਬ ਹੈ, ਇਹਨੂੰ ਦੇਖ ਲਓ ਕਿ ਇੱਡੀ ਵੱਡੇ ਪ੍ਰੋਵੀਜ਼ਨ ਨੂੰ ਜਿਹੜਾ ਵਿਭਾਜਨ ਹੋਇਆ, ਅਗਰ ਤੁਸੀਂ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਡਿਵਾਈਡੇਸ਼ਨ ਵੀ ਹੋਈ ਹੈ, ਉਹ ਵੀ ਇੱਥੇ ਹੀ ਹੋਈ ਹੈ, ਹੋਰ ਕਿਸੇ ਪਾਰਟ 'ਚ ਨਹੀਂ ਹੋਈ। ਹਾਂ ਦੇਖੋ ਜੀ, ਹੁਣ ਸਾਰੀ ਇੰਡੀਆ ਦੇ ਵਿੱਚ ਮੁਸਲਿਮ ਆ, ਉੱਥੇ ਰਹਿ ਰਹੇ ਆ। ਹੁਣ ਇਹ ਪੰਜਾਬ ਦੇ ਅਤੇ ਹਿੰਦੂ ਅਤੇ ਮੁਸਲਮਾਨਾਂ ਨੂੰ ਇੰਨਾ ਦੁੱਖ ਹੋ ਗਿਆ ਸੀਗਾ ਕਿ ਇਹਨਾਂ ਨੂੰ ਪਾਰਟੀਸ਼ਨ, ਇਹਨਾਂ ਨੂੰ ਵੱਖਰੇ ਕਰਨਾ ਜ਼ਰੂਰੀ ਸੀਗਾ। ਹੁਣ ਪੰਜਾਬ ਤਾਂ ਇਹ ਸਾਰੇ ਤਿੰਨਾਂ ਹੀ ਧਰਮਾਂ ਦੇ ਨਾਲ ਬਣਦਾ। ਪੰਜਾਬ ਹਿੰਦੂ, ਮੁਸਲਿਮ ਅਤੇ ਸਿੱਖਾਂ ਦੇ ਨਾਲ ਪੰਜਾਬ ਬਣਦਾ, ਅਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਆਪਣੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦੇ ਵਚਨਾਂ ਅਨੁਸਾਰ। ਅਤੇ ਇੱਥੇ ਦੀ ਸੰਸਕ੍ਰਿਤੀ ਦੇ ਵਿੱਚ ਰਚੇ ਹੋਏ ਆ ਗੁਰੂਆਂ ਦੇ ਉਪਦੇਸ਼, ਇੱਥੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਸੂਫੀਆਂ ਦੇ ਕਲਾਮ ਅਤੇ ਹੋਰ ਜੋ ਵੀ ਇਹਨਾਂ ਤਿੰਨਾਂ ਹੀ ਧਰਮਾਂ ਦੇ ਜਿਹੜੇ ਗੁਣ ਹੈਗੇ ਆ ਉਹ ਵਸੇ ਹੋਏ ਆ। ਹੁਣ ਇਹ ਪਾਰਟੀਸ਼ਨ ਕਰਨ ਕੇ ਜਦੋਂ ਇਹਨਾਂ ਨੇ ਸਮਝੌਤਾ ਕੀਤਾ, ਮੈਨੂੰ ਸਮਝ ਨਹੀਂ ਪੈਂਦੀ ਕਿ ਕਿਹੜੇ ਹਿਸਾਬ ਨਾਲ ਕੀਤਾ। ਐਡਾ ਬੜਾ ਘਾਣ ਜਦੋਂ ਸ਼ੁਰੂ ਹੋ ਗਿਆ, ਹੁਣ ਗਾਂਧੀ ਅਹਿਮਦਾਬਾਦ ਦੇ ਵਿੱਚ ਬੈਠਾ ਦੇਖਦਾ ਰਿਹਾ ਹੈ ਗੁਜਰਾਤ ਦੇ ਵਿੱਚ ਕਿ ਕੀ ਹੋਣ ਲੱਗਾ ਆ। ਜਦੋਂ ਪੰਜਾਬ ਦੇ ਵਿੱਚ ਐਨ ਅੱਗ ਭੜਕ ਗਈ, ਐਨ ਲਾਗੇ ਮਰਨੇ ਸ਼ੁਰੂ ਹੋ ਗਿਆ, ਫਿਰ ਇਹ ਗੱਡੀ ਫੜੀ, ਇਹ ਨਾਲ ਇਲਾਹਾਬਾਦ ਤੋਂ ਇਹ ਚੱਲ ਗਿਆ ਉਧਰ ਨੂੰ ਕਲਕੱਤੇ ਵੱਲ ਨੂੰ। 3-4 ਦਿਨ ਤਾਂ ਜਾਣ ਨੂੰ ਲੱਗੇ। ਉੱਥੇ ਜਾ ਕੇ ਜੀ ਭੁੱਖ ਹੜਤਾਲ ਰੱਖ ਦਿੱਤੀ। ਇੱਥੇ ਮੈਂ ਨਹੀਂ ਚਾਹੁੰਦਾ ਜੀ ਇਹ ਉੱਠਣ ਦੇ, ਇਹਦੇ ਪੰਜਾਬ ਵੱਲੋਂ ਕਿਉਂ ਨਹੀਂ ਆਇਆ? ਅਸਲ ਦੇ ਵਿੱਚ ਇਹ ਖੋਟ ਨੀਤੀਆਂ ਨਾ ਇਹਨਾਂ ਦੇ ਕਰ ਕੇ ਉੱਤੋਂ ਕੁਝ ਤਾਂ ਦੱਸਦੇ ਕੁਛ ਹੈ। ਇਹਨਾਂ ਨੇ ਜਿੰਨਾ ਘਾਣ ਕੀਤਾ ਉਹ ਤਾਂ ਦੇਖਣੇ ਨੂੰ ਇਹ ਵੱਡੇ ਸਾਊ ਜਿਹੇ ਲੱਗਦੇ ਆ, ਵੱਡੇ ਮਹਾਂਪੁਰਸ਼ ਹੁੰਦੇ ਆ, ਪਰ ਕਿੰਨੇ ਬੰਦੇ ਇਹਨਾਂ ਨੇ ਮਰਵਾਤੇ ਆ ਤੇ ਏਦਾਂ ਦੀਆਂ ਕੁਟਲ ਨੀਤੀਆਂ ਦੇ ਨਾਲ। ਉਹਨਾਂ ਮੇਰੇ ਇਤਿਹਾਸ ਦੇ ਵਿੱਚ ਹਿਟਲਰ ਵਰਗਾ ਮਾਰ ਕੇ ਗਿਆ।
ਇਦਾਂ ਦੀਆਂ ਮਤਲਬ ਹੁਣ ਜੇ ਇੱਦਾਂ ਦੀ ਗੱਲ ਕਰੀਏ ਤਾਂ ਫਿਰ ਇਹਨਾਂ ਨੂੰ ਦੁੱਖ ਵੀ ਲੱਗਣਾ, ਪਰ ਦੁੱਖ ਵਾਲੀ ਗੱਲ ਹੈਗੀ ਵੀ ਆ ਨਹੀਂ ਵੀ, ਕਿ ਹੁਣ ਜੇ ਸਿੱਖਾਂ ਨੇ ਉਸ ਵੇਲੇ ਇਹ ਫੈਸਲਾ ਕੀਤਾ ਕਿ ਅਸੀਂ ਮੁਸਲਮਾਨਾਂ ਨਾਲੋਂ ਇੰਡੀਆ ਦੇ ਵਿੱਚ ਹਿੰਦੂਆਂ ਦਾ ਰਹਾਂਗੇ, ਚਲੋ ਇੱਧਰ, ਇਹ ਉਸ ਵੇਲੇ ਦੀਆਂ ਲੀਡਰਾਂ ਦਾ ਫੈਸਲਾ ਸੀਗਾ। ਅਤੇ ਬਾਅਦ ਦੇ ਵਿੱਚ ਹੁਣ ਤੱਕ ਦੇਖ ਲਿਆ ਸਿੱਖਾਂ ਨੇ ਕਿ ਵੀ ਇਹ ਹਿੰਦੂਆਂ ਨੇ ਵੀ ਕੋਈ ਉਹ ਚੰਗਾ ਸਲੂਕ ਨਹੀਂ ਕੀਤਾ ਸਿੱਖਾਂ ਦੇ ਨਾਲ। ਬਿਲਕੁਲ ਇਹ ਗੱਲ ਤਾਂ ਉਹੀ ਹੈ, ਗੱਲ ਤਾਂ ਲੀਡਰਸ਼ਿਪ ਦੀ ਹੈ ਕਿ ਵੀ ਨੈਗੋਸ਼ੀਏਟ ਨਹੀਂ ਕਰ ਸਕੇ, ਕਿ ਜਿਹੜੀ ਲੀਡਰਸ਼ਿਪ ਤੋਂ ਉਹਨਾਂ ਨੇ ਖੋਇਆ ਸੀਗਾ, ਜਿਸ ਲੈਵਲ ਦੀ ਲੀਡਰਸ਼ਿਪ ਤੋਂ ਖੋਇਆ ਸੀਗਾ ਉਹਨਾਂ ਨੇ ਪੰਜਾਬ, ਤੇ ਵਾਪਸ ਜਦੋਂ ਦੇਣ ਵਾਲੀ ਗੱਲ ਹੈ, ਸ਼ਾਇਦ ਉਹਨਾਂ ਨੂੰ ਲੱਗਾ ਕਿ ਬੰਦੇ ਉਹਦੇ ਕੈਪੇਬਲ ਨਹੀਂ ਹੈਗੇ, ਕਿਉਂਕਿ ਬੜਾ ਕੁਝ ਹੋਇਆ ਸੀਗਾ ਕਿ ਲੋਕ ਜਿਹੜੇ ਸੀਗੇ ਨੈਗੋਸ਼ੀਏਟ ਕਰਨਾ ਚਾਹੁੰਦੇ ਸੀਗੇ, ਬਟ ਉਹ ਝੂਠੇ ਲਾਰਿਆਂ ਦੇ ਵਿੱਚ, ਤਾਂ ਉਹ ਝੂਠੇ ਲਾਰਿਆਂ ਦੇ ਵਿੱਚ ਹੀ ਮੈਂ ਕਹੂੰਗਾ ਕਿ ਕਮਿਟਮੈਂਟਸ ਵਿੱਚ ਫਸ ਗਏ। ਤਾਂ ਐਨੀਵੇ ਉਹ ਇੱਕ ਇਤਿਹਾਸ ਦਾ ਪੱਖ ਹੈ। ਹੁਣ ਅਸੀਂ ਗੱਲ ਕਰੀਏ ਕਿ ਵੀ ਜਦੋਂ ਭਾਰਤ ਦਾ ਪੰਜਾਬ ਦਾ ਜਦੋਂ ਵਿਭਾਜਨ ਹੁੰਦਾ ਆ, ਇਹ ਇੱਕ ਚਲੋ ਇੱਕ ਆਪਾਂ ਮੈਪ ਦੱਸ ਦੇ ਕਿ ਵੀ ਇਹ ਪਾਰਟ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਦਾ ਵੀ ਜਿਹੜਾ ਮੈਜੋਰਟੀ ਆਫ ਪਾਰਟ ਆ, ਇੱਕ ਵੱਡਾ ਭਾਗ ਜਿਹੜਾ ਆ ਉਹ ਪੰਜਾਬ ਜਿਹੜੀ ਸਟੇਟ ਆ, ਜਾਂ ਪਾਕਿਸਤਾਨ ਦੀ ਮੁਲਕ ਦੀ ਵੀ ਅਗਰ ਕਹੀਏ ਕਿ ਸਭ ਤੋਂ ਅਮੀਰ ਸਟੇਟ ਜਿਹੜੀ ਆ ਉਹ ਪੰਜਾਬ ਹੀ ਹੈਗੀ ਆ। ਅਗਰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜਾ ਪਾਕਿਸਤਾਨ ਦਾ ਜਦੋਂ ਭਾਰਤ ਤੇ ਪਾਕਿਸਤਾਨ ਦਾ ਆਪਸ ਵਿੱਚ ਵਿਭਾਜਨ ਹੋ ਗਿਆ, ਉਹਦੇ ਵਿੱਚ ਜਦੋਂ ਪੰਜਾਬ ਰਗੜਿਆ ਗਿਆ, ਹੁਣ ਅਸੀਂ ਲਾਲ ਵਿੱਚ ਦੇਖ ਰਹੇ ਕਿ ਇੰਨਾ ਪਾਰਟ ਸੀਗਾ, ਇੱਕ ਈਸਟ ਪੰਜਾਬ ਆ ਗਿਆ, ਇੱਕ ਵੈਸਟ ਪੰਜਾਬ ਹੋ ਗਿਆ, ਕਰੀਬਨ 54% ਜਿਹੜਾ ਪੰਜਾਬ ਸੀਗਾ ਉਹ ਪਾਕਿਸਤਾਨ ਦੇ ਕੋਲ ਚਲਾ ਗਿਆ, ਔਰ ਕਰੀਬਨ 45% ਪੰਜਾਬ ਸੀਗਾ ਉਹ ਭਾਰਤ ਵਾਲੇ ਪਾਸੇ ਜਿਹੜਾ ਆ ਉਹ ਆ ਗਿਆ। ਤੇ ਉਸ ਤੋਂ ਬਾਅਦ ਅਸੀਂ ਦੇਖਦੇ ਕਿ ਵਿੱਚ ਜਿਹੜਾ ਨੀਲੇ ਵਾਲਾ ਪਾਸਾ, ਇਹ ਸਾਰੀਆਂ ਜਿਹੜੀਆਂ ਸਟੇਟ ਸੀਗੀਆਂ, ਜਾਂ ਜਿਹੜੇ ਅਗਰ ਆਪਾਂ ਕਹੀਏ 29 ਜਿਹੜੇ ਜ਼ਿਲ੍ਹੇ ਸੀਗੇ, ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਹੜੀਆਂ ਪੰਜ ਡਿਵੀਜ਼ਨ ਸੀਗੀਆਂ, 5 ਵਿੱਚੋਂ 3 ਡਿਵੀਜ਼ਨਸ ਚਲੇ ਗਈਆਂ ਪਾਕਿਸਤਾਨ ਦੇ ਵਿੱਚ, ਤਾਂ 2 ਡਿਵੀਜ਼ਨਸ ਹੀ ਸਿਰਫ ਜਿਹੜੀਆਂ ਭਾਰਤ ਵਿੱਚ ਆਉਂਦੀਆਂ ਨੇ, ਔਰ 29 ਜ਼ਿਲ੍ਹਿਆਂ ਦੇ ਵਿੱਚੋਂ 16 ਜ਼ਿਲ੍ਹੇ ਜਿਹੜੇ ਸੀਗੇ ਉਹ ਪਾਕਿਸਤਾਨ ਦੇ ਕੋਲ ਚਲੇ ਜਾਂਦੇ, ਤਾਂ 13 ਜ਼ਿਲ੍ਹੇ ਜਿਹੜੇ ਨੇ ਉਹ ਭਾਰਤ ਦੇ ਕਬਜ਼ੇ ਵਿੱਚ ਆ ਜਾਂਦੇ ਨੇ। ਹੁਣ ਅਗਰ ਅਸੀਂ ਆਹ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪਹਿਲੀ ਗੱਲ ਇਹ ਹੈ ਕਿ ਇਹਦੇ ਵਿੱਚ ਕੁਝ ਰਿਆਸਤਾਂ ਜਿਹੜੀਆਂ ਸੀਗੀਆਂ ਉਹ ਵੀ ਪੰਜਾਬ ਵਿੱਚ ਸੀਗੀਆਂ, ਜਿਨ੍ਹਾਂ ਦੇ ਵਿੱਚ ਰਾਜ ਘਰਾਣੇ ਸੀਗੇ, ਜਿਨ੍ਹਾਂ 'ਚ ਮਸ਼ਹੂਰ ਜਿਹੜੇ ਜਿਨ੍ਹਾਂ ਨੇ ਕਾਫੀ ਬਾਅਦ 47 ਤੋਂ ਬਾਅਦ ਵੀ ਜਿਹੜੇ ਉਹ ਉਹਦੇ ਉੱਤੇ ਕਾਬਜ ਰਹੇ ਨੇ ਆਪਣੀ ਗੱਦੀਆਂ ਦੇ ਉੱਤੇ, ਜਿਨ੍ਹਾਂ 'ਚੋਂ ਪਟਿਆਲਾ ਦਾ ਨਾਮ ਸਭ ਤੋਂ ਉੱਪਰ ਆਉਂਦਾ ਹੈ, ਜਿੰਦ ਹੋ ਗਿਆ, ਨਾਭਾ ਹੋ ਗਿਆ, ਕਪੂਰਥਲਾ ਹੋ ਗਿਆ, ਫਿਰ ਬਹਾਵਲਪੁਰ ਹੋ ਗਿਆ, ਸਿਰਮੂਰ ਹੋ ਗਿਆ, ਫਿਰ ਬਰਸ਼ਲਪੁਰ ਹੋ ਗਿਆ, ਤੇ ਚੰਬਾ ਹੋ ਗਿਆ। ਤੇ ਜਿਹੜੇ ਉੱਪਰ ਅਸੀਂ ਦੇਖ ਰਹੇ ਹਾਂ ਕਿ ਮਿੱਟੀ ਜਿਹੇ ਰੰਗ ਦੇ ਹੈਗੇ ਨੇ, ਇਹ 2 ਜਿਹੜੀਆਂ ਹਿਮਾਚਲ ਜਿਹਨੂੰ ਹੁਣ ਸਟੇਟ ਕਹਿੰਦੇ ਨੇ, ਉੱਥੇ 2 ਰਾਜ ਘਰਾਣੇ ਸੀਗੇ। ਤੇ ਜਿਹੜਾ ਅਸੀਂ ਸੈਂਟਰ 'ਚ ਦੇਖ ਰਹੇ ਹਾਂ ਜੀ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਫਿਰ ਇੱਕ ਪੈਪਸੂ ਸਟੇਟ ਬਣਾ ਦਿੱਤੀ 1950 ਦੇ ਵਿੱਚ, ਉਹਨਾਂ ਨੇ ਪੈਪਸੂ ਸਟੇਟ 'ਚ, ਇਹਦੇ ਵਿੱਚ ਕੀ ਕਹਿੰਦੇ ਆ, ਪਟਿਆਲਾ ਤੇ ਜਦੋਂ ਮਤਲਬ ਆਪਾਂ ਫੁੱਲ ਫਾਰਮ ਕਰ ਆਪਾਂ ਪੈਪਸੂ ਦਾ ਕਹਿੰਦੇ ਨੇ, 8 ਰਾਜ ਘਰਾਣੇ ਮਿਲਾ ਕੇ ਇੱਕ ਪੈਪਸੂ ਬਣਾ ਦਿੱਤੇ, ਸਟੇਟ ਬਣਾਤੀ, ਜਿਹਨੂੰ ਕਹਿੰਦੇ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨਸ, ਜਿਹਦੇ ਵਿੱਚ 8 ਜਿਹੜੇ ਪੰਜਾਬ ਦੇ ਰਾਜ ਘਰਾਣੇ ਆਉਂਦੇ ਸੀਗੇ, ਪਟਿਆਲਾ, ਜੀਂਦ, ਨਾਭਾ, ਫਰੀਦਕੋਟ, ਮਲੇਰਕੋਟਲਾ, ਕਪੂਰਥਲਾ, ਕਲਸੀਆ ਤੇ ਨਾਲਾਗੜ੍ਹ, ਇਹ ਮਿਲਾ ਕੇ ਪੈਪਸੂ ਬਣਦਾ ਆ। ਤੇ ਜਿੱਥੇ ਅਸੀਂ ਦੇਖਦੇ ਹਾਂ, ਜਿਹਦਾ ਅੱਜ ਨਾਮ ਅਗਰ ਮੈਂ ਕਹਾਂ ਪੰਜਾਬ ਦੇ ਜਿਹੜੇ ਅੱਜ ਕੱਲ੍ਹ ਦੇ ਲੋਕਾਂ ਨੇ ਤਾਂ ਪੈਪਸੂ ਰੋਡਵੇਜ਼ ਹੀ ਸੁਣਿਆ ਹੋਊਗਾ ਭਾਜੀ, ਪੁਰਾਣਾ ਤਾਂ ਸ਼ਾਇਦ ਇਹਨਾਂ ਨੂੰ ਪਤਾ ਨਾ ਹੋਵੇ ਕਿ ਪੈਪਸੂ ਰੋਡਵੇਜ਼ ਦੇਖਦੇ ਕਿ ਪੰਜਾਬ ਰੋਡਵੇਜ਼ ਦੇ ਬਰਾਬਰ ਇੱਕ ਬੱਸ ਚੱਲਦੀ ਹੈ ਪਟਿਆਲੇ ਵਾਲੀ ਸਾਈਡ ਤੋਂ, ਉਹ ਪੈਪਸੂ ਇਸੇ ਕਰਕੇ ਚੱਲਦੀ ਹੈ। ਤਾਂ 1956 ਵਿੱਚ ਪੈਪਸੂ ਵੀ ਜਿਹੜੀ ਆ ਉਹ ਵੀ ਪੰਜਾਬ ਦੇ ਵਿੱਚ ਮਰਜ ਹੋ ਜਾਂਦੀ ਆ। ਹੁਣ ਇੱਥੇ ਸਿਰਫ ਇੱਕ ਚੀਜ਼ ਐਡ ਕਰਾਂਗਾ ਕਿ ਇੱਕ ਤੁਸੀਂ ਛੋਟੀ ਜਿਹੀ ਬਿੰਦੀ ਇੱਥੇ ਦੇਖ ਰਹੇ ਹੋਵੋਗੇ, ਆਹ ਵਾਲੀ ਜਿਹੜੀ ਔਰੰਜ ਜਿਹੇ ਕਲਰ ਦੀ ਹੈ, ਇਹ ਹੈ ਜੀ ਦਿੱਲੀ, ਜਿਹੜੀ ਕਿ ਕਿਸੇ ਸਮੇਂ ਪੰਜਾਬ ਦਾ ਹਿੱਸਾ ਹੁੰਦੀ ਸੀਗੀ, ਬਟ 1900 ਹਾਂਜੀ ਪੰਜਾਬ ਦਾ ਹਿੱਸਾ ਹੁੰਦੀ ਸੀ, ਬਿਲਕੁਲ। ਤੇ ਬਟ 1900 ਡੇਟ ਇਹਦੀ ਹੈਗੀ 1911 ਦੇ ਵਿੱਚ ਜੀ, ਅੰਗਰੇਜ਼ਾਂ ਨੇ ਇਹਨੂੰ ਪੰਜਾਬ ਤੋਂ ਵੱਖਰਾ ਕਰਕੇ, ਤਾਂ 1911 ਦੇ ਵਿੱਚ ਦਿੱਲੀ ਨੂੰ ਉਹਨਾਂ ਨੇ ਇੱਕ ਕੈਪੀਟਲ ਬਣਾਤਾ ਸੀਗਾ। ਤਾਂ ਮਤਲਬ ਯਾਨੀ ਕਿ 47 ਤੋਂ ਕਾਫੀ ਪਹਿਲਾਂ ਜਿਹੜੀ ਸੀਗੀ ਦਿੱਲੀ ਵੱਖਰੀ ਕਰ ਦਿੱਤੀ ਸੀਗੀ, ਕਿਉਂਕਿ ਮੁਗਲਾਂ ਦੇ ਟਾਈਮ ਦੇ ਵਿੱਚ ਵੀ ਦਿੱਲੀ ਕਿਤੇ ਨਾ ਕਿਤੇ ਇੱਕ ਰਾਜਧਾਨੀ ਦਾ ਵੱਡਾ ਉਹਨੇ ਰੋਲ ਨਿਭਾਇਆ ਆ, ਤੇ ਕਾਫੀ ਵੱਡਾ ਸ਼ਹਿਰ ਸੀਗਾ। ਮਗਰ ਅੱਜ ਅਸੀਂ ਅਗਰ ਪੰਜਾਬ ਦੇ ਵਿੱਚ ਦੇਖਦੇ, ਦਿੱਲੀ ਵਿੱਚ ਦੇਖਦੇ ਹਾਂ ਕਿ ਹਰ ਥਾਂ ਦੇ ਉੱਤੇ ਪੰਜਾਬੀ 'ਚ ਬੋਰਡ ਲੱਗੇ ਨੇ, ਪੰਜਾਬੀ ਦੀਆਂ ਅਖਬਾਰਾਂ ਚੱਲਦੀਆਂ ਨੇ, ਔਰ ਜਿਹੜੇ ਵੀ ਸਾਈਨ ਬੋਰਡ ਸੀਗੇ, ਭਾਸ਼ਾ ਵੀ ਲੈ ਲਈਏ, ਦਿੱਲੀ ਦਾ ਕਲਚਰ ਵੀ ਜਿਹੜਾ ਉਹ ਪੰਜਾਬੀ ਆ,
ਉਹਦਾ ਰੀਜ਼ਨ ਹੀ ਇਹ ਹੈ ਕਿ ਮੈਂ ਸਿੱਖ ਸ਼ਬਦ ਨਹੀਂ ਵਰਤੂੰਗਾ, ਪੰਜਾਬੀ ਸ਼ਬਦ ਹੈ ਤੇ ਪੰਜਾਬੀ ਕਲਚਰ ਚੱਲਦਾ। ਉਹਦਾ ਕਾਰਨ ਹੀ ਇਹ ਹੈ ਕਿ ਦਿੱਲੀ ਜਿਹੜੀ ਹੈ ਉਹ ਹਮੇਸ਼ਾ ਤੋਂ ਪੰਜਾਬ ਦਾ ਹਿੱਸਾ ਰਹੀ ਹੈ, ਤਾਂ ਹੀ ਉੱਥੇ ਪੰਜਾਬੀ ਖਾਣੇ, ਪੰਜਾਬੀ ਪੂਰਾ ਕਲਚਰ ਹੀ ਜਿਹੜਾ ਦਿੱਲੀ ਦਾ ਪੰਜਾਬੀ ਚੱਲਦਾ ਆ। ਮਗਰ ਹੁਣ ਉਹਨੂੰ ਚਲੋ ਇੱਕ ਮਲਟੀਕਲਚਰਲ ਸ਼ਹਿਰ ਹੋਣ ਦੇ ਬਾਵਜੂਦ ਵੀ ਉਹਨੂੰ ਹੁਣ ਹਿੰਦੂ ਸ਼ਹਿਰ ਜਿਹੜਾ ਬਣਾਇਆ ਜਾ ਰਿਹਾ ਆ, ਸਾਰਾ ਕੁਝ ਕੱਟਿਆ ਜਾ ਰਿਹਾ ਭਾਜੀ। ਇਹੀ ਤਾਂ ਇੰਟਰਫੀਰੈਂਸ ਆ ਹੁਣ, ਜਿਹੜੀ ਇਸ ਲੈਵਲ ਦੀ ਇੰਟਰਫੀਰੈਂਸ ਕਰਨ ਲੱਗ ਪੈਂਦੇ ਆ ਨਾ, ਧਰਮ ਦੇ ਨਾਲ ਇੰਟਰਫੀਰੈਂਸ ਜਾਂ ਬੋਲੀ ਦੇ ਨਾਲ ਇੰਟਰਫੀਰੈਂਸ ਜਾਂ ਮੈਂ ਲੋਕਾਂ ਦੇ ਸੱਭਿਆਚਾਰ ਦੇ ਨਾਲ ਇੰਟਰਫੀਰੈਂਸ, ਇਹ ਸਭ ਤੋਂ ਗਲਤ ਕੰਮ ਹੈਗਾ ਜਿਹੜਾ ਮਤਲਬ ਉੱਥੇ ਕਰਕੇ ਲੋਕਾਂ ਦੇ ਮਨ ਦਿਖਾਏ ਜਾਂਦੇ ਆ। ਨਹੀਂ ਤੇ ਨੌਰਥਨ ਇੰਡੀਆ ਜਿਹੜੀ ਹੈਗੀ ਆ ਉਹ ਤਕਰੀਬਨ ਸਾਰੇ ਹੀ ਉਹ ਪੰਜਾਬੀ ਹਿੰਦੀ ਹੋਈ, ਉਹ ਕੋਈ ਐਡਾ ਫਰਕ ਨਹੀਂ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਜਿਹੜੀ ਆ ਨੌਰਥਨ ਇੰਡੀਅਨ ਭਾਸ਼ਾ ਸਾਰੀਆਂ ਉਹਦੇ ਵਿੱਚ ਆ ਜਾਂਦੀਆਂ, ਅਤੇ ਹਿੰਦੀ ਵੀ ਉਹ ਤੋਂ ਸਾਡੇ ਤੋਂ ਦੂਰ ਨਹੀਂ ਹੈ। ਹੁਣ ਹਿੰਦੀ ਅਤੇ ਪੰਜਾਬੀ ਦੇ ਵਿੱਚ ਨਫ਼ਰਤ ਪੈਦਾ ਕਰਨਾ ਹੀ ਸਭ ਤੋਂ ਗਲਤ ਕੰਮ ਸੀਗਾ। ਨਹੀਂ, ਇਹ ਦੋਨੋਂ ਭਾਸ਼ਾ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਨੇ ਪ੍ਰਵਾਨ ਕੀਤਾ ਆ, ਅਤੇ ਸਾਨੂੰ ਕੀ ਪ੍ਰੋਬਲਮ ਸੀਗੀ। ਅਤੇ ਨੌਰਥ ਇੰਡੀਆ ਦੀਆਂ ਭਾਸ਼ਾ ਹੈਗੀਆਂ, ਨੌਰਥ ਇੰਡੀਆ ਦੇ ਵਿੱਚ ਸਭ ਹੁਣ ਮਤਲਬ ਜੇ ਪੰਜਾਬੀ ਨੂੰ ਖਤਮ ਕਰੋ ਤੇ ਹਿੰਦੀ ਨੂੰ ਲਾਗੂ ਕਰੋ, ਇਹ ਤਾਂ ਲੜਾਈ ਨੂੰ ਪਾਉਣੇ ਵਾਲੀਆਂ ਗੱਲਾਂ ਹੈਗੀਆਂ ਜਿਹੜੀਆਂ ਕੀਤੀਆਂ ਗਈਆਂ। ਮਤਲਬ ਸਾਡੇ ਨਾਲ ਧੱਕਾ ਤਾਂ ਹੋਇਆ, ਇਸ ਤਰੀਕੇ ਨਾਲ ਧੱਕਾ ਹੋਇਆ, ਨਹੀਂ ਤਾਂ ਅਸੀਂ ਪੰਜਾਬੀ ਹੋਏ ਹਿੰਦੀ ਹੋਏ ਉਹਨਾਂ ਨੂੰ ਕੋਈ ਨੌਰਥਨ ਇੰਡੀਆ ਦੀਆਂ ਭਾਸ਼ਾ ਤੇ ਉਹ ਚੱਲਦੀਆਂ, ਮਤਲਬ ਇੱਕ ਦੂਜੇ ਦੀਆਂ ਭੈਣਾਂ ਕਹਿ ਲਓ। ਉਰਦੂ ਵੀ ਨਾਲ ਉਹੀ ਕੋਈ ਚੀਜ਼ ਆ। ਉਰਦੂ ਅਤੇ ਹਿੰਦੀ ਦੇ ਵਿਚਾਲੇ ਪੰਜਾਬੀ ਬੈਠੀ ਹੈ, ਜਿਹੜੀ ਦੋਹਾਂ ਦੀ ਮਾਂ ਆ ਇਹ ਪੰਜਾਬੀ। ਹੁਣ ਭਾਈ ਪਾਸੇ ਪੰਜਾਬੀ ਦੇ ਪੁਰਾਣੇ ਤੁਸੀਂ ਲੈ ਲਓ ਨਾ, ਪੰਜਾਬ ਦੇ ਜਿੰਨੇ ਪੁਰਾਣੇ ਬਜ਼ੁਰਗ ਹੈ, ਮੈਨੂੰ ਯਾਦ ਹੈ ਸਾਡੇ ਪਿੰਡ 'ਚ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਭਾਜੀ, ਉਰਦੂ ਦਾ ਅਖਬਾਰ ਆਉਂਦਾ ਹੁੰਦਾ ਸੀਗਾ। ਜਿੰਨੇ ਪੁਰਾਣੇ ਬਜ਼ੁਰਗ ਹੁੰਦੇ ਸੀਗੇ ਉਹ ਸਾਰੇ ਉਰਦੂ ਦਾ ਅਖਬਾਰ ਪੜ੍ਹਦੇ ਹੁੰਦੇ ਸੀਗੇ। ਇੱਕ ਭਾਸ਼ਾ ਜਿਹੜੀ ਸਾਡੀ ਇੱਕ ਤਰ੍ਹਾਂ ਦਾ ਇੱਕ ਮੇਨ ਭਾਸ਼ਾ ਵੀ ਹੁੰਦੀ ਸੀਗੀ, ਪੰਜਾਬੀ ਦੇ ਵਿੱਚ ਬੋਲਦੇ ਸੀਗੇ। ਤਾਂ ਮਤਲਬ ਇਹ ਹੁਣ ਇੱਕ ਚੀਜ਼ ਹੈਗੀ ਕਿ ਹੌਲੀ ਹੌਲੀ ਉਹ ਚੀਜ਼ਾਂ ਜਿਹੜੀਆਂ ਨੇ ਖਤਮ ਹੋ ਗਈਆਂ ਨੇ। ਇੱਕ ਕਲਚਰ ਜਿਹੜਾ ਲੋਕਾਂ ਨੇ ਦੇਖਿਆ, ਹੁਣ ਸਾਰਾ ਕੁਝ ਸਿਰਫ ਇੱਕ ਅੰਗਰੇਜ਼ੀ ਤੇ ਹਿੰਦੀ ਦੇ ਵਿੱਚ ਹੀ ਉਹਨੂੰ ਸਮਾ ਕੇ ਜਿਹੜਾ ਆ ਰੱਖਣਾ ਚਾਹੁੰਦੇ ਨੇ। ਅਗਰ ਦੂਜੇ ਅਸੀਂ ਮਾਡਲ ਤੇ ਜਾ ਕੇ ਦੇਖ ਲਈਏ, ਯੂਰੋਪੀਅਨ ਮਾਡਲ ਤੇ ਤੁਸੀਂ ਅੱਜ ਯੂਰਪ ਦੇ ਬੰਦਿਆਂ ਨੂੰ ਮਿਲੋ ਹਨਾ, ਤਾਂ ਉਹ ਆਪਣੇ ਕਲਚਰ ਨੂੰ ਸੰਭਾਲਣ ਦੇ ਤੁਰੇ। ਕਿਤੇ ਨਾ ਕਿਤੇ ਉਹਨਾਂ ਨੂੰ ਵੀ ਡਰ ਪਿਆ ਆ, ਕਿਉਂਕਿ ਬਹੁਤ ਜ਼ਿਆਦਾ ਮਿਕਸਰ ਪਿਆ, ਜਿਹਦੀ ਤੁਸੀਂ ਸ਼ੁਰੂਆਤ ਵਿੱਚ ਗੱਲ ਕੀਤੀ ਹੈ ਕਿ ਬਹੁਤ ਜ਼ਿਆਦਾ ਮਿਕਸ ਹੋ ਗਿਆ, ਕਿ ਵੀ ਇੱਕ ਦੂਜੇ ਵਿੱਚ ਮੂਵਮੈਂਟ ਹੋ ਗਈ, ਆਪਸ 'ਚ ਵਿਆਹ ਹੋ ਗਏ, ਕਲਚਰਾਂ ਦੇ ਆਦਾਨ ਪ੍ਰਦਾਨ ਹੋ ਗਏ, ਜਿਹਦੇ ਕਰਕੇ ਕਾਫੀ ਕੁਝ ਚਲੋ ਉਹਨਾਂ ਦਾ ਵੀ ਨੁਕਸਾਨ ਹੋ ਰਿਹਾ। ਬਟ ਸਟਿਲ ਕਿਉਂਕਿ ਉਹ ਆਪਣੀ ਇੱਕ ਇੰਡੀਪੈਂਡੈਂਟ ਸਟੇਟ, ਆਪਣਾ ਇੰਡੀਪੈਂਡੈਂਟ ਮੁਲਕ ਜਿਹੜਾ ਆ ਉਹਨੂੰ ਸਾਂਭਦੇ ਨੇ, ਆਪਣਾ ਜਿਹੜਾ ਕਾਰੋਬਾਰ ਹੈ ਉਹ ਸਾਰਾ ਆਪਣੀ ਭਾਸ਼ਾ 'ਚ ਕਰਦੇ ਨੇ, ਕਿਉਂਕਿ ਉਹ ਇੰਡੀਪੈਂਡੈਂਟ ਸਟੇਟ ਹੈ ਕਿ ਉਹ ਸਟਿਲ ਉਹ ਆਪਣੀ ਭਾਸ਼ਾ ਨੂੰ, ਆਪਣੇ ਕਲਚਰ ਨੂੰ ਬਚਾ ਸਕਦੇ ਨੇ। ਬਟ ਜਦੋਂ ਤੁਸੀਂ ਉਹਨੂੰ ਰਲਾ ਮਿਲਾਈ ਦੇਵੋਗੇ ਇੱਕ ਚੀਜ਼ਾਂ ਦੇ ਵਿੱਚ ਕਿ ਬਈ ਉਹਦੀ ਪਹਿਚਾਣ ਹੀ ਖਤਮ ਕਰ ਦੋਗੇ, ਬਾਰਡਰ ਸੀ ਮੂਵ ਕਰ ਦੋਗੇ, ਜਿਵੇਂ ਕਿ ਅਸੀਂ ਬਾਰਡਰ ਡਿਸਕਸ ਕਰ ਰਹੇ ਹਾਂ। ਤੁਸੀਂ ਸ਼ੁਰੂ 'ਚ ਦੇਖਿਆ, ਜਦੋਂ ਅਸੀਂ ਸ਼ੁਰੂਆਤ ਕੀਤੀ ਸੀਗੀ ਕਿ ਪੰਜਾਬ ਦਾ ਨਕਸ਼ਾ ਕਿੱਥੇ ਤੱਕ ਸੀਗਾ, ਤਾਂ ਹੁਣ ਤੁਸੀਂ ਦੇਖ ਰਹੇ ਹੋ ਕਿ 47 ਤੋਂ ਬਾਅਦ ਪੰਜਾਬ ਦਾ ਨਕਸ਼ਾ ਕੀ ਰਹਿ ਗਿਆ। ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪੰਜਾਬ ਦਾ ਨਕਸ਼ਾ ਆ। ਹੁਣ ਅਸੀਂ ਇਹ ਤੋਂ ਅਗਲੀ ਫੇਜ਼ ਦੇ ਉੱਤੇ ਜਾਂਦੇ ਹਾਂ ਕਿ 1956 ਦੇ ਵਿੱਚ ਪਹਿਲੀ ਵਾਰ ਜਦੋਂ ਪੈਪਸੂ ਸਟੇਟ ਨੂੰ ਮਰਜ ਕੀਤਾ ਗਿਆ ਪੰਜਾਬ ਦੇ ਵਿੱਚ, 1956 ਵਿੱਚ ਹੀ ਹਿਮਾਚਲ ਪ੍ਰਦੇਸ਼ ਨੂੰ ਯੂਨੀਅਨ ਟੈਰੀਟਰੀ ਕਰਾਰ ਕਰ ਦਿੱਤਾ ਗਿਆ। ਤਾਂ ਜਦੋਂ ਪੰਜਾਬੀ ਸੂਬਾ ਮੋਰਚਾ ਚੱਲਦਾ ਆ, ਉਹਦੇ ਨਾਂ ਤੇ ਕਈ ਕੁਝ ਚਲੋ ਐਜੀਟੇਸ਼ਨਾਂ ਹੋਈਆਂ, ਬੜਾ ਕੁਝ ਹੋਇਆ, ਬਟ ਉਸ ਤੋਂ ਬਾਅਦ ਕੀ ਮਿਲਦਾ ਪੰਜਾਬ ਨੂੰ, ਤੁਸੀਂ ਹੁਣ ਆਪ ਦੇਖ ਲਓ ਕਿ ਉਹ ਤੋਂ ਬਾਅਦ ਕੀ ਰਹਿ ਗਿਆ। ਪੰਜਾਬ 1 ਨਵੰਬਰ 1956 ਨੂੰ ਉਹ ਬਣਦੀ ਆ, ਕੀ ਕਹਿੰਦੇ ਆ, ਯੂਨੀਅਨ ਟੈਰੀਟਰੀ ਬਣਦੀ ਆ। ਤਾਂ 1 ਨਵੰਬਰ 1966 ਨੂੰ 2 ਸਟੇਟਾਂ ਵੱਖਰੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਪੰਜਾਬ ਦੇ ਵਿੱਚੋਂ, ਹਰਿਆਣਾ ਤੇ ਹਿਮਾਚਲ। ਹੁਣ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੀ ਟੋਟਲ ਅਗਰ ਜਿਹੜਾ ਬਚ ਗਿਆ ਪੰਜਾਬ, ਉਹ ਤੋਂ ਵੀ ਜਿਹੜਾ ਜੀਓਗ੍ਰਾਫੀਕਲ ਏਰੀਆ ਦੇ ਨਾਲੋਂ 2 ਵੱਡੀਆਂ ਸਟੇਟਾਂ ਕੱਢ ਕੇ ਇੱਕ ਨਿੱਕਾ ਜਿਹਾ, ਮੈਂ ਕਹਿੰਦਾ ਵੀ ਉਹ ਗੱਲ ਕਰਦਾ ਹੁੰਦਾ ਕਿ ਬਈ ਇੱਕ ਬਿੰਦੀ ਜੀ ਛੋਟੀ ਜੀ ਜਿਹੜੀ ਹੁੰਦੀ ਨਾ ਡਾਟ ਜਿਹਾ ਅਖੀਰ ਦੇ ਵਿੱਚ ਰਹਿ ਗਿਆ, ਜਿਹਨੂੰ ਅਸੀਂ ਅੱਜ ਪੰਜਾਬ ਕਹਿੰਦੇ ਹਾਂ, ਤਾਂ ਅਸੀਂ ਅੱਜ ਲਈ ਫਿਰਦੇ ਹਾਂ। ਤੇ ਔਰ ਬਹੁਤ ਸਾਰੇ ਜਿਹੜੇ ਇਲਾਕੇ ਸੀਗੇ, ਅਗਰ ਆਪਾਂ ਹਿਮਾਚਲ ਦੇ ਦੇਖੀਏ, ਮੈਂ ਇੱਕ ਪੁਆਇੰਟ ਭਾਈ ਸਾਹਿਬ ਜੀ ਰੱਖ ਦਿੰਦਾ ਇਹਦੇ ਵਿੱਚ, ਤਾਂ ਜਿਹੜਾ ਹਿਮਾਚਲ ਦੇ ਨਾਲ ਦੇ ਲੱਗਦੇ ਇਲਾਕੇ ਸੀਗੇ, ਗੁਰਦਾਸਪੁਰ ਦੇ ਇਲਾਕੇ ਸੀਗੇ, ਜਿਹੜੇ ਕਿ ਸ਼ਿਮਲਾ, ਕਾਂਗੜਾ, ਆਪਣਾ ਕੁੱਲੂ ਤੱਕ ਜਾਂਦੇ ਹੁੰਦੇ ਸੀਗੇ। ਹੁਣ ਉਹ ਜਿਹੜੇ ਇਲਾਕੇ ਸੀਗੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਸੀਗਾ, ਕੀ ਕਹਿੰਦੇ ਆ, ਹਿਮਾਚਲ ਦੇ ਵਿੱਚ। ਉਸ ਤੋਂ ਬਾਅਦ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਜਾਂ ਪਠਾਨਕੋਟ ਡਿਸਟ੍ਰਿਕਟ ਦੇ ਜਿਹੜੇ ਇਲਾਕੇ ਸੀਗੇ, ਉਹਨਾਂ ਨੂੰ ਉਹਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਨਾਲ ਹੀ ਜਿਹੜੇ ਹਰਿਆਣੇ ਦੇ ਵਿੱਚ ਸੀਗੇ, ਭਾਸ਼ਾ ਦੇ ਆਧਾਰ ਦੇ ਉੱਤੇ ਰੋਹਤਕ, ਅੰਬਾਲਾ, ਹਿਸਾਰ, ਬਹੁਤ ਸਾਰੇ ਜਿਹੜੇ ਇਲਾਕੇ ਦਿੱਲੀ ਤੱਕ ਸੀਗੇ, ਸਾਰੇ ਪੰਜਾਬੀ ਬੋਲਦੇ ਇਲਾਕੇ ਸੀਗੇ, ਭਾਸ਼ਾ ਪੰਜਾਬੀ ਇਹਨਾਂ ਦੇ ਵਿੱਚ ਬੋਲੀ ਜਾਂਦੀ ਸੀਗੀ। ਅੱਜ ਵੀ ਜਿਹੜੇ ਇਸ ਇਲਾਕੇ ਦੇ ਵਿੱਚ ਜਿਹੜੇ ਸਿੱਖ ਨੇ ਵੱਡੀ ਤਾਦਾਦ ਵਿੱਚ ਵੱਸਦੇ ਨੇ,
ਤਾਂ ਖੇਤੀ ਕਰਦੇ ਨੇ, ਪਿੰਡਾਂ ਦੇ ਪਿੰਡ ਨੇ। ਕਰਨਾਲ ਦੇ ਕੋਲ ਤਾਂ ਤੁਸੀਂ ਚਾਹੁੰਦੇ ਬਹੁਤ ਸਾਰੀ ਪਾਪੂਲੇਸ਼ਨ ਹੈ। ਸਾਡੇ ਕੋਲ ਇੱਥੇ ਆਸਟ੍ਰੇਲੀਆ ਬਹੁਤ ਸਾਰੇ ਲੋਕ ਬੈਠੇ ਨੇ, ਬਹੁਤ ਸਾਰੇ ਸਿੰਘ ਬੈਠੇ ਨੇ ਜਿਹੜੇ ਕਰਨਾਲ ਤੋਂ ਨੇ। ਤਾਂ ਉਹ ਉਹਨੂੰ ਇੱਕ ਵੱਖਰੀ ਸਟੇਟ ਬਣਾ ਕੇ ਹਰਿਆਣੇ ਉਹ ਤਾਂ ਚਲੋ ਅੱਜ ਵੀ ਕਹਿੰਦੇ ਨੇ ਅਸੀਂ ਪੰਜਾਬ ਹੀ ਆ, ਪੰਜਾਬ ਦਾ ਹਿੱਸਾ ਆ, ਬਟ ਐਂਡ ਆਫ ਦਾ ਡੇ ਦੇਖੋ ਸਾਡੇ ਕੋਲ ਕੀ ਬਚਦਾ ਹੈ। ਇਹ ਘਰਾਂ ਦੇ ਵਿੱਚ ਇਹ ਸਾਰੇ ਦੇ ਸਾਰੇ ਲੋਕ ਪੰਜਾਬੀ ਬੋਲਦੇ ਆ, ਬਿਲਕੁਲ ਅਤੇ ਮੈਨੂੰ ਇੰਟਰਪ੍ਰੀਟਿੰਗ ਕਰਨੀ ਪੈਂਦੀ ਆ ਇਹ ਪਾਕਿਸਤਾਨ ਵਾਲਿਆਂ ਨਾਲ ਵੀ ਤਾਂ ਇੱਧਰ ਇੰਡੀਆ ਵਾਲਿਆਂ ਨਾਲ ਵੀ, ਹਰਿਆਣੇ ਵਾਲਿਆਂ ਨਾਲ ਵੀ, ਸਾਰੇ ਆ ਜਾਂਦੇ ਆ ਮੇਰੇ ਕੋਲ ਕਈ ਵਾਰ। ਇਹ ਘਰਾਂ ਉਹ ਲਿਖਾਉਂਦੇ ਆ ਪਾਕਿਸਤਾਨ ਵਾਲੇ ਅਸੀਂ ਉਰਦੂ ਚਾਹੀਦਾ, ਪਰ ਬੋਲਦੇ ਪੰਜਾਬੀ ਆ। ਮੈਂ ਕਿਹਾ ਤੁਸੀਂ ਪੰਜਾਬੀ ਬੋਲ ਰਹੇ ਆ, ਉਰਦੂ ਕਿਉਂ ਮੰਗਿਆ ਤੁਸੀਂ? ਮੈਂ ਬੋਲ ਲੈਣਾ ਉਰਦੂ। ਤੇ ਉਹ ਕਹਿੰਦੇ ਇਹ ਪਤਾ ਨਹੀਂ ਕਿੱਦਾਂ ਇਹਨਾਂ ਦੇ ਬ੍ਰੇਨ ਵਾਸ਼ ਕੀਤੇ ਆ, ਘਰ ਦੀ ਭਾਸ਼ਾ ਜਿਹੜੀ ਉਹਨਾਂ ਦੀ ਉਹ ਛੱਡ ਕੇ ਤਾਂ ਉਰਦੂ ਦੀ ਮੰਗ ਕਰਨਗੇ, ਉਹਨਾਂ ਨੂੰ ਸ਼ਾਇਦ ਚੰਗੀ ਲੱਗਦੀ ਆ। ਅਤੇ ਇੱਧਰ ਅੰਮ੍ਰਿਤਸਰ ਅਰਗਿਆਂ ਸ਼ਹਿਰਾਂ ਦੇ ਵਿੱਚੋਂ ਕਈ ਸਟੂਡੈਂਟ ਆਉਂਦੇ ਆ, ਉਹ ਹਿੰਦੀ ਬੋਲ ਕੇ ਹਿੰਦੀ ਦਾ ਮੰਗ ਕਰਦੇ ਆ। ਕੋਈ ਨਹੀਂ, ਚਲੋ ਹਿੰਦੀ, ਪੰਜਾਬੀ, ਉਰਦੂ ਮੈਨੂੰ ਤਿੰਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ, ਅਤੇ ਸਾਰਾ ਕੁਝ ਬੋਲੇ ਜਾਂਦੀ। ਅਤੇ ਉਹ ਇਹ ਇੱਦਾਂ ਦਾ ਕਨਫਲਿਕਟ, ਇੱਦਾਂ ਦਾ ਇਨਫੀਰੀਅਰ ਕਨਫਲਿਕਟ ਯਾਰ ਇਹ ਦੋਹਾਂ ਗੌਰਮੈਂਟਾਂ ਨੇ ਜਾਂ ਇੱਧਰੋਂ ਇੰਡੀਆ ਵਾਲਿਆਂ ਨੇ ਪਾਇਆ ਕਿ ਇੰਡੀਆ ਵਾਲੇ ਚਾਹੁੰਦੇ ਆ ਕਿ ਇਹ ਹਿੰਦੀ ਕਹਿਣ ਤਾਂ ਸ਼ਾਇਦ ਉਹ ਜ਼ਿਆਦਾ ਸੱਭਿਅਤ ਲੋਕ ਲੱਗਦੇ ਆ, ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਆ, ਅਤੇ ਪਾਕਿਸਤਾਨ ਵਾਲੇ ਸੋਚਦੇ ਆ ਕਿ ਜਦ ਪੰਜਾਬੀ ਛੱਡ ਕੇ ਅਸੀਂ ਉਰਦੂ ਕਹੀਏ ਤਾਂ ਉਹ ਜ਼ਿਆਦਾ ਵਧੀਆ। ਨਹੀਂ, ਪਰ ਇਹਨਾਂ ਨੂੰ ਆਪਣਾ ਲੋਕਲ ਭਾਸ਼ਾ ਜਿਹੜੀ ਆ ਦੋਹਾਂ ਪੰਜਾਬਾਂ ਦੇ ਵਿੱਚੋਂ ਜਾਂ ਤਾਂ ਕਿਸੇ ਤਰੀਕੇ ਨਾਲ ਪੋਲੀਟੀਕਲੀ ਖਤਮ ਹੋਈ ਆ ਜਾਂ ਕਰ ਰਹੇ ਆ ਜਾਂ ਕਿੱਦਾਂ ਲੱਗੇ ਹੋ ਆ, ਪਰ ਉਹ ਇਹ ਖਤਮ ਹੋਣ ਵਾਲੀ ਚੀਜ਼ ਤਾਂ ਹੈ ਨਹੀਂ, ਕਿਉਂਕਿ ਘਰਾਂ ਦੇ ਵਿੱਚ ਉਹ ਬੋਲਦੇ ਪੰਜਾਬੀ ਆ। ਇਹ ਗੱਲ ਹੁਣ ਸਾਰਾ ਪੰਜਾਬ, ਹਿਮਾਚਲ, ਹਰਿਆਣਾ ਅਤੇ ਉਧਰਲੇ ਪਾਸੇ ਪਾਕਿਸਤਾਨ ਵਾਲਾ ਪੰਜਾਬ, ਇਹ ਬੋਲਦੇ ਪੰਜਾਬੀ ਆ। ਇਕੱਲਾ ਛੋਟਾ ਜਿਹਾ ਪੰਜਾਬ ਜਿਹੜਾ ਉਹੀ ਪੰਜਾਬੀ ਨਹੀਂ ਬੋਲਦਾ। ਉਹਦੇ ਬੇਸ਼ੱਕ ਇਹ ਜਿਹੜੇ ਪੈਪਸੂ ਅਤੇ ਹੋਰ ਸਟੇਟਾਂ ਬਣਾਉਣ ਲੱਗਿਆ ਨਾ, ਕਈ ਸਾਲ ਹਰਿਆਣੇ ਤੋਂ ਹੁਣ ਸਟੂਡੈਂਟ ਆਉਂਦੇ ਆ ਤੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਵਿਚਾਰਿਆਂ ਨੂੰ, ਉਹਨਾਂ ਨੂੰ ਸਿਖਾਲੀ ਨਹੀਂ ਗਈ, ਸਕੂਲਾਂ 'ਚ ਬੰਦ ਇਹਨਾਂ ਨੇ ਪੰਜਾਬ ਬੰਦ ਕਰਦੀ। ਹੁਣ ਜਿਹੜਾ ਹਿਮਾਚਲ ਤੁਸੀਂ ਲੈ ਲਓ ਭਾਈ ਸਾਹਿਬ ਜੀ, ਹਿਮਾਚਲ ਜਿਹੜਾ ਉਹ ਟੋਟਲੀ ਸਟੇਟ ਜਿਹੜੀ ਆ ਉਹਨੂੰ ਹਿੰਦੂ ਸਟੇਟ ਤੱਕ ਆ ਗਏ, ਕਿਉਂਕਿ ਉਧਰੋਂ ਉਹਨੂੰ ਟੋਟਲੀ ਹਿੰਦੂ ਸਟੇਟ ਕਹਿੰਦੇ ਆ। ਉੱਥੇ ਪੰਜਾਬੀ ਦਾ ਕੋਈ ਉਹਨਾਂ ਨੇ ਨਾਮੋ ਨਿਸ਼ਾਨ ਨਹੀਂ ਛੱਡਿਆ ਆ, ਕਿ ਜਦਕਿ ਸਾਡਾ ਸਿੱਖਾਂ ਦਾ ਕਿੱਡਾ ਵੱਡਾ ਇਤਿਹਾਸ ਹੈ ਉੱਥੇ ਜੁੜਿਆ ਹੋਇਆ ਆ ਹਿਮਾਚਲ ਦੇ ਨਾਲ, ਤੇ ਕਿੰਨਾ ਉਹਨੂੰ ਵਸਾਇਆ, ਬੜਾ ਕੁਛ। ਚਲੋ ਉਹ ਡਿਫਰੈਂਟ ਟੌਪਿਕਸ ਹੈਗੇ ਨੇ। ਹਰਿਆਣਾ ਲੈ ਲਓ, ਹਰਿਆਣੇ ਨੇ 3 ਤਰਫੋਂ ਦਿੱਲੀ ਨੂੰ ਘੇਰਿਆ ਪਿਆ ਹੈ। ਸਿਰਫ ਦਿੱਲੀ ਦਾ ਇੱਕ ਪਾਸਾ ਹੈ ਜਿਹੜਾ ਯੂਪੀ ਨੂੰ ਲੱਗਦਾ ਆ, ਉੱਤਰ ਪ੍ਰਦੇਸ਼ ਨੂੰ, ਜਿਹਨੂੰ ਬੁੰਦੇਲਖੰਡ ਜਿਹੜਾ ਹੁੰਦਾ ਸੀ ਇਲਾਕਾ। ਤਾਂ ਹੁਣ ਉਹਦੇ ਵਿੱਚ ਇੱਕ ਛੋਟੀ ਜਿਹੀ ਬਿੰਦੀ ਵਾਂਗੂ ਦਿੱਲੀ ਕੱਢ ਕੇ ਵੱਖਰੀ ਰੱਖ ਦਿੱਤੀ ਸੀ ਪਹਿਲਾਂ ਹੀ, ਤਾਂ ਉਹਨੂੰ ਵੀ ਟੋਟਲੀ ਜਿਹੜਾ ਆ ਕੱਢ ਕੇ ਇੱਕ ਵੱਖਰੀ ਸਟੇਟ ਬਣਾਤੀ। ਤਾਂ ਹੁਣ ਨਵੀਂ ਜਨਰੇਸ਼ਨ ਦਾ ਭਾਜੀ ਹਰਿਆਣੇ ਵਾਲੀ ਜਿਹੜੀ ਆ ਪੰਜਾਬ ਦੇ ਬਾਰੇ ਸੋਚਦੀ ਵੀ ਨਹੀਂ ਹੈਗੀ ਹੈ। ਉਲਟੀ ਹੇਟਿਜ਼ਮ ਬਹੁਤ ਜ਼ਿਆਦਾ ਆਪਸ ਵਿੱਚ ਇੱਕ ਫੈਲਾ ਦਿੱਤਾ ਗਿਆ ਆ, ਉਹ ਅਸੀਂ ਦੇਖਦੇ ਹਾਂ। ਹੁਣ ਇੱਕ ਤੁਸੀਂ ਮੈਪ ਦੇਖਦੇ, ਜਿੱਦਾਂ ਹੁਣ ਆਹ ਚੀਜ਼ ਦੇਖੋ, ਹੁਣ ਇੱਥੇ ਤੁਹਾਨੂੰ ਇੱਕ ਕਲੀਅਰ ਪਿਕਚਰ ਲੱਗ ਜਾਂਦੀ ਆ। ਮੈਨੂੰ ਲੱਗਦਾ ਜਿਹੜੇ ਸਾਡੇ ਵਿਊਅਰਸ ਸਾਨੂੰ ਦੇਖ ਰਹੇ ਨੇ, ਉਹਨਾਂ ਨੂੰ ਇੱਕ ਕਲੀਅਰ ਪਿਕਚਰ ਲੱਗ ਜੂ ਕਿ ਵਟ ਵੀ ਗੋਟ ਐਂਡ ਵਟ ਵੀ ਲੋਸਟ, ਕਿ ਅਸੀਂ ਡਿਫਰੈਂਟ ਦੇਖੋ ਸਟੇਜਸ ਦੇ ਵਿੱਚ ਅਸੀਂ ਕੀ ਕੁਝ ਗਵਾਇਆ ਆ। ਉੱਥੇ ਪਾਰਟੀਸ਼ਨ ਹਿਮਾਚਲ ਦਾ 1958-56 ਤਾਂ ਲਿਖਿਆ ਕਿਉਂਕਿ ਉਦੋਂ ਉਹਨੂੰ ਯੂਨੀਅਨ ਟੈਰੀਟਰੀ ਕਰਕੇ ਤੇ ਇੱਕ ਤਰ੍ਹਾਂ ਨਾਲ ਉਦੋਂ ਵੱਖਰਾ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਸ਼ੁਰੂ ਹੋ ਚੁੱਕੀ ਸੀਗੀ। ਕਿਉਂਕਿ ਆਪਾਂ ਕਹਿੰਦੇ ਨੇ ਕਿ ਚਲੋ 1 ਤਰੀਕ ਨੂੰ ਹੋ ਗਿਆ ਕੰਮ, ਬਟ 1 ਤਰੀਕ ਨੂੰ ਉਹਨਾਂ ਨੇ ਮਿੱਥੇ ਆ ਕੇ ਵੀ ਇਦਾਂ ਇਹਨਾਂ ਨੇ ਕਰ ਦੇਣਾ, ਬਟ ਉਹਦੀ ਤਿਆਰੀ ਉਹਨਾਂ ਨੇ ਬੜੇ ਪਹਿਲਾਂ ਤੋਂ ਕਰ ਰੱਖੀ ਸੀਗੀ। ਕਿਉਂਕਿ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਭਾਜੀ ਇਹੀ ਗੱਲ ਕਰਾਂਗੇ ਕਿ ਇਹ ਜਿਹੜੇ ਕੰਮ ਹੋਏ ਨੇ, ਆ ਜਿਹੜਾ ਪਾਰਟੀਸ਼ਨ ਕਰਕੇ ਪੰਜਾਬ ਦਾ ਏਡਾ ਵੱਡਾ ਪਾਰਟੀਸ਼ਨ ਕਰਕੇ ਇੱਕ ਨਿੱਕਾ ਜਿਹਾ ਰਹਿਣ ਦਿੱਤਾ ਗਿਆ, ਉਹ ਕਿਉਂ ਰਹਿਣ ਦਿੱਤਾ ਗਿਆ, ਉਹਦੇ ਪਿੱਛੇ ਦੇ ਕਾਰਨ ਕੀ ਸੀਗੇ, ਇਹਨਾਂ ਦੇ ਕੋਲ ਡਰ ਕੀ ਸੀਗਾ, ਕਿ ਇਸ ਲੋਕਾਂ ਦੇ ਕੋਲ, ਇਸ ਕੌਮ ਦੇ ਕੋਲ ਕੀ ਆ, ਕਿ ਉਹ ਕਿਉਂ ਉਹਨੂੰ ਛੋਟੇ ਜਿਹੇ ਏਰੀਆ ਦੇ ਵਿੱਚ ਸੀਮਿਤ ਕਰਕੇ ਰੱਖ ਦਿੱਤਾ ਗਿਆ। ਇਹ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਭਾਈ ਸਾਹਿਬ। ਹਾਂਜੀ, ਉਹਦਾ ਕਾਰਨ ਮੋਟਾ ਇਹੀ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਉਹ ਤੋਂ ਹਿੰਦੂ ਵਿਚਾਰਧਾਰਾ ਨੂੰ ਖਤਰਾ ਆ, ਮੌਤ ਆ ਉਹਨਾਂ ਦੀ। ਬ੍ਰਾਹਮਣੀ ਵਿਚਾਰਧਾਰਾ ਮੈਂ ਕਹਾਂ ਜ਼ਿਆਦਾ ਬੈਟਰ, ਬ੍ਰਾਹਮਣੀ ਵਿਚਾਰਧਾਰਾ ਨੂੰ ਖਤਰਾ ਆ, ਉਹਨਾਂ ਦੀਆਂ ਜਾਤਾਂ ਪਾਤਾਂ ਨੂੰ ਖਤਰਾ ਆ, ਉਹਨਾਂ ਦੇ ਛੂਤ ਛਾਤਾਂ ਨੂੰ ਖਤਰਾ ਆ, ਉਹਨਾਂ ਦੇ ਅਨੇਕ ਪ੍ਰਕਾਰ ਦੇ ਭਰਮ ਭੁਲੇਖੇ ਜਿਹੜੇ ਪਾ ਕੇ ਰੱਖਦੇ ਆ ਉਹ, ਹਨਾ, ਉਹਨਾਂ ਜੰਤਰਾਂ ਮੰਤਰਾਂ ਨੂੰ ਖਤਰਾ ਆ। ਉਹ ਇਦਾਂ ਦੀਆਂ ਚੀਜ਼ਾਂ ਨੂੰ ਖਤਰਾ ਲਈ ਪਿਆ। ਉਹ ਫੜਿਆ ਇਹ ਭਰਮ ਆ ਉਹਨਾਂ ਨੇ, ਅਸਲੀ ਸਰਬੱਤ ਦਾ ਭਲਾ ਤੇ ਉਹ ਜਿਹੜੀਆਂ ਅਸਲੀ ਲੋਕਾਈ ਦੀ ਹੈਗੀ ਆ ਭਲੇ ਦੀਆਂ ਗੱਲਾਂ, ਉਹ ਤਾਂ ਗੁਰੂ ਗ੍ਰੰਥ ਸਾਹਿਬ ਸਿਖਾ ਲਿਆ। ਹੁਣ 60 ਤੱਕਰ ਤਕਰੀਬਨ ਇਹ ਸਰਬ ਸਾਂਝੀ ਗੁਰਬਾਣੀ ਦੇ ਤੌਰ ਤੇ ਗੁਰਬਾਣੀ ਦੇ ਵਿਚਾਰਾਂ ਨੂੰ ਪ੍ਰਚਾਰਦੇ ਰਹੇ ਆ, ਅਤੇ ਇੰਦਰਾ ਤੱਕਰ ਆਦਿਕ ਦੇ ਜਿਹੜੇ ਸੀਗੇ ਉਹ ਸਿੱਖਾਂ ਦੇ ਨਾਲ ਸੀਗਾ। ਹੁਣ ਆਪਣੇ
ਸੀਗਾ, ਇੱਕ ਐਕਟਰ ਹੈਗਾ ਉਹਨਾਂ ਦਾ ਸਿੱਖ ਘਰਾਣੇ ਦੇ ਨਾਲ ਕੀ ਨਾਂ ਸੀਗਾ ਉਹਦਾ ਐਕਟਰ ਦਾ ਜਿਹੜਾ ਲੰਮਾ ਜਿਹਾ, ਅਮਿਤਾਭ ਬੱਚਨ। ਦੇਖ ਲਓ ਸਿੱਖਾਂ ਦੇ ਘਰਾਣੇ ਦੇ ਵਿੱਚ ਸਿੱਖਾਂ ਦਾ ਜ਼ੋਰ ਹੁੰਦਾ, ਉਹਨੂੰ ਕਹਿਣਾ ਸਮਾਂ ਸਿੱਖਿਆ, ਉਹ ਹਿੰਦੂਆਂ ਦਾ ਜ਼ੋਰ ਪੈ ਗਿਆ ਤਾਂ ਉਹ ਕਹਿੰਦਾ ਮੈਂ ਹੁਣ। ਦੇਖੋ ਇਹ ਹੈਗੇ ਤਾਂ ਇੱਕੋ ਹੀ ਚੀਜ਼ ਆ, ਨੌਰਦਰਨ ਪੰਜਾਬੀ ਹੈਗੇ ਤਾਂ ਇੱਕੋ ਹੀ ਨਸਲ ਦੇ ਲੋਕ ਆ ਬਿਲਕੁਲ। ਇਹ ਹੁਣ ਨੌਰਦਰਨ ਇੰਡੀਆ ਜਿਹੜਾ ਹੈਗਾ ਉਹੀ ਤਕਰੀਬਨ ਇੰਡੀਆ ਦੇ ਉੱਤੇ ਰਾਜ ਕਰ ਰਿਹਾ ਜਿੱਦਾਂ ਵੀ ਹੈਗਾ, ਅਤੇ ਉਹ ਸਿੱਖ ਪਿੱਛੇ ਹੋ ਗਿਆ ਤਾਂ ਹੁਣ ਬਾਹਮਣ ਮੋਹਰੇ ਹੋ ਗਿਆ, ਤੇ ਹੈਗੇ ਤਾਂ ਨੌਰਦਰਨ ਇੰਡੀਆ ਨਹੀਂ ਆ। ਅਤੇ ਇਹ ਜਿਹੜੀ ਟੱਕਰ ਹੈਗੀ ਆ ਇਸੇ ਤਰੀਕੇ ਦੀ ਹੈਗੀ ਆ। ਇਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਦੇ ਉੱਤੋਂ ਦੇਖਣਾ ਚਾਹੀਦਾ ਕਿ ਇਹ ਗੁਰੂ ਗ੍ਰੰਥ ਸਾਹਿਬ ਤਾਂ ਕਿਸੇ ਨੂੰ ਹੇਟ ਕਰਨੀ ਸਿਖਾਲਦਾ ਨਹੀਂ ਹੈ, ਉਹ ਤਾਂ ਭਲੇ ਦੀਆਂ ਕਰਦਾ ਜਿਹੜੀਆਂ ਹੈਗੀਆਂ ਸਾਰਿਆਂ ਨੂੰ ਥਾਂ ਹੈਗਾ, ਉਹਦੇ 'ਚ ਭਗਤਾਂ ਨੂੰ ਥਾਂ ਹੈਗਾ। ਹੁਣ ਹਿੰਦੂ ਬਾਹਮਣ ਜਿਹੜਾ ਹੈਗਾ ਉਹ ਜਗਤ ਦਾ ਗੁਰੂ ਹੋਊਗਾ, ਭਗਤਨ ਕਾ ਗੁਰ ਨਾ ਹੈ। ਹੁਣ ਭਗਤਾਂ ਦੀ ਜਿਹੜੀ ਗੱਲ ਹੈਗੀ ਆ ਉਹ ਭਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨੇ ਥਾਂ ਦਿੱਤਾ, ਪਰ ਉਹ ਜਿਹੜੇ ਉਹਨਾਂ ਨੂੰ ਬਾਹਮਣ ਨਹੀਂ ਥਾਂ ਦੇ ਰਿਹਾ, ਤੇ ਉਹਦੇ 'ਚ ਹੁਣ ਸਾਨੂੰ ਨਾਲ ਲੈਣੇ ਦੀ ਲੋੜ ਹੈਗੀ ਆ। ਜਿਹੜੀਆਂ ਜਾਤਾਂ ਨੂੰ ਬਾਹਮਣ ਨੇ ਲਤਾੜਿਆ ਹੋਇਆ ਹੈਗਾ ਉਹ ਸਾਰੀਆਂ ਸਾਡੀਆਂ ਭਾਈ ਹਨ, ਅਸੀਂ ਤਾਂ ਉਹਨਾਂ ਵਾਸਤੇ ਹੈਗਾ ਖਾਲਸਾ, ਤੇ ਇਸ ਕਰਕੇ ਉਹਨਾਂ ਨੂੰ ਨਾਲ ਲੈ ਕੇ ਜਿੱਥੇ ਤੱਕ ਵੀ ਹੋ ਸਕਦਾ ਉਹਨਾਂ ਦਾ ਭਲਾ ਕਰਨਾ ਚਾਹੀਦਾ। ਨਹੀਂ ਤੇ ਇਸ ਜਿਹੜੀ ਹਿਟਲਰ ਵਾਲੀ ਸੋਚ ਹੈਗੀ ਆ, ਜੇ ਇਹ ਜ਼ੋਰ ਫੜ ਗਈ ਤਾਂ ਬਹੁਤ ਕੁਛ ਇੰਡੀਆ ਦੇ ਵਿੱਚੋਂ ਲਤਾੜਿਆ ਜਾਣਾ। ਬੜੀਆਂ ਜਿਹੜੀਆਂ ਛੋਟੀਆਂ ਜਾਤਾਂ ਉਹਨਾਂ ਦਾ ਘਾਣ ਬੜਾ ਹੋਣਾ ਜੇ ਨਾ ਇਹ ਸੋਚ ਸਮਝ ਤੋਂ ਕੰਮ ਲਿਆ ਗਿਆ। ਤੇ ਇਹ ਸਭ ਦੇ ਭਲੇ ਲਈ ਇਹੀ ਆ ਕਿ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜੋ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਆ ਉਹਨੂੰ ਲਿਆ ਕੇ ਲਾਗੂ ਕੀਤਾ ਜਾਵੇ, ਤਾਂ ਹੀ ਸਭ ਦਾ ਉਹਦੇ 'ਚ ਭਲਾ ਆਉਂਦਾ। ਤੇ ਗੁਰੂ ਨਾਨਕ ਸਾਹਿਬ ਤਾਂ ਕਹਿੰਦੇ ਆ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੋਵਤ ਨੀਚ, ਨਾਨਕ ਤਿਨ ਕੇ ਸੰਗ ਸਾਧ ਵੱਡਿਆਂ ਸਿਉਂ ਕਾ ਰੀਸ। ਜਿਹੜੇ ਬੜੇ ਬੜੇ ਬਣਨੇ ਦੀ ਕੋਸ਼ਿਸ਼ ਕਰਦੇ ਆ ਉੱਚੀਆਂ ਜਾਤਾਂ ਵਾਲੇ, ਉਹਨਾਂ ਦੇ ਨਾਲ ਸਾਡਾ ਕੋਈ ਰੀਸ ਨਹੀਂ ਹੈ। ਅਸੀਂ ਤੇ ਗਰੀਬਾਂ ਦਾ ਸਾਥ ਦੇਣ ਵਾਲੇ ਹੈਗੇ ਆ, ਅਤੇ ਖਾਲਸੇ ਨੇ ਗਰੀਬਾਂ ਦੀ ਬਾਂਹ ਫੜੀ ਆ ਹੁਣ ਤੱਕ, ਅਤੇ ਗਾਹਾਂ ਵੀ ਗਰੀਬਾਂ ਦੇ ਭਲੇ ਵਾਸਤੇ ਖੜੇ ਆ। ਤੇ ਇਸੇ ਤਰੀਕੇ ਨਾਲ ਅਸੀਂ ਗਰੀਬਾਂ ਨੂੰ ਜਿੱਤ ਕੇ ਦੁਨੀਆ ਦਾ ਭਲਾ ਕਰਨਾ ਹੈਗਾ, ਅਤੇ ਉਹਦੇ ਵਿੱਚ ਸਭ ਦਾ ਭਲਾ ਹੋ ਜਾਣਾ। ਜਦੋਂ ਸਭ ਦਾ ਭਲਾ ਹੋਇਆ, ਇਹ ਚੀਜ਼ ਮੇਰੇ ਹਿਸਾਬ ਨਾਲ ਤਾਂ ਇਸ ਤਰੀਕੇ ਨਾਲ ਦੇਖਣਾ ਚਾਹੀਦਾ। ਤੇ ਇਹ ਬਿਲਕੁਲ ਭਾਈ ਸਾਹਿਬ ਜੀ, ਗੁਰੂ ਸਾਹਿਬ ਨੇ ਵੀ ਇਹੀ ਕਿਹਾ ਕਿ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ, ਤਾਂ ਉਹ ਦਿੱਤੀ ਵੀ ਹੈ ਪਾਤਸ਼ਾਹੀ, ਤਾਂ ਸਿੱਖਾਂ ਨੇ ਉਸ ਪਾਤਸ਼ਾਹੀ ਨੂੰ ਸ਼ਾਰਟ ਟਰਮ ਆ ਥੋੜੇ ਸਮੇਂ ਦੇ ਲਈ, ਬਟ ਉਹ ਇੱਕ ਦੁਨੀਆ ਦੇ ਉੱਤੇ ਮਿਸਾਲ ਕਾਇਮ ਕੀਤੀ ਆ, ਜਿਹਨੂੰ ਅੱਜ ਦੀ ਡੇਟ ਵਿੱਚ ਦੁਨੀਆ ਵੀ ਮੰਨਦੀ ਆ। BBC ਦੀ ਜਿਹੜੀ ਪਿੱਛੇ ਜੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਜਿਹੜਾ ਸਰਵੇ ਆਇਆ ਸੀਗਾ, ਉਹਦੇ ਵਿੱਚ ਸਾਰੀ ਦੁਨੀਆ ਵਿੱਚ ਉਹ ਚੀਜ਼ ਪਬਲੀਕੇਸ਼ਨ ਹੋਈ ਸੀਗੀ ਕਿ ਉਸ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਇੱਕ ਛੋਟਾ ਜਿਹਾ ਰਾਜ ਸੀਗਾ 40 ਸਾਲ ਦਾ, ਉਸ ਰਾਜ ਨੂੰ ਕਿੰਨੀ ਮਾਨਤਾ ਦਿੱਤੀ ਗਈ ਸੀਗੀ ਕਿ ਵੀ ਉਸ ਰਾਜ ਵਿੱਚ ਬਹੁਤ ਪ੍ਰਾਪਤੀਆਂ ਛੋਟੇ ਜਿਹੇ ਸਮੇਂ ਦੇ ਵਿੱਚ ਹੋਈਆਂ। ਤਾਂ ਇੱਥੇ ਦੀਆਂ ਤਾਂ ਅਗਰ ਮੈਂ ਕਹਾਂ ਇਲੈਕਸ਼ਨ ਦੀ ਇਹਨਾਂ ਦੀਆਂ 2 ਟਰਮ 3 ਟਰਮ ਦੇ ਵਿੱਚ ਵੀ ਇਹ ਨਹੀਂ ਕਰ ਪਾਉਂਦੇ, ਹੁਣ ਅਗਰ ਅੱਜ ਆ ਜਾਣ ਤਾਂ ਬਿਲਕੁਲ ਵਿਊਅਰਸ ਅਸੀਂ ਅੱਜ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆਪ ਜੀ ਨੂੰ ਕੁਝ ਨਕਸ਼ੇ ਦਿਖਾ ਕੇ, ਇਹ ਤਾਂ ਕਿ ਤੁਸੀਂ ਸਮਝ ਸਕੋ ਕਿ ਬਈ ਅਸੀਂ ਕੀ ਗਵਾਇਆ ਆ। ਕਿਉਂਕਿ ਅਸੀਂ ਗੱਲਾਂ ਤਾਂ ਬਹੁਤ ਕਰਦੇ ਆ, 15 ਅਗਸਤ ਆ ਗਏ ਜੀ, ਅਸੀਂ ਸਕੂਲਾਂ 'ਚ ਮਠਾਈਆਂ ਬਣਾ ਲਈਆਂ, ਪਰੇਡ ਕਰ ਲਈ, ਝੰਡੇ ਨੂੰ ਸਲੂਟਾਂ ਮਾਰ ਲਈਆਂ, ਬਟ ਅਸੀਂ ਕਿੱਥੋਂ ਨਿਕਲ ਕੇ ਆਏ ਆ ਇਹ ਸਮਝਣਾ ਬੜਾ ਜ਼ਰੂਰੀ ਹੈ। ਤੇ ਸਾਨੂੰ ਇਹ ਰਿਮਾਈਂਡ ਹੋਣਾ ਵੀ ਬੜਾ ਜ਼ਰੂਰੀ, ਕਿਉਂਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਇਸ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ। ਜਿਸ ਹਿਸਾਬ ਦੇ ਨਾਲ ਕਿਤਾਬਾਂ ਦੇ ਵਿੱਚ ਪੜ੍ਹਾਉਣੋਂ ਵੀ ਇਹ ਗੱਲਾਂ ਘੱਟ ਕੀਤੀਆਂ ਜਾ ਰਹੀਆਂ ਨੇ, ਬੰਦ ਕੀਤੀਆਂ ਜਾ ਰਹੀਆਂ ਨੇ, ਸਿਲੇਬਸ ਜਿਹੜਾ ਆ ਉਹਨੂੰ ਬਦਲਿਆ ਜਾ ਰਿਹਾ ਆ। ਹੁਣ ਜਿੱਦਾਂ ਹੁਣ ਭਾਰਤ ਨੇ ਪੂਰਾ ਇੱਕ ਐਜੂਕੇਸ਼ਨ ਸਿਸਟਮ ਜਾਂ ਐਜੂਕੇਸ਼ਨ ਸਿਲੇਬਸ ਬਦਲਿਆ ਆ, ਅਸੀਂ ਉਹਦੇ ਉੱਤੇ ਵੀ ਬਹੁਤ ਜਲਦੀ ਵੀਡੀਓ ਕਰਾਂਗੇ, ਕਿਉਂਕਿ ਹਜੇ ਨਵੀਂ ਗੱਲ ਹੈ, ਹਫ਼ਤਾ ਕੁ ਹੋਇਆ ਆ, ਅਸੀਂ ਆਪਣੀ ਰਿਸਰਚ ਕਰ ਰਹੇ ਹਾਂ ਉਹਦੇ ਉੱਤੇ, ਉਹ ਵੀ ਅਸੀਂ ਤੁਹਾਡੇ ਸਾਹਮਣੇ ਬਹੁਤ ਜਲਦ ਡਿਟੇਲ ਦੇ ਵਿੱਚ ਵੀਡੀਓ ਲੈ ਕੇ ਆਵਾਂਗੇ ਕਿ ਇੱਕ ਪੱਖ ਜਿਹੜੇ ਨੇ ਵਧੀਆ ਤੇ ਮਾੜੇ ਪੱਖ ਦੱਸਾਂਗੇ। ਬਟ ਐਜੂਕੇਸ਼ਨ ਸਿਸਟਮ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਮੈਥਸ ਜਿਹੜੇ ਨੇ ਜਦੋਂ ਤੁਸੀਂ ਪੜ੍ਹਦੇ ਹੋ, ਇਤਿਹਾਸ ਪੜ੍ਹਦੇ ਹੋ, ਤੁਸੀਂ ਸਕੂਲਾਂ 'ਚ ਜਾਂਦੇ ਹੋ, ਤੁਹਾਨੂੰ ਸਕੂਲਾਂ 'ਚ ਪੜ੍ਹਾਏ ਜਾਂਦੇ ਨੇ, ਤੁਹਾਨੂੰ ਨਹਿਰਾਂ ਪੜ੍ਹਾਈਆਂ ਜਾਂਦੀਆਂ ਨੇ, ਤੁਹਾਡੇ ਦੇਸ਼ ਤੁਹਾਡੇ ਮੁਲਕ ਦੀਆਂ ਤੁਹਾਡੀਆਂ ਕਿਹੜੀਆਂ ਨਹਿਰਾਂ ਨੇ, ਕਿੱਥੇ ਪਹਾੜ ਨੇ, ਕਿੱਥੇ ਕਿੱਥੇ ਤੁਸੀਂ ਜੀਓਗ੍ਰਾਫੀਕਲ ਤਾਂ ਕਿ ਸਮਝ ਸਕੋ। ਤਾਂ ਆਪਣੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਅੱਜ ਦੇ ਪੰਜਾਬ ਦਾ ਨਕਸ਼ਾ ਪੜ੍ਹਾਇਆ ਜਾਂਦਾ, ਬਟ ਸਾਡੇ ਲਈ ਇਹ ਨਕਸ਼ਾ ਜਿਹੜਾ ਹੈ ਇਹ ਬੜਾ ਜ਼ਰੂਰੀ ਹੈ। ਇਸ ਕਰਕੇ ਜੇ ਇਹ ਸਾਡੀ ਕੋਸ਼ਿਸ਼ ਸੀਗੀ, ਅਸੀਂ ਬਹੁਤ ਜ਼ਿਆਦਾ ਇਹਦੇ ਵਿੱਚ ਡਿਟੇਲ ਦੇ ਵਿੱਚ ਅਸੀਂ ਹਰੇਕ ਚੀਜ਼ ਤਾਂ ਨਹੀਂ ਕੀਤੀ, ਕਿਉਂਕਿ ਇਹ ਅਸੀਂ ਟੋਟਲ ਐਪੀਸੋਡ ਜਿਹੜੇ ਨੇ 15 ਤਰੀਕਾਂ ਲੈ ਕੇ ਜਾਣੇ ਨੇ, ਵੱਖਰੇ ਵੱਖਰੇ ਬੁਲਾਰੇ ਹੋਣੇ ਨੇ, ਉਹਨਾਂ ਦੇ ਨਾਲ ਅਸੀਂ ਵੱਖਰੇ ਵੱਖਰੇ ਜਿਹੜੇ ਟੌਪਿਕਸ ਨੇ ਉਹਦੇ ਉੱਤੇ ਗੱਲ ਕਰਨੀ ਆ। ਤਾਂ ਉਹਦੇ ਵਿੱਚ ਅਸੀਂ ਹੋਰ ਵੀ ਜਿਹੜੇ ਇਹਦੀਆਂ ਪਰਤਾਂ ਨੇ ਉਹ ਖੋਲਾਂਗੇ, ਹੋਰ ਡਿਟੇਲ ਦੇ ਵਿੱਚ ਜਿਹੜੀਆਂ ਨੇ ਉਹ ਗੱਲ ਕਰਾਂਗੇ ਕਿ ਭਾਵੇਂ ਇਕਨੋਮਿਕਲ ਹੈ, ਸੋਸ਼ਲ ਹੈ, ਸਾਈਕੋਲੋਜੀਕਲ ਆ,
ਪੋਲੀਟੀਕਲ ਹੈ, ਕਿਹੜੇ-ਕਿਹੜੇ ਮੁੱਦੇ ਸੀਗੇ, ਉਹਨਾਂ ਸਾਰੇ ਪੱਖਾਂ ਦੇ ਉੱਤੇ ਅਸੀਂ ਸਾਡਾ ਜਿਹੜਾ ਕਹਿ ਦਈਏ ਕਿ ਇਤਿਹਾਸ ਦੀਆਂ ਜਿਹੜੀਆਂ ਮੋਨੂਮੈਂਟਸ ਨੇ, ਸਾਡੀ ਜਿਹੜੀ ਹੈਰੀਟੇਜ ਆ, ਉਹਦੇ ਬਾਰੇ ਵੀ ਗੱਲ ਕਰਾਂਗੇ। ਸਾਡੇ ਧਾਰਮਿਕ ਪੱਖ ਦੇ ਉੱਤੇ ਵੀ ਜ਼ਰੂਰ ਗੱਲ ਕਰਾਂਗੇ ਕਿ ਜਿਹੜਾ ਸਾਡਾ ਧਾਰਮਿਕ ਪੱਖ ਤੋਂ ਵੀ ਅਸੀਂ ਜਿਹੜਾ ਇੱਕ ਸਾਡੇ ਵਿੱਚ ਵੰਡੀਆਂ ਪਈਆਂ, ਭਾਵੇਂ ਉਹ ਕਰਤਾਰਪੁਰ ਸਾਹਿਬ ਆ, ਕਿ ਜਿਹੜਾ ਇੱਕ ਸਿਰਫ 3 ਕਿਲੋਮੀਟਰ ਦੇ ਉੱਤੋਂ ਲਕੀਰ ਜਿਹੜੀ ਆ ਉਹ ਇੱਕ ਪਾਸੇ ਨੂੰ ਵਾਹ ਦਿੱਤੀ ਗਈ, ਤਾਂ ਕਰਤਾਰਪੁਰ ਸਾਹਿਬ ਜੋ ਸਾਡੀ ਦੀ ਪਵਿੱਤਰ ਧਰਤੀ ਹੈ ਉਹ ਸਾਡੇ ਤੋਂ ਦੂਰ ਹੋ ਗਈ, ਤਾਂ ਕਿਉਂਕਿ ਅਸੀਂ ਭਾਰਤ ਵਾਲੇ ਪਾਸੇ ਆ ਗਏ ਤਾਂ ਉਹ ਇੱਕ ਕਿੰਨੇ 70 ਸਾਲ ਸਾਡੇ ਤੋਂ ਦੂਰੀ ਬਣੀ ਰਹੀ, ਤਾਂ ਅਸੀਂ ਵਾਂਝੇ ਰਹੇ ਉਸ ਜਾਣ ਦੇ। ਪੂਰੀ ਜਨਰੇਸ਼ਨਾਂ ਜਿਹੜੀਆਂ ਨੇ ਉਹ ਵਾਂਝੀਆਂ ਰਹੀਆਂ, ਤਾਂ ਡੈਫੀਨੇਟਲੀ ਇਹ ਇੱਕ ਬਹੁਤ ਵੱਡਾ ਸਾਡੇ ਲਈ ਘਾਟਾ ਆ। ਇਹੀ ਅਸੀਂ ਇੱਕ ਦਰਸਾਉਣਾ ਚਾਹੁੰਦੇ ਸੀ ਕਿ ਹੋਪਫੁਲੀ ਤੁਹਾਨੂੰ ਇਹ ਪ੍ਰੈਜੈਂਟੇਸ਼ਨ ਜਾਂ ਇਹ ਜਿਹੜੀ ਵਿਚਾਰ ਸੀਗੇ ਤੁਹਾਨੂੰ ਪਸੰਦ ਆਏ ਹੋਣਗੇ। ਤਾਂ ਜੇ ਤੁਹਾਨੂੰ ਇਹ ਵਧੀਆ ਲੱਗੇ ਤੁਸੀਂ ਜ਼ਰੂਰ ਇਹਦੀ ਅੱਗੇ ਵੀ ਸਾਂਝ ਕਰਿਓ, ਤਾਂ ਜਿਹੜੇ ਸਾਡੇ ਅੱਗੇ ਐਪੀਸੋਡ ਆਉਣਗੇ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਵਾਚ ਕਰਿਓ। ਸਿੰਘ ਸਟੇਸ਼ਨ ਦੇ ਉੱਤੇ ਅਸੀਂ ਉਹਦੀ ਵੀ ਜਾਣਕਾਰੀ ਸਾਂਝੀ ਕਰਾਂਗੇ। ਭਾਈ ਸਾਹਿਬ ਜੀ, ਹੁਣ ਆਪਾਂ ਪ੍ਰੋਗਰਾਮ ਦੇ ਅਖੀਰ 'ਚ ਪਹੁੰਚ ਗਏ, ਸਮਾਂ ਵੀ ਆਪਣਾ ਹੋ ਗਿਆ ਆ, ਤਾਂ ਹੁਣ ਸਮਾਪਤੀ ਤੋਂ ਪਹਿਲਾਂ ਜੇ ਕੋਈ ਮੈਂ ਮਿਸ ਕਰ ਗਿਆ ਹੋਣਾ ਜਾਂ ਤੁਸੀਂ ਕੋਈ ਹੋਰ ਜਿਹੜੇ ਵਿਚਾਰ ਕੋਈ ਗੱਲ ਐਡ ਕਰਨਾ ਚਾਹੁੰਦੇ ਹੋ, ਜ਼ਰੂਰ ਭਾਈ ਸਾਹਿਬ ਜੀ ਐਡ ਕਰਿਓ ਜੀ। ਹਾਂਜੀ, ਦੇਖੋ ਕੌਮਾਂ ਜਿਹੜੀਆਂ ਹੈਗੀਆਂ ਕਿਸੇ ਵਿਚਾਰਧਾਰਾ ਦੇ ਉੱਤੇ ਖੜੀਆਂ ਹੁੰਦੀਆਂ, ਅਤੇ ਸਿੱਖ ਧਰਮ ਦੀ ਜਾਂ ਪੰਜਾਬੀਆਂ ਨੂੰ ਜਿਹੜੀ ਵਿਚਾਰਧਾਰਾ ਦਿੱਤੀ ਉਹ ਗੁਰੂ ਗ੍ਰੰਥ ਸਾਹਿਬ ਦੀ ਦਿੱਤੀ ਹੋਈ ਅਮਰ ਵਿਚਾਰਧਾਰਾ ਆ। ਬੰਦਿਆਂ ਨੂੰ ਮਾਰਿਆ ਜਾ ਸਕਦਾ, ਧਰਤੀਆਂ ਖੋਹੀਆਂ ਜਾ ਸਕਦੀਆਂ, ਪਰ ਵਿਚਾਰਧਾਰਾ ਜਿਹੜੀ ਅਮਰ ਹੁੰਦੀ ਆ ਉਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਸਿੱਖ ਹੁਣ ਸਾਰੀ ਧਰਤੀ ਦੇ ਉੱਤੇ ਆਪਣੀ ਵਿਚਾਰਧਾਰਾ ਲੈ ਕੇ ਕਾਮਯਾਬ ਹੋ ਰਹੇ ਆ, ਅਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਯੂਰਪ ਦਾ ਕੱਲਾ ਦੇਸ਼, ਨਿਊਜ਼ੀਲੈਂਡ, ਕਿਤੇ ਦੇਖ ਲਓ, ਅਤੇ ਉਹ ਵਿਚਾਰਧਾਰਾ ਜਿਹੜੀ ਆ ਇਹਨਾਂ ਦੇ ਕੋਲ ਆ, ਅਤੇ ਜਿੱਥੇ ਵੀ ਇਹ ਜਾਣਗੇ ਉਸ ਵਿਚਾਰਧਾਰਾ ਨੂੰ ਇਹ ਮੁੜ ਕੇ ਸਥਾਪਿਤ ਕਰ ਸਕਦੇ ਆ। ਜੇ ਇੰਡੀਆ ਨੂੰ ਇਹ ਪ੍ਰਵਾਨ ਨਹੀਂ ਹੈ ਵਿਚਾਰਧਾਰਾ ਨਾ, ਬੇਸ਼ੱਕ ਕਲਿਆਣ ਉਹਨਾਂ ਦੀ ਇਸ ਵਿਚਾਰਧਾਰਾ ਦੇ ਨਾਲ ਹੀ ਆ, ਅਤੇ ਇਸ ਵਿਚਾਰਧਾਰਾ ਨੂੰ ਅਪਣਾਉਣਗੇ ਤਾਂ ਇੰਡੀਆ ਵੀ ਕਾਮਯਾਬ ਹੋ ਸਕਦਾ। ਇਹਦੇ 'ਚ ਕੋਈ ਮਤਲਬ ਦੋਰਾਮਾ ਨਹੀਂ ਹੈ, ਜਿੱਥੋਂ ਤੱਕ ਮੇਰੀ ਰਾਏ ਆ। ਅਤੇ ਜੇ ਉਹਨਾਂ ਨੇ ਨਹੀਂ ਪ੍ਰਵਾਨ ਕਰਨੀ, ਜਿਹੜੇ ਪ੍ਰਵਾਨ ਕਰਨਗੇ ਉਹ ਚੜ੍ਹਦੀ ਕਲਾ ਦੇ ਵਿੱਚ ਜਾਣਗੇ। ਗੁਰੂਆਂ ਦੀ ਦਿੱਤੀ ਹੋਈ ਵਿਚਾਰਧਾਰਾ ਜਿਹੜੀ ਆ ਇਹ ਅਟੁੱਟ ਆ, ਅਮਰ ਆ, ਅਤੇ ਸਦਾ ਇਹ ਚੜ੍ਹਦੀਆਂ ਕਲਾਂ ਵਿੱਚ ਲੈ ਕੇ ਜਾਊਗੀ ਜਿਹੜਾ ਵੀ ਇਸ ਵਿਚਾਰਧਾਰਾ ਤੇ ਗਵਾ ਗਿਆ। ਮੈਂ ਤਾਂ ਇੰਨੀ ਕੁ ਗੱਲ ਕਹਿ ਕੇ ਸਭ ਤੋਂ ਖਿਮਾ ਚਾਹੁੰਦਾ ਹੁਣ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਸਾਹਿਬ ਜੀ, ਤੁਹਾਡਾ ਵੀ ਬਹੁਤ ਬਹੁਤ ਜੀ, ਤੁਸੀਂ ਸਮਾਂ ਕੱਢ ਕੇ ਸ਼ਾਮਲ ਹੋਏ ਆ ਪ੍ਰੋਗਰਾਮ ਦੇ ਵਿੱਚ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।